बड़ी अजब कहानी रिश्तियां दी। रिश्ते हुंदे ने दोस्तों वांग पानी, किते वांग दरियावां वग पैंदे, तंद टुट के जांदी है उलझ ताणी। जुड़दे ते कदे टुटदे रिश्ते, वगदे वगदे सुख दे रिश्ते, वगदे वगदे सुख दे रिश्ते। पानी हुंदे खून दे रिश्ते, 184 जून दे रिश्ते। टिप टिप करके वरदे ने, लैंदे ते किते चढ़दे ने। दूजियां कोलों सब कुछ चाहुंदे, अपने वारी लुकदे रिश्ते। जुड़दे ते कदे टुटदे रिश्ते, वगदे वगदे सुख दे रिश्ते। कित्थे लै जे दाना पानी, रिश्तियां दी कोई नवी कहानी। लहरां बण बण नचदे ने, किंज विछोड़े कटदे ने। धर्मां जातां रंगा मंगा, सब तो ऊपर उठदे रिश्ते। जुड़दे ते कदे टुटदे रिश्ते, वगदे वगदे सुख दे रिश्ते, वगदे वगदे सुख दे रिश्ते। ਵੀ ਮੰਚ ਦੇ ਪਲੇਟਫਾਰਮ ਤੇ ਪਹਿਲੇ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਥੀਏਟਰ ਵਿੱਚ ਫੈਸਟੀਵਲ ਵਿੱਚ ਆਪ ਸਭ ਦਰਸ਼ਕਾਂ, ਸਰੋਤਿਆਂ ਤੇ ਥੀਏਟਰ ਨੂੰ ਪਿਆਰ ਕਰਨ ਵਾਲਿਆਂ ਦਾ ਬਹੁਤ-ਬਹੁਤ ਸਵਾਗਤ। ਜੀ ਆਇਆਂ ਨੂੰ। 21 ਜੂਨ ਤੋਂ ਚੱਲ ਰਹੇ ਇਸ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਦੇ ਵਿੱਚ ਅੱਜ 14ਵਾਂ ਦਿਨ ਹੈ ਤੇ ਅੱਜ 14ਵੇਂ ਦਿਨ ਅਸੀਂ ਇਸ ਪ੍ਰੋਗਰਾਮ ਦੇ ਵਿੱਚ 4 ਸੈਗਮੈਂਟ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ, ਕਿਉਂਕਿ 14 ਦਿਨ ਤੋਂ ਲਗਾਤਾਰ ਇਹ ਪ੍ਰੋਗਰਾਮ ਚੱਲ ਰਿਹਾ ਔਰ ਤੁਸੀਂ ਨਾਲ ਜੁੜੇ ਹੋਏ ਹੋ ਸਾਡੇ 14 ਦਿਨ ਤੋਂ। ਔਰ ਕਿਉਂਕਿ ਲਾਕਡਾਊਨ ਚੱਲ ਰਿਹਾ ਹੈ, ਕਰੋਨਾ ਵਾਇਰਸ ਦਾ ਦਿਨ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਸਾਰੇ ਅਸੀਂ ਘਰੋਂ ਬੈਠ ਕੇ ਹੀ ਕੰਮ ਕਰ ਰਹੇ ਹਾਂ ਔਰ ਮਾਰਕੀਟ ਬੰਦ ਹੈ, ਕਲੱਬ ਬੰਦ ਨੇ, ਜਿਮ ਬੰਦ ਨੇ, ਥੀਏਟਰ ਬੰਦ ਨੇ, ਸਭ ਕੁਝ ਬੰਦ ਹੈ। ਪਰ ਘਰ ਬੈਠਿਆਂ ਹੀ ਅਸੀਂ ਵਰਕ ਫਰੋਮ ਹੋਮ ਕਰਦੇ ਹੋਏ ਥੀਏਟਰ ਨੂੰ ਘਰੋਂ ਹੀ ਚਲਾਉਣ ਦਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ। ਵੀ ਮੰਚ ਨੇ, ਬੋਹੇਮੀਅਨਸ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਭਾਜੀ ਗੁਰਵਿੰਦਰ ਹੋਣਾ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਫਿਰ ਜੁੜੇ ਹਾਂ ਔਰ ਇਸ ਵੀ ਮੰਚ ਦੇ ਉੱਤੇ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ ਜਿਨ੍ਹਾਂ ਨੇ ਹਮੇਸ਼ਾ ਥੀਏਟਰ ਨੂੰ ਸਮਰਪਿਤ ਹੋ ਕੇ ਕੰਮ ਕੀਤਾ। ਕਿਉਂਕਿ ਭਾਈ ਵੀਰ ਸਿੰਘ ਦੀ ਬੜੀ ਖੂਬਸੂਰਤ ਕਵਿਤਾ ਹੈ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨੇਹੋ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪੈ ਬਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ, ਸੋ ਚਾਲ ਪਏ ਨਿਤ ਰਹਿੰਦੇ। ਲਗਾਤਾਰ ਚੱਲਦੇ ਰਹਿੰਦੇ ਨੇ, ਥੀਏਟਰ ਨੂੰ ਪਿਆਰ ਕਰਦੇ ਨੇ, ਦਿਨ ਰਾਤ ਥੀਏਟਰ ਦੇ ਦੀਵਾਨੇ ਨੇ ਔਰ ਉਹਨਾਂ ਦੇ ਵਾਸਤੇ ਇਹ ਇੱਕ ਵਰਚੁਅਲ ਪਲੇਟਫਾਰਮ ਜਿਹੜਾ ਹੈ ਉਹ ਤਿਆਰ ਕੀਤਾ ਹੈ ਵੀ ਮੰਚ ਨੇ। ਔਰ ਇਸ ਮੰਚ ਤੇ 4 ਸੈਗਮੈਂਟ ਅਸੀਂ ਹਰ ਰੋਜ਼ ਪੇਸ਼ ਕਰਦੇ ਹਾਂ। ਪਹਿਲਾ ਸੈਗਮੈਂਟ ਹੈ ਸੁਨਹਿਰੀ ਬੋਲ, ਜਿਹਦੇ ਵਿੱਚ ਅਸੀਂ ਕਿਸੇ ਮਹਾਨ ਸ਼ਖਸੀਅਤ ਦਾ ਜਿਹਦਾ ਥੀਏਟਰ ਦੇ ਖੇਤਰ ਦੇ ਵਿੱਚ, ਨਾਟ ਲਿਖਣ ਦੇ ਖੇਤਰ ਦੇ ਵਿੱਚ, ਡਾਇਰੈਕਸ਼ਨ ਦੇ ਖੇਤਰ ਵਿੱਚ ਜਾਂ ਇਸ ਸਮੁੱਚੇ ਥੀਏਟਰ ਨੂੰ ਬਹੁਤ ਵੱਡਾ ਕੋਈ ਯੋਗਦਾਨ ਹੋਵੇ, ਕੋਈ ਦੇਣ ਹੋਵੇ, ਉਹਨੂੰ ਅਸੀਂ ਪੇਸ਼ ਕਰਦੇ ਹਾਂ ਤੇ ਉਹਨਾਂ ਦਾ ਆਸ਼ੀਰਵਾਦ ਦਵਾਉਂਦੇ ਹਾਂ। ਦੂਸਰਾ ਸੈਗਮੈਂਟ ਹੈ ਰੂਬਰੂ, ਜਿਹਦੇ ਵਿੱਚ ਕਿਸੇ ਅਜਿਹੀ ਸ਼ਖਸੀਅਤ ਦੇ ਨਾਲ ਅਸੀਂ ਰੂਬਰੂ ਕਰਵਾਉਂਦੇ ਹਾਂ ਜਿਹਨੇ ਕਿ ਥੀਏਟਰ ਦੇ ਖੇਤਰ ਵਿੱਚ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਹੁੰਦੀ ਹੈ ਔਰ ਇਸੇ ਸ਼ਖਸੀਅਤ ਦੇ ਦੁਆਰਾ ਇੱਕ ਨਾਟ ਮੰਚਨ ਕੀਤਾ ਜਾਂਦਾ ਹੈ ਔਰ ਉਹ ਤੁਹਾਡੇ ਸਾਹਮਣੇ ਪੇਸ਼ ਹੁੰਦਾ ਹੈ ਤੇ ਤੁਸੀਂ ਉਹਦਾ ਵੀ ਆਨੰਦ ਮਾਣਦੇ ਹੋ।
ਤੇ ਸਾਡਾ ਤੀਸਰਾ ਹੈ ਜਿਹਨੂੰ ਅਸੀਂ ਨਾਟ ਮੰਚਨ ਕਰਦੇ ਹਾਂ, ਉਹ ਹੈ ਪੇਸ਼ੇ ਨਜ਼ਰ। ਤੇ ਉਸ ਤੋਂ ਬਾਅਦ ਚਰਚਾ ਹੁੰਦੀ ਹੈ, ਉਸ ਨਾਟਕਕਾਰ ਦੇ ਬਾਰੇ ਗੱਲ ਹੁੰਦੀ ਹੈ, ਨਾਟਕ ਦੇ ਬਾਰੇ ਗੱਲ ਹੁੰਦੀ ਹੈ, ਤੁਹਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ। ਅਸੀਂ ਉਸ ਸ਼ਖਸੀਅਤ ਦੇ ਰੂਬਰੂ ਜਿਨ੍ਹਾਂ ਦੇ ਹੋਏ ਹੁੰਦੇ ਆ, ਉਹ ਗੱਲਬਾਤ ਜਿਹੜੀ ਆ ਉਹ ਲਗਾਤਾਰ ਚੱਲਦੀ ਰਹਿੰਦੀ ਹੈ। ਔਰ ਕਿਉਂਕਿ ਹੁਣ ਅਜਿਹਾ ਸਮਾਂ ਆ, ਔਰ ਇਸ ਸਮੇਂ ਦੇ ਵਿੱਚ ਅਸੀਂ ਲਗਾਤਾਰ ਇੱਕ ਦੂਸਰੇ ਦੇ ਨਾਲ ਆਨਲਾਈਨ ਦੇ ਮੋਡ ਰਾਹੀਂ ਹੀ ਜੁੜੇ ਹੁੰਦੇ ਆ। ਤੇ ਅੱਜ ਦਾ ਇਹ ਜੋ ਸੁਨਹਿਰੀ ਬੋਲ ਸੈਗਮੈਂਟ ਹੈ, ਉਹਦੇ ਵਿੱਚ ਜਿਸ ਸ਼ਖਸੀਅਤ ਨੂੰ ਤੁਹਾਡੇ ਸਨਮੁਖ ਲੈ ਕੇ ਅਸੀਂ ਹਾਜ਼ਰ ਹੋਏ ਹਾਂ, ਉਹ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ। ਤੁਸੀਂ ਉਹਨਾਂ ਨੂੰ ਅਕਸਰ ਅਖਬਾਰਾਂ ਦੇ ਵਿੱਚ ਪੜ੍ਹਦੇ ਹੋ, ਟੀਵੀ ਦੇ ਵਿੱਚ ਵੇਖਦੇ ਹੋ। ਉਹਨਾਂ ਦੇ ਸ਼ਾਗਿਰਦ ਬੜੇ ਨੇ ਖੇਤਰ ਦੇ ਵਿੱਚ, ਜਿਨ੍ਹਾਂ ਨੇ ਥੀਏਟਰ ਨੂੰ ਸਮਰਪਿਤ ਹੋ ਕੇ ਕੰਮ ਕੀਤਾ। ਆਪ ਵੀ ਅੱਜ ਕੱਲ੍ਹ ਲੱਗੇ ਹੋਏ ਨੇ। ਮੈਂ ਉਹਨਾਂ ਦਾ ਨਾਮ ਲੈਂਦਿਆਂ ਬੜਾ ਫਖਰ ਮਹਿਸੂਸ ਕਰਦਾ ਕਿ ਸਾਡੇ ਮਾਨਯੋਗ ਪਾਲੀ ਭੁਪਿੰਦਰ ਜੀ, ਡਾਕਟਰ ਪਾਲੀ ਭੁਪਿੰਦਰ ਜੀ ਸਾਡੇ ਨਾਲ ਜੁੜੇ ਹੋਏ ਨੇ। ਉਹ ਸੁਨਹਿਰੀ ਬੋਲ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋਣਗੇ, ਕਿਉਂਕਿ ਉਹ ਥੀਏਟਰ ਨੂੰ ਨਵੀਆਂ ਤਕਨੀਕਾਂ ਦੇ ਨਾਲ, ਨਵੇਂ ਪੈਰਾਮੀਟਰਸ ਦੇ ਨਾਲ, ਔਰ ਨਵੀਆਂ ਪਲੈਨਿੰਗਸ ਦੇ ਨਾਲ, ਔਰ ਨਵੇਂ ਜਿਹੜੀ ਤਕਨੀਕ ਹੈ ਉਹਨੂੰ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ। ਔਰ ਜੋ ਬਦਲ ਰਿਹਾ ਯੁੱਗ ਹੈ, ਇਸ ਬਦਲ ਰਹੇ ਯੁੱਗ ਦੇ ਵਿੱਚ ਥੀਏਟਰ ਦਾ ਜੋ ਸਟੇਟਸ ਹੈ, ਕਾਲਜਾਂ ਦੇ ਵਿੱਚ, ਯੂਥ ਫੈਸਟੀਵਲ ਦੇ ਵਿੱਚ ਚਾਹੇ ਹੋਵੇ, ਚਾਹੇ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਦਾ ਕੋਈ ਅਜਿਹਾ ਪਲੇਟਫਾਰਮ ਹੋਵੇ, ਇਹਨਾਂ ਸਾਰੇ ਪਲੇਟਫਾਰਮਸ ਦੇ ਉੱਪਰ ਉਹ ਖੁਦ ਗੁਜ਼ਰੇ ਨੇ। ਔਰ ਇਹਨਾਂ ਪਲੇਟਫਾਰਮ ਦੇ ਉੱਪਰ ਗੁਜ਼ਰ ਕੇ ਜਦੋਂ ਆਪਣਾ ਅਨੁਭਵ ਜਿਹੜਾ ਉਹਨਾਂ ਨੇ ਗ੍ਰਹਿਣ ਕੀਤਾ ਹੁੰਦਾ, ਉਸ ਅਨੁਭਵ ਨੂੰ ਉਹ ਅੱਜ ਆਪਣੇ ਦਰਸ਼ਕਾਂ ਦੇ ਸਾਹਮਣੇ, ਆਪਣੇ ਸਰੋਤਿਆਂ ਦੇ ਸਾਹਮਣੇ ਲੈ ਕੇ ਹਾਜ਼ਰ ਹੋਣਗੇ। ਕਿਉਂਕਿ ਉਹਨਾਂ ਨੇ ਛੋਟੇ ਵੱਡੇ 40 ਤੋਂ ਵੱਧ ਨਾਟਕਾਂ ਦਾ ਮੰਚਨ ਕੀਤਾ, ਨਾਟਕ ਲਿਖੇ, ਫਿਲਮਾਂ ਨੂੰ ਡਾਇਰੈਕਸ਼ਨ ਦਿੱਤੀ, ਅਤੇ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਹਿੰਦੀ ਫਿਲਮ ਜਗਤ ਦੇ ਵਿੱਚ, ਪੰਜਾਬੀ ਜਗਤ ਦੇ ਵਿੱਚ ਵੀ ਇੱਕ ਵਿਸ਼ੇਸ਼ ਜਿਹੜੀ ਹੈ ਉਹ ਸਥਾਨ ਬਣਾਈ ਹੈ। ਸਟੂਪਿਡ 7 ਨਾਂ ਦੀ ਫਿਲਮ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਔਰ ਸਟੂਪਿਡ 7 ਅਜਿਹੀ ਫਿਲਮ ਹੈ ਜਿਹੜੀ ਕਿ ਹਰ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ। ਯੁਵਾਵਾਂ ਦੇ ਵਾਸਤੇ ਬੜੀ ਮੋਟੀਵੇਸ਼ਨਲ ਉਹ ਫਿਲਮ ਹੈ। ਜੇਕਰ ਉਹ ਯੁਵਾ ਦੇਖਣ ਤੇ ਬੜੀ ਇੱਕ ਨਵੀਂ ਸੇਧ, ਨਵੀਂ ਦਿਸ਼ਾ ਜਿਹੜੀ ਹੈ ਉਹ ਉਹਨਾਂ ਨੂੰ ਮਿਲ ਸਕਦੀ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ। ਇੱਕ ਦੋ ਗੱਲਾਂ ਹੋਰ ਮੈਂ ਉਹਨਾਂ ਬਾਰੇ ਕਹਿਣਾ ਚਾਹੂੰਗਾ ਕਿ RSD ਕਾਲਜ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੇ ਅਧਿਆਪਨ ਕਾਰਜ ਕੀਤਾ, DM ਕਾਲਜ ਮੋਗਾ ਵਿੱਚ ਉਹਨਾਂ ਨੇ ਅਧਿਆਪਨ ਕਾਰਜ ਕੀਤਾ, ਤੇ ਪਿਛਲੇ ਲਗਭਗ 30 ਸਾਲ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹਾ ਰਹੇ ਨੇ ਬਤੌਰ ਥੀਏਟਰ ਕਲਾਕਾਰ ਦੇ ਤੌਰ ਤੇ ਅਸੀਂ ਕਹਿ ਲਈਏ, ਜਾਂ ਫਿਰ ਇੱਕ ਨਿਰਦੇਸ਼ਕ ਦੇ ਤੌਰ ਤੇ ਅਸੀਂ ਉਹਨਾਂ ਨੂੰ ਕਹਿ ਲਈਏ। ਉਹਨਾਂ ਦੀਆਂ ਸੇਵਾਵਾਂ ਥੀਏਟਰ ਨੂੰ ਜਿਹੜੀਆਂ ਨੇ ਉਹ ਲਗਾਤਾਰ ਸਾਨੂੰ ਮਿਲ ਰਹੀਆਂ ਨੇ। ਸਾਨੂੰ ਉਹਨਾਂ ਨੂੰ ਅਕਸਰ ਸੁਣਨ ਦਾ ਮੌਕਾ ਮਿਲਦਾ, ਅਕਸਰ ਉਹਨਾਂ ਨੂੰ ਵੇਖਣ ਦਾ, ਯੂਥ ਫੈਸਟੀਵਲ ਦੇ ਹੋਵੇ ਚਾਹੇ ਉਹ ਕੋਈ ਹੋਰ ਪਲੇਟਫਾਰਮ ਹੋਵੇ, ਮੌਕਾ ਮਿਲਦਾ। ਤੇ ਅਜਿਹੇ ਮੌਕੇ ਤੇ ਸਾਡੇ ਨਾਲ ਉਹ ਇਸ ਪਲੇਟਫਾਰਮ ਤੇ ਵਰਚੁਅਲ ਮੰਚ ਰਾਹੀਂ ਸਾਡੇ ਨਾਲ ਜੁੜੇ ਨੇ। ਅਸੀਂ ਬਹੁਤ ਮਾਣ ਤੇ ਸਤਿਕਾਰ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ, ਡਾਕਟਰ ਪਾਲੀ ਭੁਪਿੰਦਰ ਸਿੰਘ ਜੀ। ਜਾਤੀ ਤੌਰ ਤੇ ਮੈਂ ਇਸ ਗੱਲ ਨਾਲ ਬਹੁਤ ਜ਼ਿਆਦਾ ਸਹਿਮਤ ਨਹੀਂ ਹਾਂ ਕਿ ਥੀਏਟਰ ਵਰਗਾ ਜੋ ਲਾਈਵ ਤੇ 3D ਆਰਟ ਹੈ ਉਹ ਇਹੋ ਜਿਹੀ ਆਨਲਾਈਨ ਮਾਧਿਅਮ ਦੀ ਹਨੇਰੀ ਦੇ ਵਿੱਚ ਗੁੰਮ ਜੇ, ਜਾਂ ਇਹਨਾਂ ਦੀ ਘੁੰਮਣ ਘੇਰੀ ਵਿੱਚ ਫਸ ਕੇ ਦਮ ਤੋੜ ਜੇ। ਕਿਉਂਕਿ ਮੈਂ ਮੰਨ ਕੇ ਚੱਲਦਾ ਕਿ ਥੀਏਟਰ ਆਰਟ ਜੋ ਹੈ ਇਹ ਇੱਕ ਲਾਈਵ ਆਰਟ ਹੈ। ਇਹਦੀ ਸਭ ਤੋਂ ਵੱਡੀ ਤਾਕਤ ਇਸ ਦੇ ਲਾਈਵ ਹੋਣ ਦੇ ਵਿੱਚ ਹੈ, ਇਹਦੇ ਜਿਉਂਦੇ ਜਾਗਦੇ ਹੋਣ ਦੇ ਵਿੱਚ ਹੈ। ਜਦੋਂ ਦਰਸ਼ਕ ਜਾ ਕੇ ਸਟੇਜ ਦੇ ਉੱਪਰ ਜਿਉਂਦੇ ਜਾਗਦੇ ਲੋਕਾਂ ਨੂੰ ਕਿਰਦਾਰ ਬਣੇ ਦੇਖਦਾ ਆਪਣੇ ਵਰਗੇ, ਤਾਂ ਉਸ ਨੂੰ ਜੋ ਅਹਿਸਾਸ ਹੁੰਦਾ ਹੈ, ਉਹ ਅਹਿਸਾਸ ਹੀ ਥੀਏਟਰ ਦੀ ਸਭ ਤੋਂ ਵੱਡੀ ਤਾਕਤ ਹੈ। ਉਹ ਅਹਿਸਾਸ ਹੀ ਮਤਲਬ ਕਿ ਦੁਨੀਆ ਦੇ ਇੱਕ ਬਿਲਕੁਲ ਅਨੋਖੇ ਆਰਟ ਦੀ ਉਹਨਾਂ ਨੂੰ ਗਰੰਟੀ ਦਿੰਦਾ ਹੈ ਕਿ ਇਹ ਇੱਕ ਬਿਲਕੁਲ ਵੱਖਰਾ ਆਰਟ ਹੈ। ਪਰ ਜਦੋਂ ਕਰੋਨਾ ਫੈਲਿਆ ਤਾਂ ਇਹ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ ਕਿ ਕਰੋਨਾ ਵਰਗੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਥੀਏਟਰ ਆਰਟ ਆਪਣੇ ਆਪ ਨੂੰ ਕਿੱਦਾਂ ਜਿਉਂਦਾ ਰੱਖੇਗਾ, ਕਿਉਂਕਿ ਇਹ ਸਮੂਹ ਦੀ ਕਲਾ ਹੈ। ਸਮੂਹ ਦੇ ਰੂਪ ਵਿੱਚ ਇਸ ਨੂੰ ਪੇਸ਼ ਕੀਤਾ ਜਾਂਦਾ ਅਤੇ ਸਮੂਹ ਦੇ ਰੂਪ ਵਿੱਚ ਹੀ ਇਸ ਨੂੰ ਦੇਖਿਆ ਅਤੇ ਮਾਣਿਆ ਜਾਂਦਾ। ਹੁਣ ਬਹੁਤ ਵੱਡਾ ਸਵਾਲ ਪੈਦਾ ਹੋ ਚੱਲਿਆ ਸੀ ਕਿ ਕੀ ਇਹੋ ਜਿਹੇ ਕਰੋਨਾ ਕਾਲ ਜੇ ਆਉਂਦੇ ਰਹੇ, 2-4 ਇਹੋ ਜਿਹੇ ਸੰਕਟ ਹੋਰ ਆਏ ਤਾਂ ਥੀਏਟਰ ਦਾ ਬਣੇਗਾ ਕੀ। ਤਾਂ ਫਿਰ ਜਿਵੇਂ ਕਿ ਨੌਜਵਾਨਾਂ ਕੋਲੇ ਨਵੇਂ ਰਾਹ ਹੁੰਦੇ ਆ, ਉਹਨਾਂ ਨੇ ਗੁਰਵਿੰਦਰ ਅਤੇ ਉਸ ਦੀ ਜਿਹੜੀ ਟੀਮ ਹੈ ਬੋਹੀਮੀਅਮਸ, ਬਹੁਤ ਔਖਾ ਨਾਮ ਹੈ, ਮੈਨੂੰ ਇਹ ਲਾਈਨ 'ਤੇ ਕਾਫੀ ਪ੍ਰੈਕਟਿਸ ਕਰਨੀ ਪਈ, ਤਾਂ ਉਹਨਾਂ ਦੀ ਟੀਮ ਨੇ ਇਹ ਇੱਕ ਨਵਾਂ ਇਨੋਵੇਟਿਵ ਆਈਡੀਆ ਕ੍ਰੀਏਟ ਕੀਤਾ।
ਇਹ ਆਈਡੀਆ ਕਿੰਨਾ ਕੁ ਕਾਮਯਾਬ ਹੁੰਦਾ ਹੈ ਕਿ ਨਹੀਂ, ਪਰ ਇੱਕ ਵਾਰੀ ਤਾਂ ਮੈਂ ਵੀ ਦਾਤ ਦੇਣੀ ਚਾਹਾਂਗਾ ਕਿ ਕਰੋਨਾ ਵਰਗੇ ਇਸ ਸਮੇਂ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਇਸ ਆਈਡੀਏ ਨੂੰ, ਕਲਾਕਾਰਾਂ ਨੂੰ ਆਪਣੀ ਕਲਾ ਨੂੰ ਪੇਸ਼ ਕਰਨ ਦਾ ਇੱਕ ਕਿ ਮੌਕਾ ਦਿੱਤਾ, ਉਹਨਾਂ ਨੂੰ ਫਰਸਟ੍ਰੇਸ਼ਨ ਵਿੱਚ ਜਾਣ ਤੋਂ ਬਚਾਇਆ ਅਤੇ ਘੱਟੋ ਘੱਟ ਥੀਏਟਰ ਆਰਟ ਨੂੰ ਜਿਉਂਦਾ ਰੱਖਿਆ। ਇਹ ਵੀ ਖਾਸ ਗੱਲ ਹੈ ਕਿ ਪੰਜਾਬੀ ਕਲਚਰ ਦੇ ਵਿੱਚ ਖਾਸ ਤੌਰ 'ਤੇ ਥੀਏਟਰ ਆਰਟ ਹਮੇਸ਼ਾ ਹੀ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਕੇ ਇੱਥੋਂ ਤੱਕ ਪਹੁੰਚਿਆ। ਸਾਡੇ ਕੋਲ ਕਦੇ ਵੀ ਇੰਨੇ ਸ਼ਾਨਦਾਰ ਸਾਧਨ ਨਹੀਂ ਸੀ, ਕੋਈ ਬਹੁਤ ਵੱਡੇ ਪ੍ਰੋਸੀਨੀਅਮਸ ਨਹੀਂ ਸੀ, ਲਾਈਟਿੰਗ ਇਕਵਿਪਮੈਂਟ ਇੱਕ ਦੋ ਸ਼ਹਿਰਾਂ ਨੂੰ ਛੱਡ ਕੇ ਇਹੋ ਜਿਹੀਆਂ ਚੀਜ਼ਾਂ ਵੀ ਨਹੀਂ ਸੀ, ਕੋਈ ਥੀਏਟਰ ਹਾਲ, ਸਾਨੂੰ ਸਾਰਾ ਕੁਝ ਜੁਗਾੜ ਹੀ ਕਰਨਾ ਪੈਂਦਾ ਸੀ। ਉਤੋਂ ਹੁਣ ਇਹ ਜੇ ਕਰੋਨਾ ਵਰਗੇ ਸੰਕਟ ਚੱਲ ਪਏ ਤਾਂ ਗੁਰਵਿੰਦਰ ਅਤੇ ਉਸਦੀ ਜੋ ਟੀਮ ਹੈ ਬੋਹੀਮੀਅਮਸ ਦੀ, ਇਹ ਬਹੁਤ ਹੀ ਉਹਨਾਂ ਦਾ ਇਹ ਅਨੋਖੀ ਕਿਸਮ ਦਾ ਇਹ ਉਪਰਾਲਾ ਹੈ ਅਤੇ ਔਰ ਉਹਨਾਂ ਨੇ ਬੜੇ ਅੱਛੇ ਢੰਗ ਨਾਲ ਪਲਾਨ ਕੀਤਾ। ਮੈਂ ਜਿੰਨਾ ਕਿ ਇਸ ਬਾਰੇ ਜਾਣ ਪਾਇਆ, ਔਰ ਬੜੇ ਪੰਜਾਬ ਦੇ ਚੰਗੇ ਰੰਗਕਰਮੀ, ਚੰਗੇ ਐਕਟਰ ਇਸ ਨਾਲ ਜੁੜੇ ਹੋਏ ਨੇ, ਇਹ ਸਭ ਤੋਂ ਵਧੀਆ ਗੱਲ ਹੈ। ਸੋ ਮੈਂ ਇਸ ਟੀਮ ਨੂੰ ਵਧਾਈ ਦਿੰਦਾ ਅਤੇ ਦੁਆ ਕਰਦਾ ਕਿ ਉਹਨਾਂ ਦੇ ਇਹੋ ਜਿਹੇ ਉਪਰਾਲੇ ਜਾਰੀ ਰੱਖਣ। ਪਰ ਜਾਤੀ ਤੌਰ 'ਤੇ ਮੈਂ ਚਾਹਾਂਗਾ ਕਿ ਰੱਬ ਕਰੇ ਜਲਦੀ ਇਹ ਸਮਾਂ ਲੰਘੇ ਅਤੇ ਥੀਏਟਰ ਮੁੜ ਕੇ ਸਟੇਜ ਦੇ ਉੱਪਰ ਜਾਵੇ ਅਤੇ ਲੋਕ ਇਸ ਨੂੰ ਸਮੂਹ ਦੇ ਰੂਪ ਵਿੱਚ ਇੱਕ ਥੀਏਟਰ ਦੇ ਵਿੱਚ ਦੇਖਣ ਆਉਣ। ਲੰਬੇ ਸਮੇਂ ਦੇ ਵਿੱਚ ਸਾਨੂੰ ਇਹੋ ਜਿਹੇ ਮਾਧਿਅਮ ਦਾ ਸਹਾਰਾ ਨਹੀਂ ਚਾਹੀਦਾ। ਇੱਕ ਥੀਏਟਰ ਇੱਕ ਵੱਖਰਾ ਆਰਟ ਹੈ, ਫਿਰ ਇਹ ਫਿਲਮ ਬਣ ਜਾਏਗਾ, YouTube ਦਾ ਕੋਈ ਮਾਧਿਅਮ ਬਣ ਜਾਏਗਾ, OTT ਪਲੇਟਫਾਰਮ ਬਣ ਜਾਏਗਾ। ਮੈਂ ਚਾਹੁੰਦਾ ਕਿ ਥੀਏਟਰ ਆਰਟ ਜਿਹੜਾ ਹੈ ਉਹ ਥੀਏਟਰ ਆਰਟ ਦੇ ਰੂਪ ਵਿੱਚ ਹੀ ਜਿਉਂਦਾ ਰਹੇ। ਪਰ ਇੱਕ ਵਾਰ ਜਦੋਂ ਅਸੀਂ ਫਸ ਗਏ ਸੀ, ਗੁਰਵਿੰਦਰ ਅਤੇ ਬੋਹੀਮੀਅਮਸ ਨੇ ਸਾਨੂੰ ਇੱਕ ਰਸਤਾ ਦਿਖਾਇਆ ਨਵਾਂ। ਇਹਨਾਂ ਨੌਜਵਾਨ ਮੁੰਡਿਆਂ ਨੂੰ ਮੈਂ ਵਧਾਈ ਦੇਣੀ ਚਾਹਾਂਗਾ ਅਤੇ ਸਲਾਮ ਕਰਦਾ ਕਿ ਉਹਨਾਂ ਨੇ ਕੁਝ ਇਨੋਵੇਟਿਵ ਆਈਡੀਆ ਲੈ ਕੇ ਉਹ ਸਾਡੇ ਪੰਜਾਬੀ ਰੰਗਮੰਚ ਦੇ ਦਰਸ਼ਕਾਂ ਸਾਹਮਣੇ ਆਏ। ਲਓ ਜੀ, ਇਹ ਸੀ ਸਾਡੇ ਮਾਨਯੋਗ ਪਾਲੀ ਭੁਪਿੰਦਰ ਸਿੰਘ ਜੀ, ਜਿਨ੍ਹਾਂ ਦੇ ਤੁਸੀਂ ਸੁਨਹਿਰੀ ਬੋਲ ਸੁਣੇ ਔਰ ਉਹਨਾਂ ਨੇ ਬਹੁਤ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਵੀ ਮੰਚ ਨੂੰ, ਔਰ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਹਮੇਸ਼ਾ ਥੀਏਟਰ ਦੇ ਨਾਲ ਜੁੜੇ ਰਹਿਣ ਦਾ ਉਹਨਾਂ ਨੇ ਆਹਵਾਨ ਕੀਤਾ। ਔਰ ਰੂਬਰੂ ਸੈਗਮੈਂਟ ਲੈ ਕੇ ਹਾਜ਼ਰ ਹਾਂ, ਔਰ ਇਸ ਰੂਬਰੂ ਸੈਗਮੈਂਟ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ ਬਹੁਤ ਹੀ ਉੱਘੇ ਰੰਗਕਰਮੀ, ਯੁਵਾ ਨਾਟਕਕਾਰ, ਅਧਿਆਪਕ ਤੇ ਨਾਟ ਸ਼ਾਸਤਰੀ ਡਾਕਟਰ ਜਸਕਰਨ ਜੀ। ਅੱਜ ਕੱਲ੍ਹ ਕੈਨੇਡਾ ਵਸਦੇ ਨੇ, ਪੰਜਾਬ ਦੀ ਧਰਤੀ ਦੁਆਬੇ ਦੇ ਜੰਮਪਲ ਨੇ, ਔਰ ਕੈਨੇਡਾ ਦੇ ਵਿੱਚ ਰਹਿੰਦੇ ਹੋਇਆਂ ਉਹਨਾਂ ਨੇ ਪੰਜਾਬੀ ਮਾਤ ਭਾਸ਼ਾ, ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸਾਹਿਤ ਸੱਭਿਆਚਾਰ ਤੇ ਪੰਜਾਬੀ ਥੀਏਟਰ ਨੂੰ ਆਪਣੇ ਹਿੱਕ ਦੇ ਨਾਲ ਲਾ ਕੇ ਰੱਖਿਆ। ਔਰ ਅੱਜ ਉਹਨਾਂ ਨੂੰ ਰੂਬਰੂ ਤੁਹਾਡੇ ਕਰਕੇ ਮੈਂ ਬਹੁਤ ਫਖਰ ਮਹਿਸੂਸ ਕਰਦਾ। ਔਰ ਬਹੁਤ ਬਹੁਤ ਸਵਾਗਤ ਜੀ ਜਸਕਰਨ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਵੀ ਮੰਚ ਦੇ ਪਲੇਟਫਾਰਮ ਤੇ ਤੁਹਾਨੂੰ ਜੀ ਆਇਆਂ ਕਹਿ ਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ, ਕਿਉਂਕਿ ਤੁਹਾਡੇ ਵਰਗੇ ਯੁਵਾ ਕਲਾਕਾਰ, ਰੰਗਕਰਮੀਆਂ ਦੀ ਪੰਜਾਬੀ ਥੀਏਟਰ ਨੂੰ ਬਹੁਤ ਜ਼ਰੂਰਤ ਹੈ ਇਸ ਵੇਲੇ। ਔਰ ਇਹ ਜੋ ਜ਼ਰੂਰਤ ਹੈ ਤੁਹਾਡੇ ਵਰਗੇ ਜਨੂਨੀ ਬੰਦੇ ਜਿਹੜੇ ਨੇ ਉਹੀ ਪੂਰੀ ਕਰ ਸਕਦੇ ਨੇ, ਕਿਉਂਕਿ ਪੰਜਾਬ ਦਾ ਥੀਏਟਰ ਜਿਹੜਾ ਹੈ, ਜੇਕਰ ਅਸੀਂ ਪੱਛਮੀ ਪੰਜਾਬ ਦੇ ਮੁਕਾਬਲੇ ਤੇ ਵੇਖੀਏ ਤੇ ਪੂਰਬੀ ਪੰਜਾਬ ਦਾ ਥੀਏਟਰ ਜਿਹੜਾ ਉਹ ਕਾਫੀ ਪਿਛੜਿਆ ਹੋਇਆ ਲੱਗਦਾ। ਪਰ ਤੁਹਾਡੇ ਵਰਗੇ ਜਿਹੜੇ ਰੰਗਕਰਮੀ ਨੇ, ਯੁਵਾ ਕਲਾਕਾਰ ਨੇ, ਨਾਟਕਕਾਰ ਨੇ, ਉਹ ਇਸ ਖੇਤਰ ਦੇ ਵਿੱਚ ਜੇਕਰ ਲੱਗੇ ਹੋਏ ਨੇ ਤੇ ਬਹੁਤ ਸੰਭਾਵਨਾਵਾਂ ਨੇ ਇਸ ਥੀਏਟਰ ਤੋਂ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਥੀਏਟਰ ਜਿਹੜਾ ਬਹੁਤ ਜ਼ਿਆਦਾ ਪ੍ਰਫੁੱਲਤ ਹੋਵੇਗਾ ਸਾਡੇ ਪੂਰਬੀ ਪੰਜਾਬ ਦੇ ਵਿੱਚ, ਭਾਰਤੀ ਪੰਜਾਬ ਦੇ ਵਿੱਚ। ਡਾਕਟਰ ਜਸਕਰਨ ਹੁਣਾਂ ਬਾਰੇ ਮੈਂ ਇੱਕ ਦੋ ਗੱਲਾਂ ਕਰਾਂਗਾ ਕਿ ਕਿੱਤੇ ਵਜੋਂ ਅਧਿਆਪਨ ਸੇਵਾਵਾਂ ਕਾਲਜ ਦੇ ਵਿੱਚ ਕਰਦੇ ਰਹੇ ਨੇ। ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਡਾਕਟਰ ਸਾਹਿਬ ਨੇ ਸੇਵਾਵਾਂ ਦਿੱਤੀਆਂ ਨੇ। ਡਾਕਟਰ ਆਤਮਜੀਤ ਬਹੁਤ ਉੱਘੇ ਰੰਗਕਰਮੀ ਨੇ, ਉਹਨਾਂ ਦੇ ਨਾਲ ਰਹਿੰਦਿਆਂ ਹੋਇਆਂ ਉਹਨਾਂ ਦੇ ਨਾਲ ਲੰਬਾ ਸਮਾਂ ਥੀਏਟਰ ਦਾ ਕੰਮ ਕੀਤਾ। ਯੁਵਕ ਮੇਲਿਆਂ ਦੇ ਵਿੱਚ ਬਤੌਰ ਵਿਦਿਆਰਥੀ ਵੀ ਨਾਟਕ ਕਰਦੇ ਰਹੇ। ਜਦੋਂ ਅਧਿਆਪਕ ਬਣੇ ਤੇ ਫਿਰ ਯੂਥ ਫੈਸਟੀਵਲ ਦੇ ਵਿੱਚ ਟੀਮਾਂ ਨੂੰ ਲੈ ਕੇ ਜਾਣ ਵਾਸਤੇ ਨਵੇਂ ਜੋ ਵਿਦਿਆਰਥੀ ਕਲਾਕਾਰ ਸੀਗੇ ਉਹਨਾਂ ਨੂੰ ਥੀਏਟਰ ਦੇ ਨਾਲ ਜੋੜ ਕੇ ਉਹਨਾਂ ਨੂੰ ਥੀਏਟਰ ਦੇ ਖੇਤਰ ਦੇ ਵਿੱਚ ਲਾਂਚ ਕਰਨ ਵਾਸਤੇ ਇਹਨਾਂ ਨੇ ਵੱਡੀ ਭੂਮਿਕਾ ਨਿਭਾਈ। ਤੇ ਅੱਜ ਕੈਨੇਡਾ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਵੀ ਪੰਜਾਬੀ ਥੀਏਟਰ ਨੂੰ, ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਤੇ ਰੇਡੀਓ ਪੰਜਾਬ ਉੱਥੇ ਚਲਾਉਂਦੇ ਨੇ। ਔਰ ਕਿਉਂਕਿ ਪੰਜਾਬੀ ਭਾਸ਼ਾ ਦੀ ਮੈਂ ਜਦੋਂ ਗੱਲ ਕਰਦਾ ਕਿ ਪੰਜਾਬੀ ਬੋਲਣ ਵਾਲੇ ਲੋਕ ਦੁਨੀਆ ਭਰ ਦੇ ਵਿੱਚ ਬੈਠੇ ਨੇ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ, ਪੰਜਾਬ ਦੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਨੇ ਉਹ ਦੁਨੀਆ ਭਰ 'ਚ ਬੈਠੇ ਨੇ ਤੇ ਦੁਨੀਆ ਭਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਵੀ ਕਰ ਰਹੇ ਨੇ। ਤੇ ਡਾਕਟਰ ਜਸਕਰਨ ਜੀ ਕੈਨੇਡਾ, ਬ੍ਰਿਟਿਸ਼ ਕੋਲੰਬੀਆ, ਸਰੀ ਵਿਖੇ ਰਹਿੰਦਿਆਂ ਹੋਇਆਂ ਇਸ ਖਿੱਤੇ ਦੇ ਨਾਲ ਤੇ ਇਸ ਕਿੱਤੇ ਦੇ ਨਾਲ ਵੀ ਦੋਨੋਂ ਤਰ੍ਹਾਂ ਜਿਹੜੇ ਨੇ ਉਹ ਜੁੜੇ ਹੋਏ ਨੇ। ਬਹੁਤ ਬਹੁਤ ਸਵਾਗਤ ਜੀ ਇੱਕ ਵਾਰ ਫਿਰ।
ਮੈਂ ਬੇਨਤੀ ਕਰਾਂਗਾ ਸਾਡੇ ਅੱਜ ਦੇ ਮਹਿਮਾਨ ਡਾਕਟਰ ਜਸਕਰਨ ਜੀ ਨੂੰ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਸਾਡੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝੀ ਕਰਨ। ਪਹਿਲਾਂ ਆਪਣੇ ਪਿਛੋਕੜ ਬਾਰੇ ਗੱਲਬਾਤ ਕਰਨ, ਫਿਰ ਆਪਣੇ ਅਧਿਆਪਨ ਖੇਤਰ ਤੇ ਫਿਰ ਇਸ ਨਾਟ ਖੇਤਰ ਨੂੰ ਵਿਸ਼ੇਸ਼ ਤੌਰ ਤੇ ਜੋ ਉਹਨਾਂ ਦੀ ਦੇਣ ਹੈ ਜਾਂ ਜਿਸ ਖੇਤਰ ਵਿੱਚ ਉਹ ਜਿਵੇਂ ਕੰਮ ਕਰ ਰਹੇ ਨੇ ਉਹਦੇ ਬਾਰੇ ਸਾਡੇ ਦਰਸ਼ਕਾਂ ਸਰੋਤਿਆਂ ਦੇ ਨਾਲ ਆਪਣੀ ਗੱਲਬਾਤ ਕਰਨ। ਡਾਕਟਰ ਜਸਕਰਨ ਜੀ। ਬਹੁਤ ਬਹੁਤ ਸ਼ੁਕਰੀਆ ਮਨ ਸਾਹਿਬ, ਤੁਸੀਂ ਦੱਸ ਹੀ ਦਿੱਤਾ। ਮੇਰੇ ਕੋਲ ਬਹੁਤਾ ਲੰਬਾ ਚੌੜਾ ਤਜਰਬਾ ਜਾਂ ਉਸ ਕਿਸਮ ਦਾ ਨਹੀਂ ਆ ਥੀਏਟਰ ਬਾਰੇ। ਮੁਕੰਦਪੁਰ ਕਾਲਜ ਦੇ ਵਿੱਚ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਜਿਹੜਾ ਕਾਲਜ ਦੇ ਕੈਂਪਸ ਦੇ ਵਿੱਚ ਸੀ, ਉਹਦੇ ਵਿੱਚ ਕਾਲਜ ਦੇ ਵਿੱਚ ਥੀਏਟਰ ਨਾਲ ਜੁੜੇ 10 ਸਾਲ ਉੱਥੇ ਘੱਟੋ ਘੱਟ ਥੀਏਟਰ ਜਿਹੜਾ ਕੀਤਾ। ਉਹਦੇ ਤੋਂ ਬਾਅਦ ਮੈਂ ਕੇਵਲ ਧਾਲੀਵਾਲ ਹੋਣਾ ਜੀ ਦੇ ਨਾਲ ਥੋੜਾ ਚਿਰ ਕੰਮ ਕੀਤਾ, ਲੰਬਾ ਸਮਾਂ ਕੰਮ ਕੀਤਾ, ਪਰ ਥੋੜਾ ਕੰਮ ਕੀਤਾ। ਉਹਨਾਂ ਦੇ ਨਾਲ ਵਰਕਸ਼ਾਪ ਲਾਈਆਂ, ਉਹਨਾਂ ਦੇ ਨਾਲ ਸਿੱਖਿਆ। ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਦੇ ਵਿੱਚ ਥੀਏਟਰ ਐਪਰੀਸੀਏਸ਼ਨ ਕੋਰਸ ਉਹ ਅਟੈਂਡ ਕੀਤਾ, ਜਿਹਦੇ ਵਿੱਚ ਉਸ ਵੇਲੇ ਪੂਰੇ ਇੰਡੀਆ ਦੇ ਵਿੱਚੋਂ 20-25 ਜਣੇ ਸਿਰਫ ਉਹਨਾਂ ਨੇ ਰੱਖੇ ਸੀਗੇ। MA ਮੇਰੀ ਜਿਹੜੀ ਉਹ ਪੰਜਾਬੀ ਦੇ ਵਿੱਚ ਆ। ਫਿਰ ਮੈਂ PhD ਕੀਤੀ ਆ ਨਾਟਕ ਦੇ ਵਿੱਚ, ਤੇ 2013 ਦੇ ਵਿੱਚ ਮੈਂ ਇੱਥੇ ਕੈਨੇਡਾ ਆ ਗਿਆ ਸੀ। ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਇੱਕ ਪ੍ਰੋਵਿੰਸ, ਉਹਦੇ ਵਿੱਚ ਸਰੀ ਸ਼ਹਿਰ ਆ ਜਿੱਥੇ ਬਹੁਤ ਸਾਰੀ ਪੰਜਾਬੀ ਵਸੋਂ, ਉੱਥੇ ਅਸੀਂ ਰਹਿੰਦੇ ਹਾਂ। ਇੱਥੇ ਵੱਖ-ਵੱਖ ਲੋਕਾਂ ਦੇ ਨਾਲ ਕੰਮ ਕੀਤਾ। ਪ੍ਰੋਗਰੈਸਿਵ ਆਰਟਸ ਕਲੱਬ ਇੱਥੇ ਹੈ, ਉਹਨਾਂ ਦੇ ਨਾਲ ਅਸੀਂ ਪਰਮਿੰਦਰ ਸਵੈਚ, ਸੰਤੋਖ ਸਿੰਘ ਢੇਸੀ, ਬਹੁਤ ਵੱਡਾ ਗਰੁੱਪ ਆ ਇੱਥੇ, ਉਹਨਾਂ ਦੇ ਨਾਲ ਥੀਏਟਰ ਕੀਤਾ। ਫਿਰ ਥੈਸਪਿਸ ਆਰਟਸ ਕਲੱਬ ਮੇਰਾ ਆਪਣਾ ਗਰੁੱਪ ਆ, ਉਹਦੇ ਨਾਲ ਥੋੜਾ ਬਹੁਤਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜਾ ਥੋੜਾ ਬਹੁਤਾ ਕੋਸ਼ਿਸ਼ ਕਰ ਰਹੇ ਆ ਜੁੜਨ ਦੀ, ਜਿੱਦਾਂ ਦੇ ਇੱਥੇ ਹਾਲਾਤ ਨੇ ਜਿੰਨਾ ਕੁ ਕਰ ਸਕਦੇ ਆ ਵੇਲ ਕੱਢ ਕੇ ਉਹਨਾਂ ਕੁ ਇਹਦੇ ਨਾਲ ਜੁੜੇ ਆ। ਜੀ ਮਨ ਸਾਹਿਬ ਜੀ। ਕੋਵਿਡ-19 ਦਾ ਦੌਰ ਚੱਲ ਰਿਹਾ ਹੈ, ਕੈਨੇਡਾ ਵਿੱਚ ਵੀ ਕੇਸਿਸ ਹੋਣਗੇ, ਔਰ ਇਹੋ ਜਿਹੇ ਹਾਲਾਤ ਦੇ ਵਿੱਚ ਪੰਜਾਬੀ ਨਾਟਕ ਦੇ ਬਾਰੇ ਜੇਕਰ ਉੱਥੇ ਕੋਈ ਥੀਏਟਰ, ਪੰਜਾਬੀ ਥੀਏਟਰ ਨਾਂ ਦਾ ਕੋਈ ਰੰਗਮੰਚ ਵੀ ਉੱਥੇ ਕੋਈ ਹੈ ਇਸ ਤਰ੍ਹਾਂ ਦਾ, ਜੇ ਇਹਦੇ ਬਾਰੇ ਗੱਲਬਾਤ ਕਰੀਏ ਤਾਂ ਜਿਹਦੇ ਨਾਲ ਤੁਸੀਂ ਜੁੜੇ ਹੋਵੋ, ਕੋਈ ਐਸਾ ਪਲੇਟਫਾਰਮ ਕੋਈ ਹੋਵੇ? ਹਾਂਜੀ ਬਿਲਕੁਲ ਜੀ, ਕੈਨੇਡਾ ਦੇ ਵਿੱਚ ਵੀ ਬਾਕੀ ਜਿਹੜੀ ਦੁਨੀਆ ਵਾਂਗੂ ਹੀ ਹਾਲਾਤ ਨੇ। ਟੋਰਾਂਟੋ ਸਾਈਡ ਬਹੁਤ ਸਾਰੇ ਲੋਕ ਨੇ ਜਿਹੜੇ ਕੈਨੇਡਾ ਦੇ ਦੂਜੇ ਪਾਸੇ ਜਿਹੜੇ ਉਹ ਇਹਦੇ ਨਾਲ ਜੁੜੇ ਨੇ, ਕੁਛ ਨਾ ਕੁਛ ਕਰ ਵੀ ਰਹੇ ਨੇ ਉੱਥੇ ਇਸ ਵੇਲੇ। ਇੱਥੇ ਸਰੀ ਦੇ ਵਿੱਚ ਵੀ ਗੁਰਦੀਪ ਆਰਟਸ ਅਕੈਡਮੀ ਆ, ਬੜੇ ਲੰਬੇ ਸਮੇਂ ਤੋਂ ਥੀਏਟਰ ਕਰਦੇ ਆ, ਪਰ ਕਿਉਂਕਿ ਇਸ ਵੇਲੇ ਸਾਰਾ ਕੁਛ ਬੰਦ ਆ, ਇਸ ਕਰਕੇ ਵਰਚੁਅਲ ਕਿਸਮ ਦਾ ਜਿਸ ਤਰ੍ਹਾਂ ਆਪਾਂ ਕਰ ਰਹੇ ਹਾਂ ਇਸ ਕਿਸਮ ਦੇ ਕੁਝ ਯਤਨ ਹੋ ਰਹੇ ਆ, ਪਰ ਓਦਾਂ ਥੀਏਟਰ ਜਿਹੜਾ ਉਹ ਕਿਤੇ ਵੀ ਨਹੀਂ ਹੋ ਰਿਹਾ। ਇੱਥੇ ਪੰਜਾਬੀ ਥੀਏਟਰ ਇੰਨਾ ਜ਼ਿਆਦਾ ਨਹੀਂ ਹੈ ਜਿੰਨਾ ਅੰਮ੍ਰਿਤਸਰ, ਚੰਡੀਗੜ੍ਹ ਜਾਂ ਪੰਜਾਬ ਦੇ ਵਿੱਚ ਆ। ਇਹਦਾ ਰੂਪ ਥੋੜਾ ਜਿਹਾ ਵੱਖਰਾ ਆ। ਉਹਦੇ ਹਿਸਾਬ ਨਾਲ ਇੱਥੇ ਕਾਫੀ ਜਿਹੜੇ ਯਤਨ ਹੋ ਰਹੇ ਜੀ। ਕੀ ਤੁਹਾਨੂੰ ਲੱਗਦਾ ਕਿ ਕੈਨੇਡਾ ਦਾ ਥੀਏਟਰ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਫੁੱਲਤ ਹੋਏਗਾ, ਔਰ ਉੱਥੇ ਜਿਵੇਂ ਪੰਜਾਬੀ ਸਾਹਿਤ ਲਿਖਣ ਵਾਲੇ ਲੋਕ ਨੇ, ਕਵਿਤਾ ਲਿਖਣ ਵਾਲੇ ਲੋਕ ਨੇ, ਪ੍ਰਵਾਸੀ, ਜਿਵੇਂ ਸਾਡੇ ਇੱਥੇ ਤੁਸੀਂ ਵੀ ਗਏ ਹੋ? ਕਿਉਂਕਿ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਮੈਂ ਆਪਣੇ ਸੰਸਥਾ ਵਿੱਚ ਜਿੱਥੇ ਮੈਂ ਅਧਿਆਪਨ ਕਾਰਜ ਕਰਦਾ ਕਿ ਪ੍ਰਵਾਸੀ ਖੋਜ ਕੇਂਦਰ ਹੈ, ਔਰ ਮੈਂ ਉਹਦਾ ਕੋਆਰਡੀਨੇਟਰ ਵੀ ਹਾਂ, ਤੇ ਮੇਰਾ ਜਿਹੜਾ ਉਹ ਰਾਬਤਾ ਪ੍ਰਵਾਸੀ ਸਾਹਿਤਕਾਰਾਂ ਦੇ ਨਾਲ ਜਿਹੜਾ ਉਹ ਰਹਿੰਦਾ। ਤੇ ਤੁਹਾਡੇ ਨਾਲ ਵੀ ਗੱਲਬਾਤ 1-2 ਵਾਰ ਪਹਿਲਾਂ ਮੇਰੀ ਹੋਈ ਸੀ, ਤੇ ਮੈਨੂੰ ਲੱਗਦਾ ਕਿ ਥੀਏਟਰ ਦਾ ਭਵਿੱਖ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਪੰਜਾਬ ਦੇ ਵਰਗਾ ਜਾਂ ਪੱਛਮੀ ਪੰਜਾਬ ਦੇ ਵਰਗਾ ਫਿਊਚਰ ਦੇ ਵਿੱਚ ਹੋ ਸਕਦਾ? ਬਿਲਕੁਲ ਜੀ, ਇਹ ਥੋੜਾ ਜਿਹਾ ਮਨ ਸਾਹਿਬ ਵੱਖਰਾ ਆ ਇੱਥੇ ਦਾ ਥੀਏਟਰ। ਇਹਨੂੰ ਮੰਨ ਲਓ, ਇਹਨੂੰ ਜੇ ਸਮਝਣਾ ਹੋਵੇ ਇੱਥੇ ਦਾ ਥੀਏਟਰ ਨੂੰ, ਜਿਹੜਾ ਇਹਦੀ ਕੀ ਕਿਸਮ ਆ ਜਾਂ ਕਿਸ ਕਿਸਮ ਦਾ, ਤੁਸੀਂ ਇਹਨਾਂ ਮੰਨ ਕੇ ਚੱਲੋ ਵੀ ਜੇ ਜਲੰਧਰ ਇਸ ਵੇਲੇ ਤੁਸੀਂ ਬੈਠੇ ਹੋ, ਮੰਨ ਲਓ ਇੱਥੇ ਫੈਕਟਰੀ ਲੱਗੀ ਆ ਇੱਕ, ਜਿਹਦੇ ਵਿੱਚ ਕਿਸੇ ਨੂੰ ਵੀ ਕੰਮ ਕਰਨ ਦਾ 2000 ਰੁਪਈਆ 1 ਘੰਟੇ ਦਾ ਮਿਲਦਾ। ਮੰਨ ਲਓ ਇੱਕ ਫੈਕਟਰੀ BMC ਚੌਂਕ ਲੱਗੀ ਹੈ, ਕਰਾਮਾ ਮੰਡੀ ਵਾਲੇ ਪਾਸੇ ਲੱਗੀ ਹੈ, ਪਠਾਨਕੋਟ ਲੱਗੀ ਹੈ, ਫੈਕਟਰੀਆਂ ਜਿੱਥੇ 2-2000 ਰੁਪਈਆ 1 ਘੰਟਾ ਕੰਮ ਕਰਨ ਦਾ ਮਿਲਦਾ ਹੋਵੇ। ਹੁਣ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ ਕਿੰਨੇ ਜਣੇ ਥੀਏਟਰ ਕਰਨਗੇ, ਕਿੰਨੇ ਜਣੇ ਦੇਸ਼ ਭਗਤ ਹਾਲ ਜਲੰਧਰ ਦੇ ਵਿੱਚ ਬੈਠ ਕੇ ਬਿੱਲੇ ਦੀ ਚਾਹ ਪੀਣਗੇ, ਗੱਲਾਂ ਕਰਨਗੇ। ਹਰ ਇੱਕ ਬੰਦੇ ਦੀ ਕੋਸ਼ਿਸ਼ ਹੋਊਗੀ ਵੀ ਮੈਂ 8-10 ਘੰਟੇ ਲਾ ਕੇ 20,000 ਰੁਪਈਆ ਲੈ ਆਵਾਂ, 20 ਦਾ 40 ਕਰ ਲਵਾਂ, 40 ਦੀ ਫਿਰ ਮੈਂ ਇੱਕ ਕਾਰ ਲੈ ਲਵਾਂ, ਫਿਰ ਮੈਂ ਇੱਕ ਘਰ ਲਾਉਣ ਲਈ LED ਲੈ ਲਵਾਂ, ਫਿਰ ਮੈਂ ਥੋੜਾ ਜਿਹਾ ਘਰ ਵੱਡਾ ਪਾ ਲਵਾਂ। ਤੇ ਉਹ ਸੌਂਗਾ ਵੀ ਘੱਟ, ਉਹ ਕੋਸ਼ਿਸ਼ ਇਹ ਕਰੂਗਾ ਵੀ ਜਿਹੜਾ 1 ਘੰਟੇ ਦਾ 2000 ਰੁਪਈਆ ਮਿਲਦਾ, ਮੈਂ ਆਪਣੇ ਬਾਪੂ ਨੂੰ ਵੀ ਉੱਥੇ ਭੇਜ ਦੇਵਾਂ, ਬੇਬੇ ਵੀ ਉੱਥੇ ਚਲੇ ਜਾਵੇ, 2 ਦਾ 4 ਬਣ ਜਾਵੇ, 8 ਬਣ ਜਾਵੇ। ਇਹੋ ਜਿਹੇ ਹਾਲਾਤ ਵਿੱਚ ਫਿਰ ਸ਼ਾਇਦ ਤੁਸੀਂ ਵੀ ਇਸ ਤਰ੍ਹਾਂ ਵਰਚੁਅਲ ਰੰਗਮੰਚ ਜਾਂ ਇਸ ਪਲੇਟਫਾਰਮ ਤੇ ਗੱਲ ਕਰਨ ਦੀ ਬਜਾਏ ਤੁਹਾਡੀ ਕੋਸ਼ਿਸ਼ ਹੋਊਗੀ ਵੀ ਮੈਂ 2000 ਰੁਪਈਆ ਉੱਥੋਂ ਲੈ ਆਵਾਂ, ਨਹੀਂ ਤਾਂ ਮੇਰਾ ਉਹ ਮਰ ਜਾਣਾ।
ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਇੱਥੇ ਜਿਹੜਾ ਥੀਏਟਰ ਆ ਇਹਨੂੰ ਇਦਾਂ ਮੈਨੂੰ ਲੱਗਦਾ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ। ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਮਝ ਗਿਆ, ਕਿਉਂਕਿ ਜਦੋਂ ਪੰਜਾਬ ਦੀ ਧਰਤੀ ਛੱਡ ਕੇ ਜਹਾਜ਼ ਰਾਹੀਂ ਕੈਨੇਡਾ ਦੀ ਧਰਤੀ ਤੇ ਜਾ ਕੇ ਉਤਰਦੇ ਆ ਤੇ ਫਿਰ ਜਿਹੜੇ ਸੁਪਨੇ ਪਰੋ ਕੇ ਅੱਖਾਂ ਦੇ ਵਿੱਚ ਸੀਨੇ ਵਿੱਚ ਕੁਝ ਸੁਪਨੇ ਲੈ ਕੇ ਜਦੋਂ ਕੈਨੇਡਾ ਦੀ ਧਰਤੀ ਤੇ ਵਿਅਕਤੀ ਜਾਂਦਾ ਤੇ ਉਹ ਫਿਰ ਚੰਗੇ ਵਸੀਲਿਆਂ ਦੀ ਭਾਲ 'ਚ ਜਾਂਦਾ, ਚੰਗੇ ਭਵਿੱਖ ਦੀ ਭਾਲ ਦੇ ਵਿੱਚ ਜਾਂਦਾ ਤੇ ਫਿਰ ਉਹ ਚੰਗੇ ਭਵਿੱਖ ਨੂੰ ਬਣਾਉਣ ਦੇ ਵਾਸਤੇ ਫਿਰ ਡਾਲਰਾਂ ਦਾ ਮੋਹ ਜਿਹੜਾ ਜਦੋਂ ਵੱਧ ਜਾਂਦਾ ਤੇ ਫਿਰ ਥੀਏਟਰ ਤੇ ਜਿਹੜੀਆਂ ਆਰਟ ਜਾਂ ਇਹ ਕਲਾਵਾਂ ਜਿਹੜੀਆਂ ਨੇ ਉਹ ਥੋੜਾ ਕਿਤੇ ਨਾ ਕਿਤੇ ਜਿਹੜੇ ਨੇ ਉਹ ਸੁਪਨੇ ਜਿਹੜੇ ਨੇ ਉਹ ਦੱਬੇ ਰਹਿ ਸਕਦੇ ਨੇ ਉਹਨਾਂ ਕਲਾਕਾਰਾਂ ਦੇ। ਪਰ ਤੁਹਾਨੂੰ ਅਸੀਂ ਸਲਾਮ ਕਰਦੇ ਹਾਂ ਕਿ ਤੁਸੀਂ ਕੈਨੇਡਾ ਦੀ ਧਰਤੀ ਤੇ ਜਾ ਕੇ ਵੀ ਥੀਏਟਰ ਨੂੰ ਜਿਉਂਦਾ ਰੱਖਿਆ। ਪੰਜਾਬ ਰੇਡੀਓ ਦੇ ਰਾਹੀਂ ਤੁਸੀਂ ਲੋਕਾਂ ਨੂੰ ਪੰਜਾਬੀ ਭਾਸ਼ਾ, ਪੰਜਾਬੀ ਕਲਚਰ ਤੇ ਪੰਜਾਬੀ ਸਾਹਿਤ ਦੇ ਨਾਲ ਜੋੜ ਕੇ ਰੱਖਦੇ ਹੋ ਤੇ ਕਿਸੇ ਨਾ ਕਿਸੇ ਨਵੇਂ ਮੁੱਦੇ ਦੇ ਉੱਤੇ ਵਿਚਾਰ ਚਰਚਾ ਜਿਹੜੀ ਆ, ਗੱਲਬਾਤ ਜਿਹੜੀ ਆ ਉਹ ਛੇੜਦੇ ਰਹਿੰਦੇ ਹੋ ਔਰ ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਹੋ। ਜਸਕਰਨ ਜੀ, ਗੱਲਾਂ ਬਾਤਾਂ ਆਪਣੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਹੁਣ ਅਸੀਂ ਜੋ ਸਾਡੇ ਇਸ ਪ੍ਰੋਗਰਾਮ ਦਾ ਅਗਲਾ ਸੈਗਮੈਂਟ ਹੈ ਪੇਸ਼ੇ ਨਜ਼ਰ, ਜਿਹਦੇ ਵਿੱਚ ਇੱਕ ਨਾਟਕ ਹੈ ਉਹ ਤੁਹਾਡਾ ਤੁਸੀਂ ਪੇਸ਼ ਕੀਤਾ ਹੈ। ਪੰਜਾਬੀ ਸੂਟ ਕਹਾਣੀ ਤੇ ਹੈ, ਹਰਪ੍ਰੀਤ ਸੇਖਾ ਦਾ ਸ਼ਾਇਦ ਨਾਟਕ ਹੈ ਦੀ ਕਹਾਣੀ ਹੈ, ਉਹਨੂੰ ਪੇਸ਼ੇ ਨਜ਼ਰ ਦੇ ਰਾਹੀਂ ਅਸੀਂ ਪੇਸ਼ ਕਰਨਾ। ਤੋ ਗੱਲਬਾਤ ਆਪਾਂ ਫਿਰ ਕਰਾਂਗੇ ਜੀ, ਦੇਖੀਏ ਫਿਰ ਆਪਾਂ ਉਹ ਪੇਸ਼ ਕਰੀ ਜੀ। ਜੀ ਵੈਨਕੂਵਰ ਇਲਾਕੇ ਵਿੱਚ ਝੱਖੜ ਝੁੱਲਿਆ ਸੀ। ਪਹਿਲਾਂ ਕਈ ਵਾਰ ਇਸ ਨਾਲੋਂ ਵੀ ਵੱਧ ਹਵਾਵਾਂ ਵਗੀਆਂ ਪਰ ਉਹਨਾਂ ਨੇ ਕਦੇ ਇੰਨਾ ਨੁਕਸਾਨ ਨਹੀਂ ਸੀ ਕੀਤਾ। ਐਤਕੀ ਕਈ ਮਹੀਨੇ ਮੀਂਹ ਨਹੀਂ ਸੀ ਪਏ। ਮਾਹਰ ਕਹਿੰਦੇ ਸਨ ਕਿ ਦਰਖਤਾਂ ਦੀਆਂ ਟਾਹਣੀਆਂ ਵਿੱਚ ਨਮੀ ਘਟ ਗਈ ਸੀ, ਇਸ ਕਰਕੇ ਹਵਾਵਾਂ ਦੀ ਮਾਰ ਨਹੀਂ ਚੱਲ ਸਕੀਆਂ। ਬਹੁਤ ਸਾਰੀਆਂ ਟਾਹਣੀਆਂ ਰੁੱਖਾਂ ਨਾਲੋਂ ਟੁੱਟ ਗਈਆਂ ਸਨ, ਕੁਝ ਬਿਜਲੀ ਦੀਆਂ ਤਾਰਾਂ ਤੇ ਡਿੱਗ ਪਈਆਂ, ਬਿਜਲੀ ਗੁੱਲ ਹੋ ਗਈ ਸੀ। ਇੰਨੇ ਸਮੇਂ ਲਈ ਵੈਨਕੂਵਰ ਵਿੱਚ ਕਦੇ ਵੀ ਬਿਜਲੀ ਨਹੀਂ ਗਈ। ਕੱਲ੍ਹ ਦੀ ਬਿਜਲੀ ਗੁੱਲ ਸੀ। ਜਿਵੇਂ ਖਬਰਾਂ ਵਿੱਚ ਹੁੰਦਾ ਨਾ ਕਿ ਜਨਜੀਵਨ ਅਸਤ ਵਿਅਸਤ ਹੋ ਗਿਆ। ਸੌਣ ਤੱਕ ਆਪਣੇ ਆਪ ਨੂੰ ਕਾਸੇ ਵਿੱਚ ਵੀ ਡੁਬੋਣ ਦਾ ਕੋਈ ਸਾਧਨ ਨਹੀਂ ਸੀ ਬਚਿਆ। ਫੋਨ ਦੀ ਬੈਟਰੀ ਨੂੰ ਮੈਂ ਬਚਾ ਲਿਆ ਸੀ। ਫੋਨ ਦੇ ਸਿਰ ਤੇ ਮੇਰਾ ਸਾਰਾ ਕੰਮ ਕਾਰ ਚੱਲਦਾ। ਹਾਂ, ਲੈਪਟਾਪ ਦੀ ਬੈਟਰੀ ਖਰਚੀ ਗਈ ਸੀ। ਮੈਂ ਆਮ ਵਾਂਗ ਪੰਜਾਬੀ ਸੂਟਾਂ ਦੇ ਡਿਜ਼ਾਈਨ ਦੇਖਦੀ ਰਹੀ। ਜਿਹੜੇ ਮਨ ਨੂੰ ਭਾਗ ਹੈ ਉਹਨਾਂ ਨੂੰ ਲੈਪਟਾਪ ਵਿੱਚ ਸੇਵ ਕਰ ਲਿਆ ਤੇ ਮੁੜ ਮੁੜ ਕੇ ਉਹਨਾਂ ਨੂੰ ਦੇਖਦੀ ਰਹੀ। ਸਾਰੀ ਦਿਹਾੜੀ ਵਿੱਚ ਇੱਕ ਵਾਰੀ ਵੀ ਫੋਨ ਨਹੀਂ ਸੀ ਖੜਕਿਆ ਤੇ ਫਿਰ ਕਿਸੇ ਦਾ ਫੋਨ ਆਇਆ ਸੀ। ਉਹਨੇ ਕੋਈ ਬਹੁਤੀ ਪੁੱਛਗਿੱਛ ਨਹੀਂ ਕੀਤੀ। ਵੈਸੇ ਵੀ ਪੁੱਛ ਪੜਤਾਲ ਕਰ ਲਈ ਹੁੰਦਾ ਵੀ ਕੀ ਹੈ, ਸਾਰਾ ਕੁਝ ਤਾਂ ਇਸ਼ਤਿਹਾਰ ਦੇ ਵਿੱਚ ਲਿਖਿਆ ਹੁੰਦਾ। ਪਰ ਇਹ ਗੱਲ ਵੱਖਰੀ ਹੈ ਕਿ ਬਹੁਤਾ ਕੁਝ ਵਧਾ ਘਟਾ ਕੇ ਦੱਸਿਆ ਗਿਆ ਹੁੰਦਾ ਤੇ ਦੱਸਣ ਵੇਲੇ ਵੀ ਉਹੀ ਇਸ਼ਤਿਹਾਰ ਵਾਲਾ ਰਟਾਇਆ ਮੈਂ ਦੱਸ ਦਿੰਦੀ ਹਾਂ। ਮੈਂ ਆਪਣੀ ਉਮਰ 23 ਦੀ ਥਾਂ 19 ਸਾਲ ਦੱਸਦੀ ਹਾਂ। ਕਿਸੇ ਨੇ ਕਢਾ ਕੇ ਉਮਰ ਚੈੱਕ ਕਰਨ ਲਈ ਡਰਾਈਵਿੰਗ ਲਾਇਸੈਂਸ ਦੇਖਣਾ ਹੁੰਦਾ। ਭਾਰ ਮੈਂ 125 ਪਾਉਂਡ ਦੀ ਥਾਂ 115 ਪਾਉਂਡ ਦੱਸਦੀ ਹਾਂ। ਕੱਦ 6 ਫੁੱਟ ਕੱਦ 5 ਫੁੱਟ 6 ਇੰਚ ਦੀ ਥਾਂ 5 ਫੁੱਟ 9 ਇੰਚ ਦੱਸਦੀ ਹਾਂ। ਇੱਦਾਂ ਹੀ ਬਾਕੀ ਕਮਰ ਵਗੈਰਾ ਦਾ ਸਾਈਜ਼। ਅਗਲੇ ਕੋਲ ਕਿਹੜਾ ਇੰਚੀ ਟੇਪ ਹੁੰਦਾ ਵੀ ਉਹਨੇ ਮਿਲਣਾ ਹੁੰਦਾ। ਵੈਸੇ ਵੀ ਮੇਰਾ ਤਜਰਬਾ ਕਿ ਜਿਸ ਕਿਸੇ ਨੇ ਆਉਣਾ ਹੁੰਦਾ ਉਹ ਬਹੁਤੇ ਸਵਾਲ ਨਹੀਂ ਪੁੱਛਦਾ ਤੇ ਜਿਹੜੇ ਜ਼ਿਆਦਾ ਸਵਾਲ ਪੁੱਛਦੇ ਨੇ ਉਹਨਾਂ ਨੇ ਆਉਣਾ ਹੀ ਨਹੀਂ ਹੁੰਦਾ, ਸਿਰਫ ਠਰਕ ਭੋਰਨਾ ਹੁੰਦਾ। ਜਿਹਨੇ ਫੋਨ ਕੀਤਾ ਸੀ ਉਹ ਆ ਗਿਆ ਸੀ। ਉਹ ਨੇੜੇ ਆ ਕੇ ਪੂਰਾ ਪਤਾ ਪੁੱਛਿਆ। ਮੈਂ ਕਦੇ ਵੀ ਆਪਣੇ ਘਰ ਦਾ ਐਡਰੈਸ ਪਹਿਲਾਂ ਨਹੀਂ ਦੱਸਦੀ। ਇਹ ਦੇਖਣਾ ਹੁੰਦਾ ਕਿ ਅਗਲਾ ਆ ਵੀ ਰਿਹਾ ਜਾਂ ਟਾਈਮ ਪਾਸ ਕਰ ਰਿਹਾ। ਆਖ ਦਿੰਦੀ ਹਾਂ ਕਿ ਕਿੰਗ ਜਾਰਜ ਬੁਲੇਵਰਡ ਤੇ 108 ਐਵੀਨਿਊ ਦੇ ਨੇੜੇ ਆ ਕੇ ਪਹੁੰਚ ਕੇ ਫੋਨ ਕਰ ਲਈ, ਉੱਥੇ ਆ ਕੇ ਪੂਰਾ ਪਤਾ ਦੱਸ ਦਿਆਂਗੀ। ਕਈ ਆਖ ਦਿੰਦੇ ਆ ਕਿ ਉਹਨਾਂ ਕੋਲ ਸੈੱਲ ਫੋਨ ਨਹੀਂ ਹੈ, ਹੁਣੇ ਹੀ ਦੱਸ। ਉਹਨਾਂ ਨੂੰ ਮੈਂ ਆਖ ਦਿੰਦੀ ਹਾਂ ਕਿ ਸਕਾਈ ਟ੍ਰੇਨ ਸਟੇਸ਼ਨ ਦੇ ਕੋਲ ਫੋਨ ਬੂਥ ਹੈ, ਉੱਥੋਂ ਫੋਨ ਕਰ ਲਵੇਂ। ਮੈਨੂੰ ਉਸ ਫੋਨ ਦਾ, ਉਸ ਬੂਥ ਦਾ ਫੋਨ ਨੰਬਰ ਪਤਾ ਹੈ। ਮੈਨੂੰ ਪਤਾ ਲੱਗ ਜਾਂਦਾ ਕਿ ਜਦੋਂ ਉੱਥੋਂ ਕਿਸੇ ਨੇ ਆ ਕੇ ਫੋਨ ਕੀਤਾ ਹੋਵੇ। ਪਰ ਕੱਲ੍ਹ ਵਾਲੇ ਨੂੰ ਇਹੋ ਜਿਹਾ ਕੁਝ ਵੀ ਦੱਸਣ ਦੀ ਲੋੜ ਨਹੀਂ ਪਈ। ਉਹ ਸਿੱਧਾ ਉੱਥੇ ਪਹੁੰਚ ਗਿਆ, ਆ ਕੇ ਉਹਨੇ ਮੈਨੂੰ ਫੋਨ ਕੀਤਾ। ਮੈਂ ਉਹਨੂੰ ਆਪਣਾ ਪੂਰਾ ਪਤਾ ਦੱਸ ਦਿੱਤਾ। 5 ਮਿੰਟ ਬਾਅਦ ਉਹਦਾ ਫੇਰ ਫੋਨ ਆ ਗਿਆ। ਉਹ ਗੁੱਸੇ ਵਿੱਚ ਗਰਜਿਆ, "You bloody bitch! You think I will come to you by stairs on 10th floor?"
ਇਹ ਗੱਲ ਮੇਰੇ ਦਿਮਾਗ ਵਿੱਚ ਹੀ ਨਹੀਂ ਆਈ ਕਿ ਐਲੀਵੇਟਰ ਬਿਜਲੀ ਜਾਣ ਕਰਕੇ ਬੰਦ ਹੋ ਗਿਆ ਸੀ। ਉਸ ਵੇਲੇ ਤੱਕ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਸੀ। ਬਾਅਦ ਵਿੱਚ ਰਾਤ ਨੂੰ ਜਦੋਂ ਮੈਂ ਗਰਾਜ ਵਿੱਚ ਫੋਨ ਦੀ ਬੈਟਰੀ ਚਾਰਜ ਕਰਨ ਲਈ ਆਪਣੀ ਕਾਰ ਤੱਕ ਗਈ ਤਾਂ ਉਸ ਵੇਲੇ ਤੱਕ ਐਲੀਵੇਟਰ ਜਨਰੇਟਰ ਦੀ ਮਦਦ ਨਾਲ ਜੂੰ ਦੀ ਚਾਲੇ ਚੱਲ ਰਿਹਾ ਸੀ। ਉਸ ਵਿੱਚ ਸਵਾਰ ਹੋਣ ਲਈ ਮੈਨੂੰ ਲੰਬੀ ਉਡੀਕ ਕਰਨੀ ਪਈ। ਇੱਕ ਵਾਰ ਤਾਂ ਲੱਗਿਆ ਕਿ ਪੌੜੀਆਂ ਚੜ੍ਹ ਜਾਵਾਂ, ਪਰ ਹੌਸਲਾ ਨਹੀਂ ਪਿਆ। ਉਸ ਵੇਲੇ ਮੈਨੂੰ ਫੋਨ ਤੇ ਗਾਲਾਂ ਕੱਢਣ ਵਾਲੇ ਦਾ ਚੇਤਾ ਆਇਆ। ਸੋਚਿਆ ਸੀ ਕਿ ਉਹ ਠੀਕ ਹੀ ਆਖ ਰਿਹਾ ਸੀ। ਵੈਸੇ ਵੀ ਇਸ ਤਰ੍ਹਾਂ ਦੀਆਂ ਗਾਲਾਂ ਦੀ ਮੈਂ ਆਦੀ ਹੋ ਗਈ ਹਾਂ, ਜਾਂ ਕਹੋ ਢੀਠ ਹੋ ਗਈ ਹਾਂ। ਮੇਰੇ ਤੇ ਅਸਰ ਨਹੀਂ ਹੁੰਦਾ। ਉਹ ਵੈਲ ਆਖ ਕੇ ਮੋਢੇ ਝਟਕ ਛੱਡਦੀ ਹਾਂ, ਪਰ ਨਹੀਂ, ਇਹ ਢੀਠ ਵਾਲੀ ਗੱਲ ਪੂਰੀ ਤਰ੍ਹਾਂ ਠੀਕ ਨਹੀਂ। ਕਈ ਵਾਰ ਕਈ ਗੱਲਾਂ ਦਿਮਾਗ ਵਿੱਚ ਆ ਜਾਂਦੀਆਂ ਨੇ ਤੇ ਜਿਉਣਾ ਦੁੱਭਰ ਹੋ ਜਾਂਦਾ। ਫਿਰ ਸੋਚਦੀ ਹਾਂ ਕਿ ਜੇ ਪੂਰੀ ਤਰ੍ਹਾਂ ਢੀਠ ਹੀ ਹੋ ਜਾਵਾਂ ਤਾਂ ਉਹੀ ਚੰਗਾ। ਇੱਕ ਬਿੱਲਾ ਨਾਗਾ ਹਰ ਰੋਜ਼ ਨੇਮ ਨਾਲ ਮੈਨੂੰ ਗਾਲਾਂ ਕੱਢਣ ਲਈ ਫੋਨ ਕਰਦਾ। ਮੈਂ ਉਹਦਾ ਫੋਨ ਨਹੀਂ ਚੁੱਕਦੀ। ਉਹ ਆਪਣਾ ਨੰਬਰ ਛੁਪਾ ਕੇ ਫੋਨ ਕਰਦਾ। ਛੁਪੇ ਨੰਬਰ ਵਾਲੇ ਦਾ ਮੈਂ ਕਿਸੇ ਦਾ ਵੀ ਫੋਨ ਨਹੀਂ ਚੱਕਦੀ। ਉਹ ਫੋਨ ਮੇਰੀ ਵੌਇਸਮੇਲ 'ਚ ਚਲਿਆ ਜਾਂਦਾ ਤੇ ਉਹ ਆਪਣਾ ਫਰਜ਼ ਪੂਰਾ ਕਰ ਲੈਂਦਾ ਤੇ ਮੈਂ ਆਪਣਾ। ਉਹ ਗਾਲਾਂ ਨਾਲ ਭਰ ਦਿੰਦਾ, ਮੈਂ ਬਿਨਾਂ ਸੁਣੇ ਉਹਨਾਂ ਨੂੰ ਡਿਲੀਟ ਕਰ ਦਿੰਦੀ ਹਾਂ। ਅਜੇ ਕੁਝ ਦਿਨ ਪਹਿਲਾਂ ਮੈਂ ਆਪਣੇ ਇਸ਼ਤਿਹਾਰ ਐਡਵਰਟਾਈਜ਼ਮੈਂਟ ਵਿੱਚ ਇੱਕ ਲਾਈਨ ਦਾ ਵਾਅਦਾ ਕਰ ਦਿੱਤਾ ਸੀ। ਆਪਣੇ ਇਸ਼ਤਿਹਾਰ ਵਿੱਚ ਲਾਈਨ ਦਾ ਵਾਅਦਾ ਕਰਨ ਦਾ ਫੈਸਲਾ ਮੈਂ ਕੋਈ ਇੱਕਦਮ ਨਹੀਂ ਲਿਆ। ਕਈ ਵਾਰ ਇਹਦੇ ਬਾਰੇ ਸੋਚਿਆ ਸੀ ਤੇ ਫਿਰ ਆਪਣਾ ਵਿਚਾਰ ਬਦਲ ਦਿੰਦੀ ਰਹੀ। ਪਰ ਇੱਕ ਦਿਨ ਇਹ ਫੈਸਲਾ ਕਰਨਾ ਪੈ ਗਿਆ। ਇਸ ਨਾਲ ਮੇਰੇ ਕਾਰੋਬਾਰ ਤੇ ਬਹੁਤ ਅਸਰ ਪਿਆ। ਹੁਣ ਹੋਰ 6 ਮਹੀਨੇ ਕੰਮ ਕਰਨਾ ਪੈਣਾ, ਪਰ ਉਸ ਦਿਨ ਤੋਂ ਕਿਸੇ ਨੇ ਜ਼ਖਮ ਨਹੀਂ ਉਚੇੜੇ। ਇਸ ਗੱਲ ਨੂੰ ਹਾਲੇ 2 ਹਫ਼ਤੇ ਹੋਏ ਸਨ ਜਦੋਂ ਮੈਂ ਆਪਣੇ ਇਸ਼ਤਿਹਾਰ ਵਿੱਚ ਇੱਕ ਲਾਈਨ ਜੋੜ ਦਿੱਤੀ ਸੀ, ਨੋ ਇੰਡੋ ਕੈਨੇਡੀਅਨ ਮੈਨ ਪਲੀਜ਼। ਤੇ ਇਸ ਗਾਲਾਂ ਕੱਢਣ ਵਾਲੇ ਦਾ ਅਗਲੇ ਦਿਨ ਫੇਰ ਫੋਨ ਆਇਆ। ਉਹਨੇ ਛਪਾਏ ਨੰਬਰ ਨਾਲ 2-3 ਮਿੰਟ ਦੀ ਵਿੱਥ ਨਾਲ ਕਈ ਫੋਨ ਕੀਤੇ, ਪਰ ਮੈਂ ਜਵਾਬ ਨਾ ਦਿੱਤਾ। ਫਿਰ 10 ਮਿੰਟ ਬਾਅਦ ਸਰੀ ਮੈਮੋਰੀਅਲ ਹਸਪੀਟਲ ਵਿੱਚ ਕਿਸੇ ਦਾ ਫੋਨ ਆਇਆ। ਮੇਰੇ ਅੰਦਰੋਂ ਆਵਾਜ਼ ਆਈ ਕਿ ਇਹ ਉਹੀ ਹੈ ਜਿਹੜਾ ਛਪਾਏ ਨੰਬਰ ਨਾਲ ਫੋਨ ਕਰਦਾ ਹੈ। ਕੋਈ ਹੋਰ ਵੀ ਹੋ ਸਕਦਾ ਸੀ। ਮੇਰੇ ਲਈ ਅਜਿਹੀ ਕੋਈ ਸਮੱਸਿਆ ਨਹੀਂ ਸੀ। ਮੇਰੇ ਕੋਲ ਪਹਿਲੀ ਵਾਰ ਆਉਣ ਵਾਲੇ ਵੀ ਡਰ ਕਾਰਨ ਆਪਣਾ ਨੰਬਰ ਨਹੀਂ ਦਿਖਾਉਣਾ ਚਾਹੁੰਦੇ। ਇਹੋ ਜਿਹੇ ਬੰਦੇ ਨਰਵਸ ਹੋਏ ਹੁੰਦੇ ਨੇ ਤੇ ਛੇਤੀ ਵਾਪਸ ਮੁੜ ਜਾਂਦੇ ਆ। ਖੈਰ, ਮੈਂ ਫੋਨ ਦਾ ਜਵਾਬ ਦਿੱਤਾ। ਬਹੁਤ ਹੀ ਮਿੱਠੀ ਜਿਹੀ ਆਵਾਜ਼ ਵਿੱਚ ਕਿਸੇ ਨੇ ਪੁੱਛਿਆ, ਹਾਊ ਆਰ ਯੂ? ਆਪਣੀ ਆਵਾਜ਼ ਨੂੰ ਮੁਲਾਇਮ ਕਰਕੇ ਮੈਂ ਉਨੇ ਹੀ ਪਿਆਰ ਨਾਲ ਉਸ ਦਾ ਜਵਾਬ ਦਿੱਤਾ। ਹੁਣ ਤਾਂ ਇੱਕ ਆਦਤ ਜੀ ਬਣ ਗਈ ਸੀ ਕਿ ਫੋਨ ਦਾ ਜਵਾਬ ਦੇਣ ਮੌਕੇ ਇੱਕ ਮੁਲੰਮਾ ਆਵਾਜ਼ ਦੇ ਉੱਤੇ ਆਪਣੇ ਆਪ ਹੀ ਆ ਜਾਂਦਾ ਸੀ। ਪਹਿਲਾਂ ਇਹਦੇ ਲਈ ਕੋਸ਼ਿਸ਼ ਕਰਨੀ ਪੈਂਦੀ ਸੀ। ਉਹ ਫਿਰ ਬੋਲਿਆ, ਆਰ ਯੂ ਅਵੇਲੇਬਲ ਟੂਡੇ? Of course, honey. Are you firm? I mean, with your price? You won't regret, dear. I'm Indo-Canadian. I'm too big for you to handle. ਉਸ ਦੀ ਆਵਾਜ਼ ਬਦਲ ਗਈ ਤੇ ਮੈਨੂੰ ਪੱਕਾ ਪਤਾ ਲੱਗ ਗਿਆ ਕਿ ਉਹੀ ਹੈ ਜਿਹੜਾ ਕੁਝ ਮਿੰਟ ਪਹਿਲਾਂ ਨੰਬਰ ਛਪਾ ਕੇ ਫੋਨ ਕਰਦਾ ਸੀ। ਮੇਰੀ ਆਵਾਜ਼ ਦਾ ਮੁਲੰਮਾ ਵੀ ਝਟ ਲੈ ਗਿਆ ਤੇ ਮੈਂ ਕਿਹਾ, ask your mom. You will get better answer. ਮੈਂ ਫੋਨ ਬੰਦ ਕਰ ਦਿੱਤਾ। ਹੋਰਾਂ ਨੂੰ ਤੰਗ ਕਰਕੇ ਪਤਾ ਨਹੀਂ ਕੀ ਮਿਲਦਾ ਇਹੋ ਜਿਹੇ ਲੋਕਾਂ ਨੂੰ। ਉਸ ਦਿਨ ਕਈ ਵਾਰ ਉਹਦਾ ਫੋਨ ਆਇਆ। ਹਾਰ ਕੇ ਮੈਂ ਫੋਨ ਬੰਦ ਕਰ ਦਿੱਤਾ। ਮੇਰੀ ਦਿਹਾੜੀ ਮਰ ਗਈ। ਅਗਲੇ ਦਿਨ ਮੇਰੀ ਵੌਇਸਮੇਲ ਵਿੱਚ ਉਸਨੇ ਭਰਿਆ ਹੋਇਆ ਸੀ, ਤੂੰ ਪੰਜਾਬੀ ਕਮਿਊਨਿਟੀ ਤੇ ਤੱਬਾ ਹੈ, ਤੇ ਫਿਰ ਪੰਜਾਬੀ ਵਿੱਚ ਗਾਲਾਂ ਸਨ। ਉਸ ਤੋਂ ਅਗਲੀ ਵੌਇਸਮੇਲ ਵਿੱਚ, ਯੂ ਆਰ ਡਿਸਕ੍ਰਿਮੀਨੇਟਿੰਗ ਯੂਅਰ ਓਨ ਪੀਪਲ, ਤੇ ਉਸ ਤੋਂ ਬਾਅਦ ਗਾਲਾਂ। ਉਸ ਦਿਨ ਤੋਂ ਬਾਅਦ ਮੈਂ ਉਸਦੀ ਆਵਾਜ਼ ਸੁਣਨ ਸਾਰੀ ਬਿਨਾਂ ਸੁਣੇ ਉਸ ਦਿਨ ਵੌਇਸ ਕਾਲ ਮਿਟਾਉਣੇ ਸ਼ੁਰੂ ਕਰ ਦਿੱਤੇ। ਕਦੇ ਸੋਚਦੀ ਹਾਂ ਨੰਬਰ ਬਦਲ ਲਵਾਂ। ਖਿਆਲ ਆਉਂਦਾ ਹੈ ਕਿ ਇਸ਼ਤਿਹਾਰ ਵਿੱਚ ਮੇਰੀ ਉਸ ਲਾਈਨ ਤੋਂ ਫਿਰ ਇਸ ਨੇ ਸਿਆਣ ਲੈਣਾ ਹੈ, ਤੇ ਫਿਰ ਸੋਚਦੀ ਹਾਂ ਕਿ ਜਿਸ ਦਿਨ ਨੂੰ ਮੇਰੀ ਕੱਢੀ ਗਾਲ ਭੁੱਲ ਗਈ ਆਪੇ ਹਟ ਜਾਵੇਗਾ। ਰਾਤ ਵਾਲੇ ਜਾਂ ਕਹੋ ਅੱਧੀ ਰਾਤ ਤੋਂ ਬਾਅਦ ਦੇ ਸੁਨੇਹਿਆਂ ਵਿੱਚ ਉਸ ਦਾ ਸੁਨੇਹਾ ਨਹੀਂ ਸੀ। ਸ਼ਾਇਦ ਭੁੱਲ ਗਿਆ ਹੋਵੇ ਜਾਂ ਆਪਣੇ ਫੋਨ ਦੀ ਬੈਟਰੀ ਖਤਮ ਹੋ ਗਈ ਹੋਵੇ। ਰਾਤ ਦਾ ਕਿਸੇ ਦਾ ਵੀ ਸੁਨੇਹਾ ਨਹੀਂ ਆਇਆ। ਪਹਿਲਾਂ ਤਾਂ ਮੈਂ ਇਹ ਚੈੱਕ ਹੀ ਨਾ ਕੀਤੀ। ਫੋਨ ਆਉਣ ਤੋਂ ਰਾਤ ਵਾਲੇ ਬਾਅਦ ਹੀ ਪਰਤੀ ਸਾਂ। ਉਸੇ ਤਰ੍ਹਾਂ ਪਈ ਰਹੀ। ਅੱਖਾਂ ਖੁੱਲੀਆਂ ਸਨ, ਸਿੱਲੀਆਂ ਸਨ। ਮੇਰੇ ਕੋਇਆਂ ਵਿੱਚ ਨਮੀ ਅਟਕ ਗਈ ਸੀ। ਅੰਦਰ ਸੁੰਨਾਪਣ ਸੀ। ਪਤਾ ਨਹੀਂ ਸੀ ਕਿੱਥੇ ਆ। ਦਿਮਾਗ ਸੁੰਨ ਹੋ ਗਿਆ ਸੀ। ਮੇਰੇ ਨਾਲ ਹੁੰਦਾ ਇਸ ਤਰ੍ਹਾਂ ਬਹੁਤ ਵਾਰ। ਰਾਤ ਬਹੁਤ ਕੁਝ ਯਾਦ ਆਇਆ ਸੀ। ਵਾਰ-ਵਾਰ ਕਦੀ ਅੱਖਾਂ ਅੱਗੋਂ ਕਈ ਕੁਝ ਲੰਘ ਗਿਆ। ਹੁਣ ਇਹਨਾਂ ਯਾਦਾਂ ਵਿੱਚ ਆਉਣ ਨਾਲ ਪਹਿਲਾਂ ਵਾਂਗ ਅੰਦਰ ਅੱਗ ਨਹੀਂ ਉੱਠਦੀ। ਸੁੰਨਾਪਣ ਵੱਧਦਾ ਹੈ। ਤੇ ਫਿਰ ਪਤਾ ਨਹੀਂ ਕਦੋਂ ਨੀਂਦ ਆਈ। ਪਤਾ ਨਹੀਂ ਨੀਂਦ ਆਈ ਵੀ ਕਿ ਨਹੀਂ। ਇੱਕ ਵਾਰ ਚੇਤਾ ਹੈ ਕਿ ਬਾਹਾਂ ਉੱਪਰ ਉੱਠੀਆਂ ਸਨ, ਦੋਹੇ ਹੱਥ ਜੁੜੇ ਸਨ ਤੇ ਬੁੱਲਾਂ ਵਿੱਚੋਂ ਆਵਾਜ਼ ਆਈ ਸੀ, ਲੈ ਜਾ ਰੱਬਾ ਜੇ ਕਿਤੇ ਹੈ ਤਾਂ। ਚੁਫੇਰੇ ਵਾਂਗ ਅੰਦਰ ਵੀ ਹਨੇਰਾ ਸੀ। ਜਿਵੇਂ ਵੈਨਕੂਵਰ ਵਿੱਚ
बिजली चली गई सी उसी तरह अंदर भी बंद हो गई लगती सी। कनेडा विच बिजली गई तो मैं पहली बार देखी सी, पर अपने आप नाल ये अक्सर ही चले जाती सी, फिर आ जाती सी। कल शाम मैं खिड़की राही बाहर देख रही सी, सारे पासे हनेरी नाल उखड़े दरख्त सन। मेरी नज़र दूर दरख्त नाल टुट के रतक उलार एक टाणी ते अटक गई। मैनूं लगा वो टाणी मुड़ के दरख्त नाल जुड़ जाएगी, फिर लगन लगा डिग पवेगी। मैनूं लगदा गल मेरे ख्यालों में आई जां शायद सुपने विच। अजिही सुन्नी रात तो बाद बिस्तर विच निकलण जां कुछ भी करन लई दिमाग विच कुछ भी नहीं सी रहा। नहीं तो नींद खुलण तो बाद मैं पहला काम अपने इश्तिहारां नूं क्रेग लिस्ट ते लियो लिस्ट वैबसाइटां ते पाउणी आ तां कि इश्तिहारां दी लिस्ट विच मेरा नां सब तो उपर आ जाए। इस तरह लेटी ने फोन खड़किया, सराणे हेठों फोन कढ़िया, नंबर देखिया, धुंधला जिहा दिसिया कोई नंबर सी। मैं जवाब दिता, हैलो हैलो रीना देयर प्लीज़। जदों तो मैं इस अपार्टमेंट च आई हाँ, यही मेरा नाम है। इस तो पहला गिलफर्ड इलाके में रहिंदी सी, मेरा नाम कैटी सी। उस तो पहला वैनकूवर में रहिंदी सी तो सैंडी सी। जे पुलिस की निगाह विच आ गई तो एक या दो बार ना होर बदलांगी, फिर अपने असली नाम नाल टोरंटो चली जावांगी। यही विचार है, पर यह तो गांह की गल है। इस वक्त तो मैं रीना हाँ। मैं साई जी आवाज़ में जवाब दिता, यस दिस इज़ रीना। और यू साउंड वेरी सेक्सी, आई वुड लाइक टू हैव योर कंपनी एट माई प्लेस फॉर द इवनिंग। मैं सिर्फ अपने अपार्टमेंट में ही काम करती हाँ, बाहर नहीं जाती। पहला चली जाती सी, डर पौ लथ गया सी, हुण फिर तो डरन लगी हाँ। हुण एक डर बनया रहिंदा कि कोई पछाण ना लवे, किसी जान पछाले नूं पता ना लग जाए, इसे करके बाहर नहीं जाती। हो सकता है कि अगला दूरों नेड़ियों कोई रिश्तेदार होवे, अपार्टमेंट विच इहो जिहे किसी दे आए तो आख सकदी हाँ कि वो कोई होर सी जिहने तैनूं बुलाया सी, वो हुणे बाहर गई है, मैं तां इत्थे कल्ली ठहरी हुई हाँ। इस तरह दी सफाइयां मैं सोचियां बहुत सन, पर कदे इहनूं पेश करन दी लोड़ नहीं पई। कदे कदे सोचती हाँ मैं पहला ऐनी नधड़क किवें हो गई सी। जदों मैं सोचण लगी हाँ कि नवें सिरजों किसी नवें थां तो जिंदगी की नवीं शुरुआत करांगी, डर लगन लग गया। कई बार ख्याल आता है कि क्यों एवें डरी जानी है, अपनी निक्की जी जिंदगी है, जिवें जी करदा जीवां। पर यह डर लगन लग पिया कि नवीं जिंदगी वाले हिस्से का परचा ना पर्दा ना फाश हो जाए। फिर अपने आप को हौसला दिंदियां कि आख देंगे वो मेरा पास्ट सी, जिवें हुण मेरा एक पास्ट है। फिर दिमाग में आता है कि की मैं आप भुल सकदी हाँ अपने हुण वाले पास्ट नूं। फिर सोचदी हाँ ये तो मेरा अपना ही मन है जिहड़ा इस काम पसंद नहीं करता, किस नूं इहदे नाल की मतलब। कई इहो जिहे विचार मेरे मन में आउण लगे। हुणे मन में सुन वरतन लगी। पहला तो अग बल उठदी सी अंदर, ते इस उठदी अग विचों ही मैं एक वार किसी का सिर पाड़ दिता सी। वो पंजाबी सी, मेरे नाल झगड़ पिया, अद्धे घंटे लिए आया सी। मैनूं नहीं पता सी कि उहनूं इहदा पता सी जां नहीं, जान हुण दा पखंड करदा सी कि अद्धे घंटे का मतलब घड़ी वाला अद्धा घंटा नहीं सी। वो अपनी कमज़ोरी नूं छुपाउण लई सारी क्रिया दोबारा तो शुरू करनी चाहुंदा सी, पर इसलिए उन्होंने होर डॉलर देने पाने सन तो वह देने नहीं सी चाहता। मैं उसनूं डरावा दिता कि चले जाए, नहीं तो मेरा बॉयफ्रेंड जिहड़ा दूजे कमरे में पिया उन्होंने धक्के मार के बाहर कढ़ देगा। मेरा कोई बॉयफ्रेंड नहीं है, पर मेरे कमरे में मेरी साथण पई सी। ये मैं उन्होंने डराउण लई कहा सी। मेरे कमरे चों निकलदा बोलिया, जिथे मर्जी जाओ रंडियां सारियां इक्को जिहियां हुंदियां ने। रंडी शब्द किसी ने मेरे लिए पहली बार वरतिया सी। मेरे अंदर अग उठी तो मैं कोल पिया बेसबॉल का बैट वो सिर विच मारिया। मेरी साथण ने उन्होंने होर डराउण लई साडा इसे काम लई लाया हूटर चला दिता जिवें पुलिस की कार आ रही होवे। साडा हथियार सहम पैदा करने का बहुत कारगर हथियार है। वो अपने सट वाली थां नूं नपदा कमरे चों बाहर हो गया, पर मेरे अंदर रंडी रंडी शब्द घुमण लग्या। रंडी शब्द नूं मैं बचपन तो ही समाज की सब तो गंदी औरत लई वरतिया सुणदी आई सी। फिर मेरे अंदर उन्हां प्रति नफरत दीयां लाटां उठदियां, जिन्हां बारे मैनूं लगदा सी कि उन्होंने मैनूं इस दलदल विच धक्किया है। उस दिन मैं फिर छाल मारन लई पटोलो ब्रिज वल गई, पर उत्थे पहुँचते ही मेरा मन थिड़क गया। तो अगले दिन अंदर कुछ ठल पैण ते मैनूं अपने पिंड वाला विहड़ा दस्सिया जिथे मैं बचपन विच खेडी सी, जिथे एक झोटा वज्जिया हुंदा सी। लोग कुछ रुपये दे के अपनी मझ दे मगर ला के लै जांदे। मैं अपने आप नूं अपणियां नज़रां तो बचाउण लई उस वरतारे नूं ढाल बना लिया सी। पर यह तो उदों सी, हुण तां कई बार जी करदा कि हुणे ही
ਇਹ ਕੰਮ ਬੰਦ ਕਰ ਦੇਵਾਂ, ਪਰ ਲਾਲਚ ਇਹ ਕੰਮ ਬੰਦ ਨਹੀਂ ਕਰਨ ਦਿੰਦਾ। ਸੋਚਦੀ ਹਾਂ ਕਿ ਕੁਝ ਡਾਲਰ ਹੋਰ ਜੋੜ ਲਵਾਂ, ਪੱਕੇ ਪੈਰੀ ਹੋ ਜਾਵਾਂ, ਫਿਰ ਪੰਜਾਬੀ ਸੂਟਾਂ ਦਾ ਬੁਟੀਕ ਖੋਲਾਂਗੀ। ਤੇ ਲਾਲਚ ਇਸੀ ਕਿ ਆਈ ਕਾਲ ਨੂੰ ਪ੍ਰਵਾਨ ਕਰ ਲਿਆ। ਸੋਚਿਆ ਕਿ ਕੱਲ ਦੀ ਦਿਹਾੜੀ ਵੀ ਬਰਬਾਦ ਹੋਈ ਹੈ, ਜੇ ਅੱਜ ਵੀ ਬਿਜਲੀ ਨਹੀਂ ਆਈ, ਇੱਥੇ ਅੱਜ ਵੀ ਕਿਸੇ ਨੇ ਨਹੀਂ ਆਉਣਾ, ਉਂਝ ਵੀ ਸਾਰੀ ਸ਼ਾਮ ਲਈ ਇਹ ਆਊਟ ਕਾਲ ਆਈ ਹੈ, ਕਿਉਂ ਨਾ ਇਹਨੂੰ ਪ੍ਰਵਾਨ ਕਰ ਲਵਾਂ। ਮੈਂ ਆਖ ਦਿੱਤਾ ਸ਼ੋਰ ਆਈ ਐਮ ਫ੍ਰੀ ਦਿਸ ਈਵਨਿੰਗ। ਉਹ ਅੱਗੋਂ ਆਖਦਾ ਹੈ I want GFG service, girlfriend experience. Absolutely, मेरा जवाब है। You charge 200 for hour, right? ਇਹ ਮੇਰਾ ਇਸ਼ਤਿਹਾਰ ਵਿੱਚ ਦਿੱਤਾ ਹੋਇਆ ਰੇਟ ਸੀ। ਮੈਂ ਸੋਚਦੀ ਸੀ ਕਿ ਹੱਥ ਹੈ ਗਾਹਕ ਕਾਹਨੂੰ ਜਾਣ ਦੇਣਾ, ਕਿ ਉਹ ਆਖ ਦਿੰਦੀ ਆ ਕਿ ਸਾਰੀ ਸ਼ਾਮ ਦੇ $500 ਦੇ ਦੇਵੇ। ਮੇਰੇ ਕੁਝ ਵੀ ਕਹਿਣ ਤੋਂ ਪਹਿਲਾਂ ਬੋਲਦਾ ਡਨ, ਗੈਟ ਦ ਕੈਬ, ਆਈ ਵਿਲ ਪੇ ਫॉर दैट। ਉਹਨੇ ਆਪਣਾ ਪਤਾ ਲਿਖਾਇਆ ਤੇ ਤਿਆਰ ਹੋ ਕੇ ਪਹੁੰਚਣ ਵੱਲ 2 ਘੰਟੇ ਦਾ ਸਮਾਂ ਮੰਗਿਆ। ਉਹ ਮੰਨ ਗਿਆ। ਚਲੋ ਅੱਜ ਦੀ ਦਿਹਾੜੀ ਤਾਂ ਵਿਅਰਥ ਨਹੀਂ ਗਈ, ਮੇਰੇ ਅੰਦਰੋਂ ਕੁਝ ਹਲਕਾ ਹੋ ਗਿਆ। ਮੈਂ ਉੱਠੀ, ਨਹਾ ਕੇ ਕੱਪੜੇ ਪਾਉਣ ਲਈ ਅਲਮਾਰੀ ਖੋਲ੍ਹੀ। ਮੇਰਾ ਪੰਜਾਬੀ ਸੂਟ ਹੈਂਗਰ ਤੇ ਸਭ ਤੋਂ ਮੂਹਰੇ ਲਟਕ ਰਿਹਾ ਸੀ। ਇਹੀ ਇੱਕੋ ਪੰਜਾਬੀ ਸੂਟ ਸੀ ਜਿਹੜਾ ਮੈਂ ਹੁਣ ਬਣਵਾਇਆ ਸੀ, ਬਾਕੀ ਸਭ ਉਵੇਂ ਹੀ ਅਟੈਚੀਆਂ ਵਿੱਚ ਪਏ ਸਨ। ਉਹ ਅਟੈਚੀ ਕਦੇ ਵੀ ਨਹੀਂ ਖੋਲ੍ਹੇ। ਇਸ ਸੂਟ ਪਾਉਣ ਲਈ, ਇਹ ਸੂਟ ਪਾਉਣੇ ਵੀ ਕਿੱਥੇ ਆ, ਕਿਤੇ ਆਉਂਦੀ ਜਾਂਦੀ ਤਾਂ ਮੈਂ ਹੈ ਨਹੀਂ, ਜਾਵਾਂ ਵੀ ਕਿੱਥੇ। ਇਹ ਸੂਟ ਮੈਂ ਆਪਣੇ ਆਪ ਨੂੰ ਯਾਦ ਕਰਵਾਉਣ ਲਈ ਇਸ ਕਮਰੇ ਦੀ ਅਲਮਾਰੀ ਵਿੱਚ ਸਭ ਤੋਂ ਮੂਹਰੇ ਟੰਗਿਆ ਹੋਇਆ ਹੈ ਕਿ ਮੈਂ ਇੱਕ ਦਿਨ ਪੰਜਾਬੀ ਸੂਟਾਂ ਦਾ ਬੁਟੀਕ ਖੋਲ੍ਹਣਾ ਹੈ। ਕਈ ਵਾਰ ਮੈਂ ਢੇਰੀ ਢਾਹ ਬੈਠੀ ਹਾਂ, ਸੋਚਦੀ ਹਾਂ ਹੁਣ ਤਾਂ ਕਿਸੇ ਅਗਲੇ ਜਨਮ ਵਿੱਚ ਹੀ ਇਹ ਕਰਾਂਗੀ। ਇਹ ਸੂਟ ਮੈਂ ਇੰਡੀਆ ਤੋਂ ਸਿਲਾਈ ਕਰਵਾਈ ਸੀ। ਜਿਸ ਦਿਨ ਇਹ ਮੇਰੇ ਕੋਲ ਪਾਰਸਲ ਰਾਹੀਂ ਪਹੁੰਚਿਆ, ਮੈਨੂੰ ਇੱਕ ਅਨੋਖੀ ਜਿਹੀ ਖੁਸ਼ੀ ਹੋਈ ਸੀ। ਇਹਨੂੰ ਪਹਿਨ ਕੇ ਮੈਂ ਕਿੰਨੀ ਦੇਰ ਸ਼ੀਸ਼ੇ ਮੂਹਰੇ ਖੜੀ ਆਪਣੇ ਆਪ ਨੂੰ ਦੇਖਦੀ ਰਹੀ। ਮੈਨੂੰ ਹੈਰਾਨੀ ਹੋਈ ਸੀ ਕਿ ਇਹਨੂੰ ਮੈਂ ਆਪ ਡਿਜ਼ਾਈਨ ਕੀਤਾ ਸੀ। ਰੰਗ, ਗਲਾ, ਘੇਰਾ, ਬਾਹਾਂ, ਸਲਵਾਰ, ਚੁੰਨੀ, ਕਢਾਈ, ਸਾਰਾ ਕੁਝ ਪੂਰੇ ਵਿਸਥਾਰ ਨਾਲ ਮੈਂ ਦੱਸਿਆ ਸੀ ਤੇ ਬਿਲਕੁਲ ਉਵੇਂ ਦਾ ਹੀ ਬਣ ਕੇ ਆਇਆ ਸੀ ਜਿਸ ਤਰ੍ਹਾਂ ਮੈਂ ਤਸਵੀਰਾਂ ਭੇਜੀਆਂ ਸਨ। ਤਸਵੀਰਾਂ ਭੇਜਣ ਵੇਲੇ ਮੈਂ ਫੋਨ ਰਾਹੀਂ ਆਖ ਦਿੱਤਾ ਸੀ ਕਿ ਇੱਥੇ ਮੇਰਾ ਆਪਣਾ ਬੁਟੀਕ ਹੈ, ਜੇ ਤੁਸੀਂ ਇਹ ਚੰਗੀ ਤਰ੍ਹਾਂ ਤਿਆਰ ਕਰੋਗੇ ਤਾਂ ਤੁਹਾਨੂੰ ਬਹੁਤ ਸਾਰਾ ਕੰਮ ਭੇਜਾਂਗੀ। ਇਸ ਤਰ੍ਹਾਂ ਦਾ ਆਦੇਸ਼ ਦਿੰਦਿਆਂ ਮੇਰੇ ਅੰਦਰ ਇੱਕ ਵੱਖਰੇ ਜਿਹਾ ਮਾਣ ਦਾ ਮਹਿਸੂਸ ਹੋਇਆ ਸੀ ਤੇ ਸੂਟ ਪਾ ਕੇ ਮੈਂ ਆਪਣੀਆਂ ਬਹੁਤ ਸਾਰੀਆਂ ਸੈਲਫੀਆਂ ਖਿੱਚੀਆਂ। ਇਸ ਨਾਲ ਵੀ ਸੰਤੁਸ਼ਟੀ ਨਾ ਹੋਈ। ਮੇਰਾ ਜੀ ਕਰਦਾ ਸੀ ਕਿ ਸੂਟ ਪਾ ਕੇ ਮੈਂ ਕਿਤੇ ਬਾਹਰ ਜਾਵਾਂ, ਕੋਈ ਮੈਨੂੰ ਰੋਕ ਕੇ ਪੁੱਛੇ ਕਿ ਸੂਟ ਕਿੱਥੋਂ ਸਮਾਇਆ ਸੀ। ਤੇ ਫਿਰ ਮੇਰੇ ਚੇਤੇ 'ਚ ਆਈ ਕਿ ਕਿਉਂ ਨਾ ਗੁਰਦੁਆਰੇ ਜਾਵਾਂ। ਵੈਨਕੂਵਰ ਜਾ ਕੇ ਮੈਂ ਗੁਰਦੁਆਰੇ ਕਦੇ ਵੀ ਨਹੀਂ ਸੀ ਗਈ। ਕੈਲਗਰੀ ਮਾਮੇ ਕੋਲ ਰਹਿੰਦਿਆਂ ਚਲੀ ਜਾਂਦੀ ਸੀ ਹਰੇਕ ਹਫ਼ਤੇ। ਲਓ ਫਿਰ ਪੁਰਾਣੀ ਗੱਲ ਯਾਦ ਆ ਗਈ। ਕਿੰਨਾ ਆਪਣੇ ਆਪ ਨੂੰ ਸਮਝਾ ਲਵਾਂ, ਪਰ ਉਹ ਸਭ ਕੁਝ ਯਾਦ ਨਹੀਂ ਕਰਨਾ, ਪਰ ਫਿਰ ਵੀ ਕੋਈ ਨਾ ਕੋਈ ਗੱਲ ਯਾਦ ਆ ਜਾਂਦੀ ਹੈ। ਖੈਰ, ਉਸ ਦਿਨ ਮੈਂ ਸੂਟ ਪਾ ਕੇ ਸਰੀ ਦੇ ਗੁਰਦੁਆਰੇ ਚਲੀ ਗਈ। ਉੱਥੇ ਰੌਣਕ ਸੀ, ਕੋਈ ਖਾਸ ਦਿਹਾੜਾ ਹੋਵੇਗਾ। ਕਾਰ ਤੋਂ ਦਰਬਾਰ ਸਾਹਿਬ ਤੱਕ ਜਾਂਦਿਆਂ ਮੈਂ ਆਪਣੇ ਸੂਟ ਬਾਰੇ ਭੁੱਲ ਹੀ ਗਈ। ਮੱਥਾ ਟੇਕਣ ਜਾਣ ਅਤੇ ਵਾਪਸ ਮੁੜਨ ਤੱਕ ਮੇਰੀਆਂ ਲੱਤਾਂ ਕੰਬਣ ਲੱਗੀਆਂ ਸਨ। ਮੈਨੂੰ ਲੱਗਣ ਲੱਗਾ ਜਿਵੇਂ ਹਾਲ ਵਿੱਚ ਬੈਠੇ ਸਾਰੇ ਮੇਰੇ ਵੱਲ ਘੂਰ-ਘੂਰ ਦੇਖ ਰਹੇ ਹੋਣ। ਲੱਗਾ ਜਿਵੇਂ ਹੁਣੇ ਕੋਈ ਮੋਢੇ ਤੋਂ ਫੜ ਕੇ ਮੈਨੂੰ ਬਾਹਰ ਤੱਕ ਦੇਵੇਗਾ। ਅੰਦਰ ਗੁਨਾਹ ਦਾ ਭਾਵ ਸੀ, ਆਪਣਾ ਆਪ ਹੀਣਾ। ਮੈਂ ਉਹਨੀ ਪਰੀ ਵਾਪਸ ਆ ਗਈ। ਮੇਰੀਆਂ ਅੱਖਾਂ ਡਗਮਗਾ ਰਹੀਆਂ ਸਨ। ਆਪਣੇ ਕਮਰੇ ਵਿੱਚ ਆ ਕੇ ਮੈਂ ਚੌਫਾਲ ਡਿੱਗ ਪਈ ਸਾਂ। ਮੈਂ ਮੁੜ ਕੇ ਕਦੇ ਵੀ ਇਹ ਸੂਟ ਨਹੀਂ ਪਾਇਆ। ਫਿਰ ਕਦੇ ਸੋਚਦੇ ਆ ਇਹ ਸੂਟ ਮੈਂ ਟੋਰਾਂਟੋ ਜਾ ਕੇ ਪਾਵਾਂਗੀ। ਉੱਥੇ ਜਾ ਕੇ ਆਪਣਾ ਬੁਟੀਕ ਖੋਲ੍ਹਣ ਦੇ ਇਰਾਦੇ ਨੂੰ ਪੱਕਾ ਕਰ ਲਈ। ਇਸ ਨੂੰ ਮੈਂ ਸਭ ਤੋਂ ਮੋਹਰੇ ਟੰਗਿਆ ਹੋਇਆ ਹੈ। ਉਸ ਸੂਟ ਨੂੰ ਪਾਸੇ ਕਰਕੇ ਆਊਟ ਕਾਲ ਤੇ ਜਾਣ ਲਈ ਕੀ ਪਾਵਾਂ ਸੋਚਣ ਲੱਗੀ। ਅੱਗੇ ਸ਼ਾਰਟ ਸਕਰਟ ਪਈ ਸੀ, ਉਹਦੀ ਕੰਨੀ ਫੜ ਕੇ ਬਾਕੀ ਕੱਪੜਿਆਂ ਵਿੱਚੋਂ ਥੋੜਾ ਬਾਹਰ ਵੱਲ ਖਿੱਚ ਕੇ ਦੇਖਦੀ ਹਾਂ। ਚੇਤਾ ਆਇਆ ਕਿ ਬਾਹਰ ਜਾਣ ਦਾ ਦਿਨ ਹੈ, ਚਾਨਣ ਹੈ, ਟੈਕਸੀ ਤੇ ਜਾਊਂਗੀ। ਨਹੀਂ, ਡਰਾਈਵਰ ਕੋਈ ਪੰਜਾਬੀ ਬੰਦਾ ਹੋਏਗਾ, 20 ਸਵਾਲ ਪੁੱਛੇਗਾ। ਇਸ ਡਰੈਸ ਵਿੱਚ ਤਾਂ ਅਨੇਕਾਂ ਨਿਗਾਹਾਂ ਉੱਠਣਗੀਆਂ। ਉਹਦੀ ਕੰਨੀ ਛੱਡ ਦਿੰਦੀ ਹਾਂ। ਜੀਨਸ, ਹਾਂ, ਪਰ ਨਹੀਂ, ਜੇ ਉੱਥੋਂ ਭੱਜਣਾ ਪਿਆ, ਟਾਈਟ ਜੀਨ ਛੇਤੀ ਪਾ ਵੀ ਨਹੀਂ ਹੁੰਦੀ, ਤਾਂ ਫਿਰ ਆਮ ਟਿਲਰ ਜਿਹੇ ਕੱਪੜੇ ਪਾ ਲੈਂਦੀ ਹਾਂ ਤੇ ਸ਼ਾਰਟ ਸਕਰਟ ਤੇ ਟਾਪ ਬੈਗ ਵਿੱਚ ਨਾਲ ਰੱਖ ਲੈਂਦੀ ਹਾਂ, ਲਿਜਾਉਣ ਲਈ ਰੱਖ ਲੈਂਦੀ ਹਾਂ। ਸੋਚਿਆ ਕਿ ਜੇ ਅਗਲੇ ਨੇ ਚਾਹਿਆ ਤਾਂ ਉੱਥੇ ਜਾ ਕੇ ਬਦਲ ਲਵਾਂਗੀ। ਮੇਕਅਪ ਕੀਤਾ, ਆਪਣੇ ਆਪ ਪਰਸ ਵਿੱਚ ਪੇਪਰ ਸਪਰੇ, KY ਜੈਲੀ ਕਰੀਮ ਤੇ ਕੋਂਡਮ ਟੋਹੇ। ਆਪਣੀ ਕਾਰ ਰਾਹੀਂ ਉਸ ਦੇ ਦੱਸੇ ਪਤੇ ਵੱਲ ਚੱਲ ਪਈ। ਉੱਥੇ ਪਹੁੰਚ ਕੇ ਸਾਰੇ ਬਲਾਕ ਵਿੱਚ ਕਾਰ ਰਾਹੀਂ ਗੇੜਾ ਦੇ ਕੇ ਜਾਇਜ਼ਾ ਲਿਆ। ਉਸ ਦੇ ਘਰ ਮੂਹਰੇ ਕਾਰ ਰੋਕਣ ਨਾਲ ਟੈਕਸੀ ਦਾ ਕਿਰਾਇਆ ਮਰਦਾ ਸੀ, ਇਸ ਲਈ ਮੈਂ ਵਸੂਲਣਾ ਚਾਹੁੰਦੀ ਸੀ। ਮੇਰੇ ਦਿਮਾਗ ਵਿੱਚ ਤਰਕੀਬ ਆਈ। ਮੈਂ ਕਾਰ ਪਿਛਲੀ ਗਲੀ ਵਿੱਚ ਰੋਕ ਦਿੱਤੀ, ਆਪਣੇ ਸੈੱਲ ਫੋਨ ਦੀ ਲੋਕੇਸ਼ਨ ਔਨ ਕੀਤੀ, ਆਪਣੀ ਸਾਥਣ ਅਨੀਤਾ ਨੂੰ ਘਰ ਦਾ ਪਤਾ ਦੱਸਿਆ ਤੇ ਇਹ ਵੀ ਦੱਸ ਦਿੱਤਾ ਕਿ ਮੈਂ ਸਾਰੀ ਸ਼ਾਮ ਲਈ ਆਈ ਹੋਈ ਹਾਂ। ਪੇਪਰ ਸਪਰੇ ਨੂੰ ਮੈਂ ਦੁਬਾਰਾ ਚੈੱਕ ਕੀਤਾ, ਨਿਕਲ ਕੇ ਉਸਨੂੰ ਫੋਨ ਮਿਲਾਇਆ। ਹਾਈ, I am here. Bloody cab driver was in rush. He dropped me on B Street. Are you on A Street, right? Yes, darling. Cabby must be an East Indian. Yes, मैं आख ਦਿੱਤਾ। ਇਸ ਸ਼ਹਿਰ ਵਿੱਚ ਜ਼ਿਆਦਾਤਰ ਟੈਕਸੀ ਡਰਾਈਵਰ ਪੰਜਾਬੀ ਹੁੰਦੇ ਹਨ।
दे आर ऑल एसहोल्स। वो बोलिया, ਉਹਦੇ ਕਹਿਣ ਹੁਣ ਸੁਣਿਆ ਕਰਕੇ मैं बोली सॉरी आई विल बी कपल ऑफ मिनट्स लेट, नो वरीज। ਉਹਦੇ ਘਰ ਮੂਹਰੇ ਪਹੁੰਚੀ ਤਾਂ ਉਹਦੇ ਦਰਵਾਜ਼ੇ ਵਿੱਚ ਖੜਾ ਸੀ 40-45 ਸਾਲ ਦਾ ਹੋਵੇਗਾ, ਰਿਸ਼ਟ ਪੁਸ਼ਟ ਗੋਰਾ। ਰਾਹ ਵਿੱਚ ਇੱਕ ਪਾਲੇ ਮੈਨੂੰ ਖਿਆਲ ਆਇਆ ਸੀ ਕਿ ਵਧੀ ਹੋਈ ਦਾੜੀ ਵਾਲਾ, ਅੱਧੇ ਟੁੱਟੇ ਦੰਦਾਂ ਵਾਲਾ, ਖੂੰ ਖੂੰ ਕਰਦਾ, ਸਿਗਰਟਾਂ ਦਾ ਧੂੰਆਂ ਮੁਸ਼ਕ ਮਾਰਦਾ ਹੋਇਆ ਬੁੱਢਾ ਹੋਵੇਗਾ। ਮੈਨੂੰ ਝੁਣਝੁਣੀ ਆਈ ਤੇ ਮੈਂ ਆਪਣਾ ਧਿਆਨ ਹਟਾਉਣ ਲਈ ਕਾਰ ਵਿੱਚ ਚੱਲ ਰਹੀ ਸੀਡੀ ਦੀ ਆਵਾਜ਼ ਉੱਚੀ ਕਰ ਦਿੱਤੀ ਸੀ। ਫਿਰ ਮੈਨੂੰ ਲੱਗਾ ਜਿਵੇਂ ਉਹਦੇ ਘਰ ਵਿੱਚ ਖਲਾਰਾ ਹੋਵੇਗਾ, ਬੀਅਰ ਦੀਆਂ ਖਾਲੀ ਬੋਤਲਾਂ ਹੋਣਗੀਆਂ, ਥਾਂ ਥਾਂ ਤੇ ਖਿਲਰਿਆ ਪਿਆ ਹੋਊਗਾ, ਪੀਜ਼ੇ ਵਾਲੇ ਖਾਲੀ ਡੱਬੇ ਹੋਣਗੇ, ਜਾਂ ਕੂੜਾ ਕਬਾੜ ਹੋਏਗਾ, ਘਰ ਵਿੱਚ ਕੱਢੀ ਹੋਈ ਬੂ ਉੱਠਦੀ ਹੋਏਗੀ। ਪਰ ਇਸ ਤਰ੍ਹਾਂ ਦਾ ਉੱਥੇ ਕੁਛ ਵੀ ਨਹੀਂ ਸੀ। ਮੇਰੇ ਨੇੜੇ ਪਹੁੰਚਣ ਤੇ ਉਹਨੇ ਬਾਹਾਂ ਫਲਾਈਆਂ, ਆਪਣੇ ਆਪ ਨਾਲ ਮੈਨੂੰ ਕੁੱਟਿਆ, ਫਿਰ ਅੰਦਰ ਲੈ ਗਿਆ। ਮੈਂ ਉਹਨੂੰ ਦਰਵਾਜ਼ਾ ਬੰਦ ਕਰਦੇ ਨੂੰ ਦੇਖਿਆ, ਉਹਨੇ ਜਿੰਦਾ ਲਾ ਕੇ ਜੰਗਲੀ ਨਹੀਂ ਲਾਈ, ਤੇ ਉਹਨੇ ਮੇਰੇ ਵੱਲ ਦੇਖਿਆ। ਮੈਨੂੰ ਉਸ ਦੀਆਂ ਅੱਖਾਂ ਤਰਲ ਲੱਗੀਆਂ। ਉਹ ਬੋਲਿਆ, ਉਹ ਹਾਂ मैं अपना नाम दसना भुल ही गया, चार्लस, तू मैनू चार्ली आख सकती है। इस नूं घर वागी समझ, मैं इत्थे तैनूं कोई खतरा नहीं है। तो फिर उसने मैनू बाहां विच घुट लिया, फिर मोढियां तो फड़ के बोलिया, तू बहुत खूबसूरत है। फिर बोलिया, ओ पिया तेरा लिफाफा। उन्हें चुक के संभाल लिया, हुण तू मेरी गर्लफ्रेंड है। मैं अपना कारोबारी गुर वरत्या, ਉਹਦੀ गल ते चुमन दिता तो क्या कि तू किन्ना मिठा है। फिर मैं लिफाफा चुक्या तो क्या कि मैं तेरा गुसलखाना वरत सकती हाँ। टैक्सी ड्राइवर शायद नवां सी, इधर उधर घुमा के लिया। कोई हैरानी नहीं, ये हरामी इदां ही करते हैं, तू गुसलखाना वरत लै। मैं बाथरूम में वड़ के लिफाफा खोलिया, उस विच $100 के 10 नोट सन। इन्ने नोट देख के एक बार तो अंदर डर उठा कि पता नहीं की कराऊगा, पर रकम डर ते भारू हो गई। तो फिर मैं लिफाफा पर्स की अंदरली जेब में संभाल लिया तो KY जैली क्रीम वरत के बाहर आ गई। इधर ही आ जा डार्लिंग। और लेकिन रूम में बैठा सी। मैं ਉਹਦੇ ਨੇੜੇ ਪਹੁੰਚ ਕੇ ਉਹਨੂੰ ਪੁੱਛਿਆ, ਤੇਰੇ ਕੋਲ ਮੇਰੇ ਕੋਲ ਸ਼ਾਰਟ ਸਕਰਟ ਤੇ ਟੌਪ ਵੀ ਹਨ, ਤੂੰ ਕਹੇ ਤਾਂ ਮੈਂ ਪਹਿਨ ਲੈਂਦੀ ਹਾਂ। ਨਹੀਂ, ਇਹਦੀ ਲੋੜ ਨਹੀਂ, ਤੂੰ ਇਹਨਾਂ ਕੱਪੜਿਆਂ ਵਿੱਚ ਹੀ ਬਹੁਤ ਖੂਬਸੂਰਤ ਲੱਗਦੀ ਹੈ। ਉਹਨੇ ਮੇਰੇ ਵੱਲ ਦੇਖਦੇ ਹੋਏ ਕਿਹਾ ਤੇ ਫਿਰ ਬੋਲਿਆ, ਆਪਾਂ ਕੋਈ ਦੇਰ ਗੱਲਾਂ ਕਰਾਂਗੇ, ਫਿਰ ਖਾਣਾ ਖਾਣ ਚੱਲਾਂਗੇ ਤੇ ਮੁੜ ਫਿਰ ਘਰ ਆ ਕੇ ਬੈਠਾਂਗੇ। ਤੇਰੇ ਵਾਸਤੇ ਠੀਕ ਹੈ? ਹਾਂ। ਕੋਈ ਕਾਹਲ ਤਾਂ ਨਹੀਂ? ਨਹੀਂ, ਮੈਂ ਤੇਰੇ ਵਾਸਤੇ ਹੀ ਸਾਰੀ ਸ਼ਾਮ। ਕੀ ਪੀਏਂਗੀ? ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਤੂੰ ਦੱਸ ਤੇਰੇ ਲਈ ਮੈਂ ਡਰਿੰਕ ਤਿਆਰ ਕਰਾਂ। ਵਾਈਨ ਲਿਆ, मेरे को है बीयर। उन्हें बीयर की खुली कैन वाल इशारा करदे क्या, मैं कोक लैनी है। फिर फ्रिज विचों कढ़ लै। सो मैं फ्रिज खोली, कोक वाली कैन वो कढ़ी, वो कोल जा बैठी। वेख किस तरह का दिन है, अपने आप को किते भी रिझाउण लई कुछ भी नहीं है। आप किन्ने टैक्नोलॉजी पर निर्भर करते हैं। आखते ने मैनू अपने नाल ला लिया। फिर बोलिया, मैं बहुत इकल्ला महसूस कर रहा, हुण मैं तेरे नाल आ, तू इकल्ला नहीं, आपां इंजॉय करांगे। हाँ, मैनू भी यह लगता है, आप एको बेड़ी के सवार हाँ। मैनू उसकी गल का मतलब नहीं समझ लग्या। तो फिर बोलिया, तेरे बारे क्रेगलिस्ट तो पढ़ के तेरे वाल मैं एकदम खिंचिया गया सी। मैं सोचण लगी, मैं अजिही किहड़ी खास गल सारे इश्तिहारां विच इक्को जी तां सारियां दे साइज़ लिखे हुंदे ने। मेरे दिमाग विच एकदम जिहड़ी गल बाकियां नालों वखरी आई सी, उस अनुसार मैं आख दिता, सो तैनूं चॉकलेट बहुत पसंद है? हाँ, खास कर तेरे नाल मेरी तंद एकदम जुड़ गई। आख के उन्हें मैनू अपने नाल कुट्टिया। किते दिल का मामला ना होवे, मेरे चेते च आई। अपना सिर मेरी गोद विच रख लै। उन्हें अपनियां लत्तां मूहरे पे कॉफ़ी टेबल ते निसाल लईआं ने। मैं अपना सिर उहदे पट्टां विच रख दिता। वो मेरे केसां नाल खेडण लगा। जे तैनूं इतराज़ नहीं तो अपने बारे दस कुछ। मैं सोचा कि यह भी पंजाबी बंदियां वर्गा ही निकलिया। वो भी तो इस तरह पुछ के जख्म उचेड़ते हैं। कभी पुछ लेंदे ने कि मैं किवें इस काम में आई। जदों पुछते हैं तो उन्होंने अंदरों मेरे लिए तिरस्कार की भावना स्पष्ट दिखाई दिंदी है, पर पता नहीं क्यों अपने आप लिए इस तरह क्यों नहीं सोचती। वो भी तो मेरे नाल ही उस वेले भागीदार होंदे ने। उन्होंने दसण लई मैं कोई ना कोई कहानी कर लैनी है। पहला आख दिंदी सी कि मासी कोल आई सी, स्टूडेंट वीजे ते मासड़ ने रेप कर दिता, घरों कढ़ दिता, होर की करदी कोई ठिकाना नहीं सी। इस तरह इस काम में आ किसी ने पुछ लिया कि तेरे मासड़ की करदा, तो आख देना कि टैक्सी चलाउंदा। एक ने पुछ लिया किहड़ी कंपनी किन्ने नंबर वाली टैक्सी चलाउंदा। फिर मैं कहणों हट गई तो आखण लग पई कि किसी फैक्ट्री में काम करदा है। कोई पुछ लैंदा किहड़ा पिंड है। मन में बहुत खिज उठदी कि तुसीं आपदे काम नाल मतलब रखो, तुसीं अंब लैणे ने। जदों टालण की कोशिश करदी पर घड़ी मुड़ी उही प्रश्न पुछण लगदे। जे मैं किसी पिंड का एवें ही नां दस देवां तां अगला जरूर प्यो का नां पुछदा। इस बार मेरा अक्की का जी कीता कि असली ना दस देवां। उस दिन मैनू अपने मापियां ते बहुत गुस्सा आया सी। किवें उन्होंने मेरे नालों नाता तोड़िया सी। की होया जे सुहेल नूं प्यार कर बैठी सी ते एक वक्री गल है कि बाद विचों मेरे नाल धोखा कर गया।
ਧੋਖਾ ਸ਼ਬਦ ਬਹੁਤ ਛੋਟਾ ਹੈ, ਇਸ ਤੋਂ ਕਿਤੇ ਵੱਡਾ ਹੈ ਜਿਹੜਾ ਕੁਝ ਉਸਨੇ ਮੇਰੇ ਨਾਲ ਕੀਤਾ। ਪਰ ਮੈਂ ਹੋਰ ਯਾਦ ਨਹੀਂ ਸੀ ਕਰਨਾ ਚਾਹੁੰਦੀ। ਉਸ ਦਾ ਇੰਨਾ ਕੁ ਜ਼ਿਕਰ ਆਉਣ ਨਾਲ ਹੀ ਮੇਰੇ ਦਿਮਾਗ ਅੰਦਰ ਜ਼ਹਿਰ ਭਰਨ ਲੱਗ ਪਿਆ। ਬਸ ਕਰਦੀ ਹਾਂ ਤੇ ਮੇਰੇ ਕੈਨੇਡਾ ਤੋਂ ਇੰਡੀਆ ਵਾਲੇ ਪਰਿਵਾਰਾਂ ਦਾ ਮੇਰੀ ਦੋਸਤੀ ਬਾਰੇ ਸੁਣ ਕੇ ਹੀ ਜਿਉਣਾ ਦੁੱਭਰ ਹੋ ਗਿਆ ਸੀ। ਤੇ ਜੇ ਉਹਨਾਂ ਨੂੰ ਮੇਰੀ ਅੱਜ ਦੀ ਹਾਲਤ ਦਾ ਪਤਾ ਲੱਗ ਜਾਵੇ ਤਾਂ ਅਸਲੀ ਨਾਲ ਦੱਸਣ ਵਾਲਾ ਖਿਆਲ ਇੱਕ ਗੁੱਸੇ ਨਾਲ ਪਲ ਵਿੱਚ ਆਇਆ, ਪਰ ਐਡੀ ਵੀ ਉਹਨਾਂ ਦੀ ਦੁਸ਼ਮਣ ਨਹੀਂ ਸੀ। ਮੈਨੂੰ ਪਤਾ ਸੀ ਕਿ ਸਾਡੇ ਸਮਾਜ ਦਾ, ਇਸ ਲਈ ਮੈਂ ਪੁੱਛਣ ਵਾਲੇ ਨੂੰ ਆਖ ਦਿੰਦੀ ਕਿ ਮੇਰਾ ਜਨਮ ਚੇਨਈ ਵਿੱਚ ਹੋਇਆ ਸੀ। ਮਾਸੀ ਮਾਸੜ ਬਾਰੇ ਆਖ ਦਿੰਦੀ ਕਿ ਉਹ ਕਲਕੱਤੇ ਤੋਂ ਸਨ। ਐਡੇ ਵੱਡੇ ਸ਼ਹਿਰਾਂ ਵਿੱਚ ਕੌਣ ਕਿਸੇ ਨੂੰ ਜਾਣਦਾ ਹੈ, ਅਗਲੇ ਦੇ ਹੋਰ ਪ੍ਰਸ਼ਨ ਮੁੱਕ ਜਾਂਦੇ। ਆਪਣੀ ਅਸਲ ਕਹਾਣੀ ਨੂੰ ਦੁਹਰਾ ਕੇ ਮੈਂ ਮੁੜ ਉਸ ਦਰਦ ਨੂੰ ਜਗਾਉਣਾ ਨਹੀਂ ਸੀ ਚਾਹੁੰਦੀ। ਬਹੁਤ ਦਰਦੀਲੀ ਕਹਾਣੀ ਹੈ ਮੇਰੀ, ਉਹ ਕਦੇ ਫੇਰ ਦੱਸਾਂਗੀ। ਬਸ ਇੰਨਾ ਕੁ ਸੱਚ ਦਿੰਦੀ ਹਾਂ ਕਿ ਇੰਨਾ ਕੁ ਸੱਚ ਮੈਂ ਦੱਸ ਦਿੰਦੀ ਹਾਂ ਕਿ ਸੁਪਨੇ ਮੇਰੇ ਵੱਡੇ ਸਨ ਤੇ ਜਿਸ ਨਾਲ ਮਿਲ ਕੇ ਇਹਨਾਂ ਨੂੰ ਪੂਰਾ ਕਰ ਲਿਆ, ਆਪਣਾ ਪਰਿਵਾਰ ਛੱਡ ਕੇ ਤੁਰੀ ਸੀ, ਉਹ ਦਲਦਲ ਵਿੱਚ ਧੱਕ ਕੇ ਤੁਰ ਗਿਆ। ਉਹ ਮੇਰੀ ਗਲਤੀ ਸੀ। ਪਰ ਚਾਰਲੀ ਨੂੰ ਉਸ ਕਢਾਈ ਕਹਾਣੀ ਦੱਸਣ ਨੂੰ ਮੇਰਾ ਜੀ ਨਾ ਕੀਤਾ। ਸ਼ਾਇਦ ਉਸ ਦੀਆਂ ਅੱਖਾਂ ਵਿੱਚ ਤੈਰਤੀ ਉਸਦੀ ਅਕਲ, ਜਾਂ ਸ਼ਾਇਦ ਉਸ ਦੇ ਪੰਜਾਬੀ ਸਮਾਜ ਨਾਲ ਸੰਬੰਧਿਤ ਨਾ ਹੋਣ ਕਰਕੇ ਮੈਂ ਪੁੱਛ ਹੀ ਲਿਆ, ਕੀ ਜਾਣਨਾ ਚਾਹੁੰਦਾ ਹੈ ਮੇਰੇ ਬਾਰੇ? ਕੁਝ ਵੀ। ਤੂੰ ਕਿੱਥੋਂ ਜੰਮੀ? ਤੇਰੀ ਅੰਗਰੇਜ਼ੀ ਬਹੁਤ ਚੰਗੀ ਹੈ। ਨਹੀਂ, ਮੇਰਾ ਜਨਮ ਇੰਡੀਆ 'ਚ ਹੋਇਆ ਸੀ। 14 ਸਾਲ ਦੀ ਸੀ ਜਦੋਂ ਕੈਲਗਰੀ ਮਾਮੇ ਕੋਲ ਆ ਗਈ। ਤੇਰੇ ਮਾਪੇ? ਉਹ ਇੰਡੀਆ 'ਚ ਹੀ ਨੇ। ਭੈਣ ਹੈ, ਭਰਾ ਹੈ, ਸਾਰੇ ਹਨ, ਪਰ ਮੇਰੇ ਲਈ ਕੋਈ ਵੀ ਨਹੀਂ। ਮੇਰੇ ਅੰਦਰੋਂ ਹੌਕਾ ਨਿਕਲਿਆ। ਪਲੀਜ਼ ਹੁਣ ਹੋਰ ਨਹੀਂ, ਫਿਰ ਕਦੇ ਦੱਸਾਂਗੀ। ਇਸ ਤੋਂ ਬਾਅਦ ਸੱਚ ਮੈਥੋਂ ਦੱਸਿਆ ਨਹੀਂ ਗਿਆ। ਕੋਈ ਗੱਲ ਨਹੀਂ, ਮੈਂ ਸਮਝ ਸਕਦਾ ਕਿ ਤੇਰੇ ਨਾਲ ਵੀ ਉਹੀ ਹੋਇਆ ਹੋਏਗਾ। ਉਸਨੇ ਮੈਨੂੰ ਆਪਣੇ ਨਾਲ ਕੁੱਟਿਆ ਤੇ ਫਿਰ ਮੇਰੇ ਚਿਹਰੇ ਤੋਂ ਕੇਸਾਂ ਦੀਆਂ ਲਿੱਟਾਂ ਨੂੰ ਪਾਸੇ ਕਰਦਾ ਪਿਆਰ ਕਰਨ ਲੱਗਾ। ਫਿਰ ਅਸੀਂ ਖਾਣਾ ਖਾਣ ਲਈ ਉਹਦੀ ਕਾਰ ਵਿੱਚ ਇੱਕ ਰੈਸਟੋਰੈਂਟ ਵਿੱਚ ਚਲੇ ਗਏ। ਉੱਥੇ ਭੀੜ ਬਹੁਤ ਸੀ, ਆਮ ਨਾਲੋਂ ਜ਼ਿਆਦਾ ਭੀੜ ਦਾ ਕਾਰਨ ਘਰਾਂ ਵਿੱਚ ਬਿਜਲੀ ਦਾ ਨਾ ਹੋਣਾ ਸੀ। ਰੈਸਟੋਰੈਂਟ ਦੇ ਅੰਦਰ ਜਾਣ ਲਈ ਲਾਈਨ ਵਿੱਚ ਖੜੀ ਅਸੀਂ ਵਾਰੀ ਦੀ ਉਡੀਕ ਕਰਨ ਲੱਗੇ। ਉਹ ਬੋਲਿਆ, ਤੈਨੂੰ ਕਾਹਲੀ ਤਾਂ ਨਹੀਂ? ਮੈਨੂੰ ਕੀ ਕਾਹਲੀ ਹੋ ਸਕਦੀ ਸੀ? ਘਰ ਵਿੱਚ ਕੋਈ ਉਡੀਕਦਾ ਨਹੀਂ, ਇੱਥੇ ਫਿਰ ਬਿਜਲੀ ਦੀ ਅਣਹੋਂਦ ਵਿੱਚ ਇੱਕ ਕੱਲ ਨੇ ਘੇਰ ਲੈਣਾ ਸੀ। ਉਹਦਾ ਸਾਥ ਵੀ ਮੈਨੂੰ ਚੰਗਾ ਲੱਗ ਰਿਹਾ ਸੀ। ਉਹ ਮੇਰੇ ਨਾਲ ਇਸੇ ਤਰ੍ਹਾਂ ਦਾ ਵਿਹਾਰ ਕਰ ਰਿਹਾ ਸੀ ਜਿਵੇਂ ਮੈਂ ਉਹਦੀ ਸੱਚਮੁੱਚ ਦੀ ਗਰਲਫ੍ਰੈਂਡ ਬਣ ਗਈ ਹੋਵਾਂ ਤੇ ਅਸੀਂ ਡੇਟ ਤੇ ਆਏ ਹੋਈਏ। ਤੇ ਮੈਂ ਇਸ ਦਾ ਆਨੰਦ ਮਾਣਨ ਲੱਗੀ। ਇੱਕ ਵਾਰ ਤੋਂ ਬਾਅਦ ਮੈਂ ਕਦੇ ਵੀ ਸ਼ਰਾਬ ਨਹੀਂ ਪੀਤੀ। ਹਾਂ, ਉਦੋਂ ਇੰਨੀ ਪੀ ਲਈ ਸੀ ਕਿ ਮੇਰੀ ਸੁੱਧ-ਬੁੱਧ ਗੁਆਚ ਗਈ ਸੀ, ਜਾਂ ਸ਼ਾਇਦ ਨਸ਼ੇ ਵਿੱਚ ਸੁੱਧ-ਬੁੱਧ ਆ ਗਈ ਸੀ ਕਿ ਮੈਂ ਸੁਹੇਲ ਦੇ ਅਖੌਤੀ ਦੋਸਤ ਦੇ ਘਰੂੰਟ ਮਾਰੇ ਸਨ ਤੇ ਉਹਨੂੰ ਇੰਨੀਆਂ ਜ਼ਿਆਦਾ ਗਾਲਾਂ ਪੱਬ ਵਿੱਚ ਕੱਢੀਆਂ ਸਨ ਜਿੱਥੇ ਉਹ ਮੈਨੂੰ ਆਪਣੇ ਨਾਲ ਲੈ ਕੇ ਗਿਆ ਸੀ। ਪਤਾ ਨਹੀਂ ਕਿ ਮੈਂ ਇੰਨਾ ਕੀ ਖਰੂਦ ਪਾਇਆ ਹੋਵੇ ਕਿ ਰਾਤ ਮੈਨੂੰ ਜੇਲ੍ਹ ਵਿੱਚ ਕੱਟਣੀ ਪਈ ਸੀ। ਉਸ ਤੋਂ ਬਾਅਦ ਮੈਂ ਕਦੇ ਸ਼ਰਾਬ ਨਹੀਂ ਪੀਤੀ। ਕਦੇ ਥੋੜ੍ਹੀ ਜਿਹੀ ਵਾਈਨ ਲੈ ਲੈਂਦੀ ਹਾਂ ਤੇ ਚਾਰਲੀ ਨਾਲ ਵੀ ਰੈਸਟੋਰੈਂਟ ਵਿੱਚ ਵਾਈਨ ਲੈ ਲਈ। ਮੈਂ ਉਸ ਨੂੰ ਨਿੱਕੇ ਸਵਾਲ ਪੁੱਛਦੀ ਰਹੀ, ਜਿਵੇਂ ਸੱਚੀ ਡੇਟ ਤੇ ਆਈ ਹੋਵਾਂ ਕਿ ਉਹ ਕੀ ਕੰਮ ਕਰਦਾ ਹੈ, ਟੀਵੀ ਤੇ ਕੀ ਦੇਖਦਾ ਹੈ, ਕੀ ਸ਼ੌਕ ਹਨ, ਹਾਕੀ ਬਾਰੇ, ਉਹਦੇ ਖਾਣੇ ਬਾਰੇ, ਸਵਾਦ ਬਾਰੇ। ਉਹਦਾ ਆਪਣੇ ਹੱਥਾਂ ਵਿੱਚ ਹੱਥ ਲੈ ਕੇ ਘੁੱਟਦੀ ਰਹੀ। ਉਹਦੇ ਕਾਰ ਚਲਾਉਂਦਿਆਂ ਆਪਣਾ ਸਿਰ ਉਹਦੇ ਮੋਢੇ ਨਾਲ ਲਾ ਦਿੱਤਾ ਸੀ, ਐਵੇਂ ਝੂਠ-ਮੂਠ ਦਾ ਪਿਆਰ ਜਤਾਉਣ ਲਈ। ਭਾਵੇਂ ਉਹ ਦਿਖਾਵਾ ਹੀ ਸੀ, ਪਰ ਮੈਨੂੰ ਚੰਗਾ ਲੱਗ ਰਿਹਾ ਸੀ। ਅਸੀਂ ਖਾਣੇ ਤੋਂ ਬਾਅਦ ਉਹਦੇ ਘਰ ਪਹੁੰਚ ਗਏ। ਉਸਨੇ ਅਚਾਨਕ ਇੱਕ ਪ੍ਰਸ਼ਨ ਪੁੱਛਿਆ ਜਿਸ ਦੀ ਮੈਨੂੰ ਇੱਕ ਪਲ ਸਮਝ ਨਾ ਆਈ। ਉਹਨੇ ਪੁੱਛਿਆ, ਤੂੰ ਉਹਨਾਂ ਨੂੰ ਇੰਨੀ ਨਫ਼ਰਤ ਕਰਦੀ ਹੈ? ਇੱਕ ਤਾਂ ਮੇਰੇ ਦਿਮਾਗ ਵਿੱਚ ਆਇਆ ਕਿ ਉਸਦਾ ਇਸ਼ਾਰਾ ਸੁਹੇਲ ਵੱਲ ਸੀ, ਪਰ ਉਸ ਬਾਰੇ ਤਾਂ ਮੈਂ ਇਸ ਨੂੰ ਕੁਝ ਜ਼ਿਕਰ ਵੀ ਨਹੀਂ ਕੀਤਾ। ਜਾਂ ਸ਼ਾਇਦ ਉਹ ਮੇਰੇ ਮਾਪਿਆਂ ਜਾਂ ਮਾਮੀ ਬਾਰੇ ਗੱਲ ਕਰ ਰਿਹਾ ਸੀ। ਮੈਨੂੰ ਸਮਝ ਨਾ ਲੱਗੀ। ਮੈਂ ਪੁੱਛ ਲਿਆ, ਕਿਹਨਾਂ ਨੂੰ? ਇੰਡੋ ਕੈਨੇਡੀਅਨ ਬੰਦਿਆਂ ਨੂੰ। ਤਾਂ ਇਸ ਦਾ ਮਤਲਬ ਮੇਰੇ ਇਸ਼ਤਿਹਾਰ ਵਿੱਚ ਲਿਖੀ ਲਾਈਨ "ਨੋ ਇੰਡੋ ਕੈਨੇਡੀਅਨ ਮੈਨ ਪਲੀਜ਼" ਤੋਂ ਸੀ। ਮੈਨੂੰ ਇੱਕਦਮ ਕੋਈ ਜਵਾਬ ਨਾ ਔੜਿਆ। ਕੀ ਮੈਂ ਇਸ ਨੂੰ ਦੱਸ ਦਿਆਂ ਕਿ ਮੈਂ ਇਸ਼ਤਿਹਾਰ ਵਿੱਚ ਇਹ ਕਿਉਂ ਲਿਖਿਆ ਸੀ, ਜਾਂ ਇਹਦੀ ਨਫ਼ਰਤ ਵਾਲੀ ਧਾਰਨਾ ਬਣੀ ਰਹਿਣ ਦਿਆਂ? ਕਿ ਸੱਚਮੁੱਚ ਇਹਨਾਂ ਨੂੰ ਨਫ਼ਰਤ ਕਰਦੀ ਹੈ? ਮੇਰੇ ਦਿਮਾਗ ਵਿੱਚ ਆਈ। ਇਹੋ ਜਿਹਾ ਪ੍ਰਸ਼ਨ ਮੇਰੇ ਦਿਮਾਗ ਵਿੱਚ ਉਸ ਦਿਨ ਵੀ ਉੱਠਿਆ ਸੀ ਜਿਸ ਦਿਨ ਮੈਂ ਪੱਕਾ ਫੈਸਲਾ ਕਰ ਰਿਹਾ ਸੀ ਕਿ ਇਸ਼ਤਿਹਾਰ ਵਿੱਚ ਇਹ ਲਿਖਣਾ ਹੈ। ਉਸ ਦਿਨ ਮੇਰੇ ਦਿਮਾਗ ਵਿੱਚ ਕਈ ਪੰਜਾਬੀ ਬੰਦਿਆਂ ਦੀਆਂ ਗੱਲਾਂ ਆਈਆਂ ਸਨ ਜਿਨ੍ਹਾਂ ਨੇ ਮੇਰੇ ਨਾਲ ਹਮਦਰਦੀ ਦਿਖਾਈ ਸੀ, ਪਰ ਮੇਰੇ ਅੰਦਰ ਨੂੰ ਵਲੂੰਦਰ ਸੁੱਟਿਆ ਸੀ। ਮੈਨੂੰ ਯਾਦ ਕਰਵਾਇਆ ਸੀ ਕਿ ਮੈਂ ਇੱਕ ਗੰਦੇ ਕੰਮ ਵਿੱਚ ਫਸੀ ਹੋਈ ਹਾਂ। ਮੈਂ ਮੂਹਰੇ ਕੁਝ ਵੀ ਨਹੀਂ ਸੀ ਬੋਲੀ, ਸਗੋਂ ਉਹਨਾਂ ਦੀ ਹਮਦਰਦੀ ਲਈ ਝੂਠੀ ਮੁੱਠੀ ਦਾ ਧੰਨਵਾਦ ਕੀਤਾ ਸੀ। ਉਹਨਾਂ ਦੀਆਂ ਕਈਆਂ ਗੱਲਾਂ ਚੇਤੇ ਸਨ, ਪਰ ਮੇਰੇ ਚਿਹਰੇ ਨਹੀਂ। ਉਹ ਤਕਰੀਬਨ ਹਰ ਵਾਰੀ ਹੋਇਆ ਸੀ ਜਦ ਵੀ ਕਦੇ ਕੋਈ ਪੰਜਾਬੀ ਬੰਦਾ ਮੇਰੇ ਕੋਲ ਆਇਆ। ਉਸ ਦਿਨ ਮੇਰੇ ਦਿਮਾਗ ਵਿੱਚ ਉਸ ਦਾ ਖਿਆਲ ਨਹੀਂ ਸੀ ਆਇਆ, ਪਰ ਉਹ ਵੀ ਤਾਂ ਪੰਜਾਬੀ ਸੀ। ਉਹਦੀਆਂ ਅੱਖਾਂ ਵੀ ਚਾਰਲੀ ਵਾਂਗ ਨਮ ਸਨ ਤੇ ਉਹਨੇ ਵੀ ਡਾਲਰ ਲਿਫਾਫੇ ਵਿੱਚ ਪਾ ਕੇ ਰੱਖੇ ਹੋਏ ਸਨ। ਉਹਨੇ ਵੀ ਉਹ ਲਿਫਾਫਾ ਬੈੱਡ ਤੇ ਰੱਖ ਦਿੱਤਾ ਸੀ। ਉਹਨੇ ਬੈੱਡ ਤੇ ਬੈਠਣ ਸਾਰ ਹੀ ਮੇਰੇ ਕੋਲੋਂ ਰਜਾਈ ਮੰਗੀ ਸੀ।
ਰਜਾਈ ਦੀ ਮੇਰੇ ਕੰਮ ਵਾਲੇ ਕਮਰੇ ਵਿੱਚ ਕਦੇ ਵੀ ਲੋੜ ਨਹੀਂ ਸੀ ਪਈ। ਇਹ ਕਮਰਾ ਮੈਂ ਸਿਰਫ ਪਾਸੇ ਲਈ ਰੱਖਿਆ ਹੋਇਆ ਸੀ, ਕੰਮ ਵਾਲੇ ਕੱਪੜੇ ਵੀ ਉਸ ਕਮਰੇ ਵਿੱਚ ਹੀ ਸੀ। ਕਈ ਵਾਰ ਮੈਨੂੰ ਇਹ ਕਮਰਾ ਪਿੰਡ ਵਾਲੇ ਹਟਵਾਣੀਆਂ ਦੀ ਹੱਟੀ ਵਰਗਾ ਲੱਗਦਾ ਸੀ, ਘਰ ਵਿੱਚ ਹੀ ਇੱਕ ਪਾਸੇ। ਇਸ ਕਮਰੇ ਵਿੱਚ ਰਜਾਈ ਨਹੀਂ ਸੀ, ਪਰ ਉਹਨੇ ਮੰਗੀ ਸੀ, ਕੀ ਕਰਦੀ। ਇਸ ਲਈ ਮੈਂ ਰਹਿਣ ਵਾਲੇ ਕਮਰੇ ਵਿੱਚੋਂ ਚੁੱਕ ਲਿਆਈ ਤੇ ਨਾਲੇ ਬਹਾਨੇ ਨਾਲ ਡਾਲਰ ਗਿਣਾ ਹੀ। ਸੋਚਿਆ ਆਪਣੇ ਲਈ ਨਵੀਂ ਰਜਾਈ ਲੈ ਆਵਾਂਗੀ, ਇਸ ਨੂੰ ਇਸ ਕਮਰੇ ਦੀ ਅਲਮਾਰੀ ਵਿੱਚ ਹੀ ਰੱਖਾਂਗੀ, ਕਦੇ ਕੋਈ ਇਹਦੇ ਵਰਗਾ ਕ੍ਰੇਜ਼ੀ ਗਾਹਕ ਆਏਗਾ ਤਾਂ ਉਹਨੂੰ ਦੇ ਦਿਆਂਗੀ। ਸੱਚੀ ਉਸ ਵਕਤ ਮੈਨੂੰ ਇਸ ਤਰ੍ਹਾਂ ਹੀ ਲੱਗਾ ਸੀ। ਰਜਾਈ ਉੱਪਰ ਲੈ ਕੇ ਉਹ ਆਖਣ ਲੱਗਾ ਕਿ ਮੈਂ ਬੱਤੀ ਬੁਝਾਵਾਂ ਦਾ, ਤੇ ਰਜਾਈ ਦਾ ਪੱਲਾ ਉਸ ਚੁੱਕ ਰੱਖਿਆ ਸੀ ਕਿ ਆ ਜਾ ਤੂੰ ਵੀ। ਮੈਂ ਬੱਤੀ ਬੁਝਾ ਕੇ ਉਸਦੇ ਨਾਲ ਪੈ ਗਈ। ਉਹਨੇ ਆਪਣਾ ਸਿਰ ਮੇਰੀ ਹਿੱਕ ਨਾਲ ਲਾ ਲਿਆ ਤੇ ਉਹ ਤਾਂ ਹੀ ਰੋਣ ਲੱਗਿਆ। ਉਸ ਦੀ ਆਵਾਜ਼ ਵਿੱਚ ਪਤਾ ਨਹੀਂ ਕੀ ਸੀ। ਮੈਂ ਤੁਰੰਤ ਪਸੀਜੀ ਗਈ, ਮੇਰਾ ਹੱਥ ਉਹਦੇ ਕੇਸਾਂ ਵਿੱਚ ਚਲਾ ਗਿਆ, ਮੇਰੀਆਂ ਅੱਖਾਂ ਵਿੱਚ ਨਮੀ ਆ ਗਈ। ਉਹ ਹੋਰ ਮੇਰੇ ਨਾਲ ਲੱਗਦਾ ਜਾਵੇ ਤੇ ਫਿਰ ਕੁਝ ਦੇਰ ਬਾਅਦ ਉਹਦਾ ਰੋਣ ਹਲਕਾ ਹੋਇਆ। ਉਹ ਬੋਲਿਆ, ਮੇਰਾ ਘਰ ਬਹੁਤ ਠੰਡਾ ਹੈ, ਉੱਥੇ ਬਹੁਤ ਹਨੇਰਾ ਹੈ, ਉੱਥੇ ਕੋਈ ਵੀ ਨਹੀਂ ਹੈ, ਮੇਰਾ ਕੋਈ ਵੀ ਨਹੀਂ ਹੈ ਇਸ ਦੁਨੀਆ ਤੇ ਫਿਰ ਉਹ ਤਾਂ ਹੀ ਰੋ ਪਿਆ। ਹੈ ਕਿਉਂ ਨਹੀਂ, ਮੈਂ ਹਾਂ ਨਾ, ਮੈਂ ਹਾਂ ਤੇਰੇ ਲਈ। ਮੈਨੂੰ ਆਪ ਮੌਰੇ ਹੀ ਆਪਣੇ ਨਾਲ ਕੁੱਟ ਲਿਆ ਤੇ ਇਹ ਸ਼ਬਦ ਵੀ ਆਪਣੇ ਆਪ ਹੀ ਨਿਕਲੇ ਸਨ। ਤੇ ਫਿਰ ਉਸਨੇ ਦੱਸਿਆ ਕਿ ਉਹਦੀ ਪਤਨੀ ਤੇ ਉਹਦਾ ਬੇਟਾ ਕਾਰ ਐਕਸੀਡੈਂਟ ਵਿੱਚ ਮਾਰੇ ਗਏ ਹਨ। ਆਪਣਾ ਮਨ ਹਲਕਾ ਕਰਕੇ ਉਹ ਜਾਣ ਲੱਗਾ ਤਾਂ ਮੈਂ ਆਖ ਦਿੱਤਾ ਕਿ ਉਹ ਇੱਥੇ ਰਾਤ ਰਹਿ ਸਕਦਾ ਹੈ, ਪਰ ਉਹ ਚਲਾ ਗਿਆ। ਜਾਣ ਲੱਗੇ ਨੂੰ ਇਉਂ ਕਿਹਾ ਸੀ ਕਿ ਉਹ ਕਦੇ ਵੀ ਇੱਥੇ ਆ ਸਕਦਾ ਹੈ, ਪਰ ਉਹ ਮੁੜ ਕੇ ਕਦੇ ਵੀ ਇੱਥੇ ਨਹੀਂ ਆਇਆ। ਮੇਰਾ ਜੀ ਕਰਦਾ ਸੀ ਜੇ ਉਹ ਮੁੜ ਆਵੇ ਤਾਂ ਉਸ ਨੂੰ ਆਪਣੇ ਰਹਿਣ ਵਾਲੇ ਕਮਰੇ ਵਿੱਚ ਲਿਜਾਵਾਂ। ਉਸ ਵਾਲੀ ਰਜਾਈ ਵੀ ਮੈਂ ਆਪਣੇ ਕਮਰੇ ਵਿੱਚ ਮੁੜ ਤੋਂ ਲੈ ਲਈ ਸੀ। ਸੁਹੇਲ ਦੇ ਕਾਰੇ ਤੋਂ ਬਾਅਦ ਮੇਰਾ ਕਦੇ ਵੀ ਕਿਸੇ ਮਰਦ ਉੱਤੇ ਦਿਲ ਨਹੀਂ ਸੀ ਧੜਕਿਆ ਤੇ ਉਸ ਲਈ ਧੜਕਿਆ, ਪਰ ਉਹ ਮੁੜ ਕੇ ਕਦੇ ਨਹੀਂ ਆਇਆ। ਉਸ ਨੂੰ ਯਾਦ ਕਰਕੇ ਸੋਚਦੀ ਹਾਂ, ਇੰਨਾ ਪਿਆਰ ਕਰਨ ਵਾਲੇ ਮੇਰੇ ਵਾਰੀ ਕਿੱਥੇ ਚਲੇ ਗਏ ਸੀ। ਉਸ ਦੀ ਯਾਦ ਮੈਨੂੰ ਇਸ਼ਤਿਹਾਰ ਵਿੱਚ ਉਸ ਲਾਈਨ ਪਾਉਣ ਤੋਂ ਬਾਅਦ ਦੂਜੇ ਤੀਜੇ ਦਿਨ ਆਈ ਸੀ। ਜੇ ਉਸਨੇ ਕਦੇ ਦੁਬਾਰਾ ਆਉਣਾ ਹੋਇਆ, ਮੇਰੇ ਅੰਦਰੋਂ ਆਵਾਜ਼ ਉੱਠੀ। ਮੇਰਾ ਜੀ ਕੀਤਾ ਕਿ ਮੈਂ ਉਹ ਲਾਈਨ ਹਟਾ ਦੇਵਾਂ। ਤੇ ਫਿਰ ਮੈਨੂੰ ਯਾਦ ਆ ਗਿਆ ਕਿ ਉਹਨੇ ਮੈਨੂੰ ਆਪਣੀ ਈਮੇਲ ਤੋਂ ਫੇਸਬੁੱਕ ਵਾਲੀ ਜਾਲੀ ਨਾਂ ਹੇਠ ਆਈਡੀ ਵੀ ਦਿੱਤੀ ਸੀ। ਜੇ ਉਸਨੇ ਮੁੜ ਆਉਣਾ ਹੋਇਆ ਤਾਂ ਦੁਬਾਰਾ ਉਹਨਾਂ ਰਾਹੀਂ ਸੰਪਰਕ ਕਰ ਸਕਦਾ ਸੀ। ਇਸ਼ਤਿਹਾਰ ਵਿੱਚ ਉਹ ਲਾਈਨ ਪਾਉਣ ਵਾਲੇ ਦਿਨ ਮੈਨੂੰ ਉਹ ਗੋਰਾ ਵੀ ਚੇਤੇ ਨਹੀਂ ਆਇਆ ਜਿਸਨੇ ਸਾਰੀ ਰਾਤ ਮੈਨੂੰ ਸੂਲੀ ਟੰਗੀ ਰੱਖਿਆ ਸੀ। ਮੇਰੇ ਨਾਲ ਜ਼ਬਰ ਜਨਾਹ ਕਰਦਾ ਰਿਹਾ, ਮਾਰ ਕੁਟਾਈ ਵੀ ਕਰ ਗਿਆ। ਜਾਣ ਲੱਗਾ ਮੇਰੇ ਕੋਲ ਪਏ $2000 ਵੀ ਲੈ ਗਿਆ ਸੀ। ਜਿਸ ਦਿਨ ਇਸ਼ਤਿਹਾਰ ਵਿੱਚ ਉਹ ਲਾਈਨ ਪਾਈ ਸੀ ਉਸ ਦਿਨ ਤਾਂ ਗੱਲਾਂ ਵਿੱਚ ਸੂਲਾਂ ਚੁਭੀਆਂ ਸਨ, ਤਾਂ ਉਹ ਬਜ਼ੁਰਗ ਦਾ ਚਿਹਰਾ ਮੇਰੀਆਂ ਸਾਰੀਆਂ ਗੱਲਾਂ ਦੇ ਉੱਤੇ ਹਾਵੀ ਹੋ ਗਿਆ ਸੀ। ਬਜ਼ੁਰਗ ਦਾ ਚਿਹਰਾ ਤਾਂ ਪੂਰੀ ਤਰ੍ਹਾਂ ਦੇਖਿਆ ਵੀ ਨਹੀਂ ਸੀ ਗਿਆ। ਉਸ ਦਿਨ ਕਿਸੇ ਦਾ ਬਾਰ-ਬਾਰ ਬਗੈਰ ਨੰਬਰ ਤੋਂ ਫੋਨ ਆਇਆ। ਫਿਰ ਗੁਰਦੁਆਰੇ ਦੇ ਨੰਬਰ ਤੋਂ ਫੋਨ ਆਇਆ। ਮੈਂ ਸੋਚਿਆ ਕੋਈ ਆਪਣਾ ਨੰਬਰ ਲੁਕੋ ਕੇ ਫੋਨ ਕੀਤਾ ਹੋਵੇਗਾ। ਅਸਫਲ ਹੋਣ ਤੋਂ ਬਾਅਦ ਗੁਰਦੁਆਰੇ ਰੁਕ ਕੇ ਫੋਨ ਕਰ ਲਿਆ ਹੋਵੇਗਾ। ਮੇਰੇ ਫੋਨ ਤੇ ਗੁਰਦੁਆਰੇ ਦਾ ਨਾਂ ਆਇਆ ਸੀ। ਫੋਨ ਕਰਨ ਤੋਂ ਘੰਟਾ ਕੁ ਬਾਅਦ ਉਹ ਪਹੁੰਚਿਆ ਸੀ। ਦਰਵਾਜ਼ਾ ਖੋਲ੍ਹਣ ਸਾਰ ਮੈਂ ਭਮੱਤਰ ਗਈ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕੀ ਕਰਾਂ। ਜਿਵੇਂ ਮੇਰਾ ਦਾਦਾ ਦਰਵਾਜ਼ੇ ਵਿੱਚ ਆ ਕੇ ਖੜੋਤਾ ਹੋਵੇ। ਉਹ ਇੱਕ ਖੁੱਲੀ ਚਿੱਟੀ ਦਾੜੀ। ਉਸ ਦੇ ਬੋਲਾਂ ਨੇ ਮੈਨੂੰ ਝੁਲਾ ਦਿੱਤਾ। ਉਹ ਬੋਲਿਆ, ਮੈਂ ਕੱਲ ਨੂੰ ਸੱਚੀ $1 ਲੈ ਕੇ ਆਊਂ, ਅੱਜ ਤਾਂ ਮੈਂ ਦੇਖਣ ਹੀ ਆਇਆ ਸੀ। ਤੇ ਉਹ ਮੁੜ ਗਿਆ। ਮੈਂ ਦਰਵਾਜ਼ਾ ਢੋ ਕੇ ਉੱਥੇ ਬੈਠ ਗਈ। ਕੀ ਦੇਖਣਾ ਸੀ ਇਹ ਬਜ਼ੁਰਗ? ਕੀ ਦੇਖਣ ਆਇਆ ਸੀ ਕਿ ਸੱਚੀ ਉਸਦੀ ਪੋਤੀ? ਇਸ ਤੋਂ ਅੱਗੇ ਮੈਂ ਸੋਚ ਨਾ ਸਕੀ। ਮੇਰਾ ਜੀ ਕਰਦਾ ਸੀ ਕਿ ਮੈਂ ਇੱਥੇ ਹੀ ਗਰਕ ਜਾਵਾਂ। ਮੇਰਾ ਕੈਨੇਡਾ ਤੁਰਨ ਵੇਲੇ ਦਾਦੇ ਦਾ ਉਵੇਂ ਹੀ ਕਿਹਾ ਮੇਰੇ ਅੰਦਰ ਗੂੰਜਣ ਲੱਗਾ। ਉਹਨੇ ਕਿਹਾ ਸੀ, ਕੁੜੀਏ ਸਿਆਣੀ ਬਣ ਕੇ ਰਹੀ। ਉਹ ਤੋਂ ਪਹਿਲਾਂ ਉਹਨੇ ਮੇਰੇ ਡੈਡੀ ਨੂੰ ਕਿਹਾ ਸੀ, ਉਹ ਨਾ ਭੇਜ ਕੁੜੀ ਨੂੰ ਪ੍ਰਦੇਸ਼। ਜਿਉਂ ਹੀ ਦਾਦੇ ਦਾ ਚਿਹਰਾ ਮੇਰੀਆਂ ਅੱਖਾਂ ਮੂਹਰੇ ਆਉਂਦਾ, ਮੈਨੂੰ ਆਪਣੇ ਆਪ ਤੋਂ ਕਚਿਆਣ ਜਿਹੀ ਆਉਣ ਲੱਗਦੀ। ਮੁੜ ਕੇ ਸਭ ਅੱਖਾਂ ਮੂਹਰੇ ਘੁੰਮਿਆ ਸੀ। ਸੁਹੇਲ ਦਾ ਵੈਨਕੂਵਰ ਲਿਆਉਣਾ ਤੇ ਫਿਰ ਦਲਦਲ ਵਿੱਚ ਧੱਕ ਕੇ ਲਾਪਤਾ ਹੋ ਜਾਣਾ। ਤੇ ਮੇਰਾ ਜੀ ਕਰਦਾ ਕਿ ਕੁਝ ਵੀ ਮੇਰੇ ਦਿਮਾਗ ਵਿੱਚ ਨਾ ਆਵੇ। ਮੈਨੂੰ ਪੱਠੇ ਕੁੱਤਰਨ ਵਾਲੀ ਮਸ਼ੀਨ ਦੀ ਸੀ। ਮੇਰਾ ਜੀ ਕਰਦਾ ਸੀ ਕਿ ਮੇਰਾ ਸਿਰ ਉਸ ਦੀਆਂ ਗਰਾਰੀਆਂ ਵਿੱਚ ਦੀ ਲੰਘ ਜਾਵੇ ਤੇ ਅੰਦਰਲੇ ਸਾਰੇ ਖਿਆਲ ਉਸ ਵਿੱਚ ਨਪੀੜ ਕੇ ਨੁੱਚੜ ਜਾਣ। ਪਰ ਖਿਆਲਾਂ ਨੇ ਕਿੱਥੇ ਨੁੱਚੜਨਾ ਸੀ। ਸੋਚਿਆ ਕਿ ਹੁਣ ਬਸ ਹੋਰ ਨਹੀਂ, ਜਿੰਨਾ ਕੁਝ ਕਰ ਲਿਆ ਬਹੁਤ ਕਰ ਲਿਆ। ਸਾਰਾ ਦਿਨ ਆਪਣਾ ਫੋਨ ਕਰ ਦਿੱਤਾ, ਨਵਾਂ ਇਸ਼ਤਿਹਾਰ ਵੀ ਨਹੀਂ ਪਾਇਆ। ਦਾਦਾ ਤਾਂ ਕਦੋਂ ਦਾ ਚੜਾਈ ਕਰ ਗਿਆ ਸੀ, ਉਹਨੇ ਕਿੱਥੇ ਆਉਣਾ ਸੀ। ਦਾਦੇ ਦਾ ਚਿਹਰਾ ਦਿਸਣੋਂ ਕੁਝ ਘਟਿਆ ਤਾਂ ਗਿਣਤੀਆਂ ਮਿੰਟੀਆਂ ਵਿੱਚ ਪੈ ਗਿਆ। 50,000 ਹੋਰ ਜੁੜ ਜਾਣ ਤਾਂ ਪੱਕੇ ਪੈਰੀਂ ਆਪਣਾ ਬਿਜ਼ਨਸ ਸ਼ੁਰੂ ਕਰ ਲਵਾਂ। ਦਾਦੇ ਵਰਗਾ ਪੰਜਾਬੀ ਆ ਕੇ ਮੁੜ ਅੰਦਰ ਖਲਬਲੀ ਨਾ ਮਚਾਵੇ।
ਇਹ ਸੋਚ ਕੇ ਮਨ ਬਣਾ ਲਿਆ ਕਿ ਕਿਸੇ ਆਪਣੇ ਬੰਦੇ ਨੂੰ ਮਿਲਣਾ ਹੀ ਨਹੀਂ, ਤੇ ਇਸ਼ਤਿਹਾਰ ਵਿੱਚੋਂ ਲਾਈਨ ਜੋੜ ਦਿੱਤੀ। ਮੇਰਾ ਇਸ਼ਤਿਹਾਰ ਪੜ੍ਹ ਮੇਰੀ ਸਾਥਣ ਅਨੀਤਾ ਦਾ ਫੋਨ ਆਇਆ ਸੀ। ਉਹ ਬੋਲੀ, ਇਹ ਤੂੰ ਕੀ ਕਰ ਰਹੀ ਹੈ? ਇਹ ਤਾਂ ਸਗੋਂ ਸਭ ਤੋਂ ਸੌਖੇ ਹੁੰਦੇ ਆ, ਵਿਚਾਰੇ ਡਰੇ ਹੋਏ ਆਉਂਦੇ ਆ ਤੇ ਮਿੰਟਾਂ 'ਚ ਹੀ ਮੁੜ ਜਾਂਦੇ ਆ। ਮੈਨੂੰ ਵੀ ਇਹਦਾ ਪਤਾ ਸੀ, ਇਹ ਵੀ ਅਹਿਸਾਸ ਸੀ ਕਿ ਇਸ ਨਾਲ ਕਮਾਈ ਵਿੱਚ ਵੀ ਵੱਡਾ ਫਰਕ ਪਵੇਗਾ, ਪਰ ਬਚਣ ਲਈ ਇਹੀ ਤਰੀਕਾ ਮੈਨੂੰ ਠੀਕ ਲੱਗਾ। ਅਨੀਤਾ ਦੀਆਂ ਸਲਾਹਾਂ ਮੈਨੂੰ ਹਮੇਸ਼ਾ ਹੀ ਠੀਕ ਲੱਗਦੀਆਂ ਸਨ। ਜੇ ਉਹ ਮੈਨੂੰ ਨਾ ਮਿਲਦੀ ਤਾਂ ਸ਼ਾਇਦ ਮੈਂ ਕਦੇ ਵੀ ਵਾਪਸ ਮੁੜਨ ਬਾਰੇ ਨਾ ਸੋਚਦੀ, ਕਦੇ ਵੀ ਆਪਣਾ ਬੁਟੀਕ ਖੋਲ੍ਹਣ ਬਾਰੇ ਨਾ ਸੋਚਦੀ। ਉਸਨੇ ਤਾਂ ਮੈਨੂੰ ਆਪਣੇ ਵਾਂਗ ਅੱਗੇ ਪੜ੍ਹਾਈ ਕਰਨ ਲਈ ਉਕਸਾਇਆ ਸੀ। ਮੈਂ ਪੜ੍ਹਨ ਬਾਰੇ ਤਾਂ ਨਾ ਸੋਚ ਸਕੀ, ਪਰ ਮੇਰਾ ਸੂਟਾਂ ਦੇ ਡਿਜ਼ਾਈਨਾਂ ਦਾ ਸ਼ੌਕ ਮੁੜ ਜਾਗ ਪਿਆ। ਪਰ ਉਸ ਦੀ ਇਸ਼ਤਿਹਾਰ ਵਿੱਚ ਲਾਈਨ ਕੱਟਣ ਦੀ ਸਲਾਹ ਮੈਂ ਨਾ ਮੰਨੀ, ਤੇ ਹੁਣ ਸ਼ਾਇਦ ਇਸੇ ਲਾਈਨ ਕਰਕੇ ਹੀ ਚਾਰਲੀ ਨੇ ਪੁੱਛਿਆ ਸੀ, ਤੂੰ ਉਹਨਾਂ ਨੂੰ ਇੰਨੀ ਨਫ਼ਰਤ ਕਰਦੀ ਹੈ? ਇੱਕ ਪਲ ਮੈਂ ਵੀ ਸ਼ੈਸ਼ੋ-ਪੰਜ ਵਿੱਚ ਪੈ ਗਈ ਕਿ ਕੀ ਮੈਂ ਸੱਚਮੁੱਚ ਹੀ ਉਹਨਾਂ ਨੂੰ ਨਫ਼ਰਤ ਕਰਦੀ ਹਾਂ? ਇਹ ਮੇਰੇ ਪਾਸਟ ਦਾ ਦਰਦ ਹੈ ਜਾਂ ਭਵਿੱਖ ਦੀ ਚਿੰਤਾ, ਮੈਨੂੰ ਨਹੀਂ ਪਤਾ। ਮੇਰੀਆਂ ਸੋਚਾਂ ਰਲਗੱਡ ਹੋ ਜਾਂਦੀਆਂ ਨੇ। ਜਦੋਂ ਵੀ ਕੋਈ ਆਪਣਾ ਮੇਰੇ ਕੋਲ ਆਉਂਦਾ ਹੈ ਤਾਂ ਮੇਰੇ ਅੰਦਰ ਵੱਖਰੀ ਕਿਸਮ ਦੀਆਂ ਭਾਵਨਾਵਾਂ ਉੱਠਦੀਆਂ ਹਨ। ਕੀ ਉਹ ਨਫ਼ਰਤ ਹੁੰਦੀ ਹੈ, ਜਾਂ ਪੰਜਾਬੀ ਸਮਾਜ ਵਿੱਚ ਪਤਾ ਲੱਗਣ ਦਾ ਡਰ, ਜਾਂ ਕੁਝ ਹੋਰ? ਇਸ ਬਾਰੇ ਮੈਨੂੰ ਨਹੀਂ ਪਤਾ ਕਿ ਉਹ ਕੀ ਹੈ, ਪਰ ਮੈਂ ਕੁਝ ਅਪਸੈਟ ਜ਼ਰੂਰ ਹੋ ਜਾਂਦੀ ਹੈ। ਕੀ ਮੈਂ ਚਾਰਲੀ ਨੂੰ ਦੱਸ ਦਿਆਂ ਕਿ ਲਾਈਨ ਮੈਂ ਕਿਉਂ ਇਸ਼ਤਿਹਾਰ ਵਿੱਚ ਲਿਖੀ ਸੀ, ਜਾਂ ਇਸ ਨੂੰ ਇਸੇ ਤਰ੍ਹਾਂ ਸੋਚਦੇ ਰਹਿਣ ਦਿਆਂ ਜਿਸ ਤਰ੍ਹਾਂ ਦੀ ਧਾਰਨਾ ਇਸਨੇ ਬਣਾ ਲਈ ਸੀ? ਇਸ ਬਾਰੇ ਮੈਂ ਕੋਈ ਵੀ ਫੈਸਲਾ ਨਾ ਕਰ ਸਕੀ। ਮੈਂ ਚੁੱਪ ਰਹੀ। ਮੇਰੀ ਚੁੱਪ ਨੂੰ ਉਹਨੇ ਸ਼ਾਇਦ ਹਾਂ ਸਮਝ ਲਿਆ। ਉਹ ਬੋਲਿਆ, ਇਹ ਸਾਰੇ ਇਹੋ ਜਿਹੇ ਹੀ ਹੁੰਦੇ ਆ। ਦੇਖਿਆ, ਤੂੰ ਦੇਖਿਆ ਦਿੱਲੀ ਵਿੱਚ ਉਹਨਾਂ ਮਾਸੂਮ ਕੁੜੀ ਦਾ ਬਲਾਤਕਾਰ ਕੀਤਾ? ਕੀ ਤੂੰ ਯਕੀਨ ਕਰ ਸਕਦੀ ਹੈ ਕਿ ਚੱਲਦੀ ਬੱਸ ਵਿੱਚ ਇੰਨੇ ਜਣਿਆਂ ਨੇ? ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਇਹ ਖਬਰ ਬਹੁਤ ਦਿਨ ਅਖਬਾਰਾਂ, ਟੀਵੀ ਤੇ ਸੋਸ਼ਲ ਮੀਡੀਆ ਤੇ ਚੱਲਦੀ ਰਹੀ ਸੀ, ਪਰ ਜਿਸ ਤਰ੍ਹਾਂ ਬੋਲ ਰਿਹਾ ਸੀ, ਇਸ ਨੂੰ ਸੁਣ ਕੇ ਮੇਰੇ ਦਿਮਾਗ ਵਿੱਚ ਆਇਆ ਕਿ ਇਸ ਨੂੰ ਇੰਨਾ ਦੁੱਖ ਕਿਉਂ ਪਹੁੰਚਿਆ। ਉਹ ਬੋਲੀ ਜਾ ਰਿਹਾ ਸੀ, ਇਹ ਆਪਣੀਆਂ ਕੁੜੀਆਂ ਨੂੰ ਆਪਣੀ ਇੱਜ਼ਤ ਨਾਲ ਜੋੜ ਕੇ ਦੇਖਦੇ ਆ। ਇਹ ਨਹੀਂ ਚਾਹੁੰਦੇ ਕਿ ਇਹਨਾਂ ਦੀਆਂ ਕੁੜੀਆਂ ਕਿਸੇ ਹੋਰ ਧਰਮ ਜਾਂ ਨਸਲ ਦੇ ਬੰਦੇ ਨਾਲ ਦੋਸਤੀ ਕਰਨ, ਪਰ ਇਹ ਆਪ ਦੂਜੀਆਂ ਦੀਆਂ ਕੁੜੀਆਂ ਨੂੰ ਖਰਾਬ ਕਰਕੇ ਖੁਸ਼ ਹੁੰਦੇ ਆ। ਮੈਨੂੰ ਯਕੀਨ ਹੈ ਕਿ ਤੂੰ ਵੀ ਇਹਨਾਂ ਦਾ ਸ਼ਿਕਾਰ ਹੋਈ ਹੈ। ਮੈਨੂੰ ਵੀ ਇਹਨਾਂ ਨੇ ਐਡਾ ਜ਼ਖਮ ਦਿੱਤਾ ਹੈ। ਮੈਂ ਉਸ ਨੂੰ ਬਾਹਾਂ ਵਿੱਚ ਕੁੱਟਿਆ ਤੇ ਉਹਦੀ ਪਿੱਠ ਨੂੰ ਪਲੋਸਿਆ। ਚੱਲ ਛੱਡ, ਆਪਾਂ ਆਪਣੀ ਸ਼ਾਮ ਦਾ ਆਨੰਦ ਲਈਏ। ਮੈਂ ਕਿਹਾ, ਨਹੀਂ, ਮੈਨੂੰ ਕਹਿਣ ਦੇ, ਫਿਕਰ ਨਾ ਕਰ, ਆਪਾਂ ਰਲ ਕੇ ਆਪਣੀ ਸ਼ਾਮ ਦਾ ਆਨੰਦ ਲਵਾਂਗੇ। ਤੈਨੂੰ ਪਤਾ ਇਹਨਾਂ ਨੇ ਮੇਰੇ ਨਾਲ ਕੀ ਕੀਤਾ? ਮੈਂ ਉਸ ਵੱਲ ਵੇਖਿਆ। ਉਹ ਬੋਲਿਆ, 3 ਬਲੱਡੀ ਈਸਟ ਇੰਡੀਅਨ ਮੁੰਡਿਆਂ ਨੇ ਮੇਰੀ 17 ਸਾਲਾਂ ਦੀ ਧੀ ਨਾਲ ਬਲਾਤਕਾਰ ਕੀਤਾ ਤੇ ਫਿਰ ਉਸ ਨੂੰ ਮਾਰ ਦਿੱਤਾ। ਮੈਂ ਇਹਨਾਂ ਸਾਰਿਆਂ ਨੂੰ ਨਫ਼ਰਤ ਕਰਦਾ। ਉਸ ਦੇ ਸਾਹ ਤੇਜ਼ ਹੋ ਗਏ। ਉਸ ਨੂੰ ਸ਼ਾਂਤ ਕਰ ਲਈ। ਮੈਂ ਉਸਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਕੁੱਟਿਆ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਇਸ ਨੂੰ ਕਿਵੇਂ ਸ਼ਾਂਤ ਕਰਾਂ। ਮੈਂ ਪੁੱਛ ਲਿਆ, ਕੀ ਉਹ ਫੜੇ ਗਏ? ਹਾਂ, ਉਹ ਜੇਲ੍ਹ ਵਿੱਚ ਬੰਦ ਨੇ। ਬਹੁਤ ਚੰਗਾ ਹੋਇਆ, ਉਹਨਾਂ ਨੂੰ ਉੱਥੇ ਹੀ ਸੜਨਾ ਚਾਹੀਦਾ ਸੀ, ਮੈਂ ਕਿਹਾ। ਕੁਝ ਦੇਰ ਬਾਅਦ ਉਸ ਨੂੰ ਸ਼ਾਂਤ ਕਰਦੀ ਰਹੀ। ਕੁਝ ਕੁ ਪਲਾਂ ਬਾਅਦ ਉਹ ਅੰਦਰ ਵੱਲ ਗਿਆ, ਸ਼ਾਇਦ ਗੁਸਲਖਾਨੇ ਵਿੱਚ ਗਿਆ ਹੋਵੇਗਾ। ਫਿਰ ਆ ਕੇ ਉਹਨੇ ਗਲਾਸਾਂ ਵਿੱਚ ਵਾਈਨ ਪਾਈ ਤੇ ਬੋਲਿਆ, ਆ, ਇਹਨਾਂ ਤੋਂ ਰਲ ਕੇ ਬਦਲਾ ਲਈਏ। ਮੈਂ ਉਸ ਦਾ ਭਾਵ ਨਾ ਸਮਝ ਸਕੀ। ਉਹ ਫਿਰ ਬੋਲਿਆ, ਜਦੋਂ ਈਸਟ ਇੰਡੀਅਨ ਕੁੜੀ ਕਿਸੇ ਹੋਰ ਨਸਲ ਦੇ ਬੰਦੇ ਨਾਲ ਜਾਂਦੀ ਹੈ ਤਾਂ ਇਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਨਾ? ਮੈਂ ਕੁਝ ਨਾ ਕਿਹਾ। ਉਹ ਬੋਲਿਆ, ਮੈਂ ਜਦੋਂ ਕਿਸੇ ਈਸਟ ਇੰਡੀਅਨ ਕੁੜੀ ਦੇ ਕੱਪੜੇ ਉਤਾਰਦਾ ਤਾਂ ਮੈਨੂੰ ਬਹੁਤ ਸਕੂਨ ਮਿਲਦਾ ਹੈ। ਮੈਨੂੰ ਲੱਗਦਾ ਜਿਵੇਂ ਆਪਣੀ ਧੀ ਦਾ ਬਦਲਾ ਲੈ ਰਿਹਾ ਹੋਵਾਂ। ਜੇ ਕਦੇ ਮੈਨੂੰ ਕੋਈ ਈਸਟ ਇੰਡੀਅਨ ਕੁੜੀ ਨਹੀਂ ਲੱਭਦੀ ਤਾਂ ਜਿਹੜੀ ਵੀ ਮਿਲਦੀ ਹੈ ਮੈਂ ਉਹਨੂੰ ਪੰਜਾਬੀ ਸੂਟ ਪਵਾ ਦਿੰਦਾ ਤੇ ਆਪ ਲਾਉਣਾ। ਪਰ ਅੱਜ ਤਾਂ ਮੇਰੇ ਕੋਲ ਕੁੜੀ ਵੀ ਈਸਟ ਇੰਡੀਅਨ ਹੈ ਤੇ ਸੂਟ ਵੀ, ਤੇ ਕੁੜੀ ਵੀ ਉਹ ਜਿਹੜੀ ਈਸਟ ਇੰਡੀਅਨ ਨੂੰ ਆਪ ਵੀ ਨਫ਼ਰਤ ਕਰਦੀ ਹੈ। ਅੱਜ ਦੀ ਸ਼ਾਮ ਸਪੈਸ਼ਲ ਹੋਵੇਗੀ। ਆਖ ਕੇ ਉਹ ਮੁਸਕਰਾ ਪਿਆ। ਮੈਨੂੰ ਉਸ ਦੀ ਮੁਸਕਰਾਹਟ ਬੁਰੀ ਲੱਗੀ। ਮੈਂ ਕਿਹਾ, ਮੇਰੇ ਕੋਲ ਪੰਜਾਬੀ ਸੂਟ ਨਹੀਂ ਹੈ। ਉਸ ਦੀ ਚਿੰਤਾ ਨਾ ਕਰ, ਉਹ ਮੈਂ ਖਰੀਦ ਕੇ ਰੱਖੇ ਹੋਏ ਨੇ, ਆ ਤੈਨੂੰ ਦੇਵਾਂ, ਤੂੰ ਉਹ ਪਾ ਲੈ। ਉਹ ਬੋਲਿਆ। ਮੈਂ ਉਵੇਂ ਹੀ ਬੈਠੀ ਰਹੀ। ਮੈਂ ਕਿਹਾ, ਜੇ ਉਹ ਬਲਾਤਕਾਰੀ ਈਸਟ ਇੰਡੀਅਨਾਂ ਦੀ ਥਾਂ ਗੋਰੇ ਹੁੰਦੇ ਤਾਂ ਤੂੰ ਕਿਸ ਤੋਂ ਬਦਲਾ ਲੈਂਦਾ? ਗੋਰੇ ਇਸ ਤਰ੍ਹਾਂ ਨਹੀਂ ਕਰਦੇ, ਉਸਨੇ ਜਵਾਬ ਦਿੱਤਾ। ਕਿਉਂ ਨਹੀਂ ਕਰਦੇ? ਵਿਲੀ ਪਿਕਟਨ ਕੌਣ ਹੈ ਜਿਸਨੇ ਇੰਨੀਆਂ ਕੁੜੀਆਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਮਾਰਿਆ ਤੇ ਫਿਰ ਉਹਨਾਂ ਦਾ ਮਾਸ ਆਪਣੇ ਸੂਰਾਂ ਨੂੰ ਖਵਾ ਦਿੱਤਾ? ਮੈਂ ਉਸਨੂੰ ਵੈਨਕੂਵਰ ਦੇ ਬਹੁਤ ਬਦਨਾਮ ਕਾਤਲ ਦੀ ਉਦਾਹਰਣ ਦਿੱਤੀ। ਉਹਦੀ ਗੱਲ ਛੱਡ, ਉਹ ਅਪਰਾਧੀ ਸੀ। ਆ ਪੰਜਾਬੀ ਸੂਟ ਪਾ ਲੈ। ਉਹਨਾਂ ਨੇ ਆਪਣਾ ਹੱਥ ਅਗਾਂਹ ਕਰਕੇ ਕਿਹਾ, ਇਹ ਵੀ ਤਾਂ ਅਪਰਾਧੀ ਸਨ, ਤੇ ਤੂੰ ਕਿਸੇ ਅਪਰਾਧੀ ਦਾ ਬਦਲਾ ਪੰਜਾਬੀ ਸੂਟ ਤੋਂ ਕਿਉਂ ਲੈਣਾ ਚਾਹੁੰਦਾ? ਚੇਤੇ ਰੱਖ, ਮੈਂ ਤੈਨੂੰ ਡਾਲਰ ਦਿੱਤੇ ਨੇ।
ਪਰ ਪੰਜਾਬੀ ਸੂਟ ਪਾਉਣ ਦੀ ਤੇਰੀ ਕੋਈ ਪਹਿਲਾਂ ਸ਼ਰਤ ਨਹੀਂ ਸੀ, ਇਸ ਕਰਕੇ ਮੈਂ ਪੰਜਾਬੀ ਸੂਟ ਨਹੀਂ ਪਾਵਾਂਗੀ। ਮੈਂ ਉਸੇ ਤਰ੍ਹਾਂ ਹੀ ਸੋਫੇ ਤੇ ਬੈਠੀ ਨੇ ਕਿਹਾ। ਅਗਲੇ ਦਿਨ ਮੈਂ ਆਪਣੇ ਇਸ਼ਤਿਹਾਰ ਵਿੱਚੋਂ ਉਹ ਲਾਈਨ ਕੱਟ ਦਿੱਤੀ। ਹਾਂਜੀ, ਹੁਣ ਤੁਸੀਂ ਕਹਾਣੀ ਸੁਣੀ ਹਰਪ੍ਰੀਤ ਸੇਖਾ ਦੀ ਪੰਜਾਬੀ ਸੂਟ। ਬਹੁਤ ਹੀ ਖੂਬਸੂਰਤ ਕਹਾਣੀ ਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕਰਨ ਹੋਣਾ ਨੇ। ਔਰ ਮੇਰੇ ਕੋਲ ਬੜੇ ਕਮੈਂਟਸ ਨੇ, ਮੇਰੇ ਕੋਲ ਬੜੇ ਕੰਪਲੀਮੈਂਟਸ ਨੇ ਸਰੋਤਿਆਂ ਦਰਸ਼ਕਾਂ ਦੇ ਜੋ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਜਸਕਰਨ ਜੀ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਇਸ ਕਹਾਣੀ ਨੂੰ ਚੁਣਨ ਦੇ ਵਾਸਤੇ, ਇਸ ਕਹਾਣੀ ਨੂੰ ਪੇਸ਼ ਕਰਨ ਦੇ ਵਾਸਤੇ, ਔਰ ਇਹਦੇ ਵਿੱਚ ਜਿਹੜੀ ਖੂਬਸੂਰਤੀ ਦੇ ਨਾਲ ਤੁਸੀਂ ਇਸ ਕਹਾਣੀ ਦੇ ਵਿੱਚ ਇਮੋਸ਼ਨਸ ਲਿਆਂਦੇ ਨੇ ਉਹਦੇ ਵਾਸਤੇ ਮੇਰੇ ਵੱਲੋਂ ਤਾਂ ਬਹੁਤ ਅੱਛਾ ਹੁੰਗਾਰਾ। ਔਰ ਮੈਨੂੰ ਬਹੁਤ ਚੰਗਾ ਲੱਗਿਆ ਕਿ ਬਹੁਤ ਖੂਬਸੂਰਤੀ ਨਾਲ ਤੁਸੀਂ ਇਸ ਵਿਸ਼ੇ ਨੂੰ, ਇਸ ਕਹਾਣੀ ਨੂੰ ਜਿਹੜਾ ਉਹ ਪੇਸ਼ ਕੀਤਾ। ਮੇਰੇ ਕੋਲ ਜਿਹੜੇ ਸਾਡੇ ਸੱਜਣ, ਸਾਡੇ ਸਾਥੀ, ਸਹਿਯੋਗੀ, ਜਿਹੜੇ ਦਰਸ਼ਕ ਸਰੋਤੇ ਜੁੜੇ ਹੋਏ ਨੇ, ਉਹਨਾਂ ਨੇ ਕੰਪਲੀਮੈਂਟਸ ਤੇ ਕਮੈਂਟਸ ਦਿੱਤੇ ਨੇ। ਬੌਬੀ ਸਿੱਧੂ ਐਂਡ ਮਨਦੀਪ ਲਗਾਤਾਰ ਵਾਚ ਕਰ ਰਹੇ ਨੇ। ਇਸ ਦੇ ਨਾਲ ਹੀ ਵਰਿਆਮ ਮਸਤ ਹੋਣਾ ਨੇ ਲਿਖਿਆ, ਬੇਸ ਆਵਾਜ਼, ਅੱਛੀ ਵੱਜਦੀ ਕਹਾਣੀ, ਵਧੀਆ ਸਪੀਚ, ਮੋਡੂਲੇਸ਼ਨ, ਵਧਾਈ। ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਵਰਿਆਮ ਮਸਤ ਹੋਣਾ ਨੇ ਦਿੱਤੀਆਂ ਨੇ ਜੀ। ਸੁਖਿੰਦਰ ਕੌਰ ਹੋਣਾ ਨੇ 2 ਕਮੈਂਟ ਦਿੱਤੇ ਨੇ ਜੀ, ਬਹੁਤ ਹੀ ਵਧੀਆ ਤੇ ਨਾਲ ਹੀ ਇਫੈਕਟਿਵ ਪਰਫਾਰਮੈਂਸ। ਇਸੇ ਤਰ੍ਹਾਂ ਜਗਜੀਤ ਸਾਰੀਨ ਹੋਣਾ ਨੇ ਤੁਹਾਡੇ ਵਾਸਤੇ ਇੱਕ ਕੰਪਲੀਮੈਂਟ ਭੇਜਿਆ, ਫਲॉलेस ਨੈਰੇਸ਼ਨ ਆਫ ਅ ਬੋਲਡ ਸਟੋਰੀ ਪੈਨਡ ਬਾਈ ਅ ਬੋਲਡ ਲੇਡੀ highlighting the plight of an NRI is with emotion by Jaskarna। ਥੋੜਾ ਕਿਤੇ ਕਿਉਂਕਿ ਲਾਸਟ ਥੋੜੀ ਆਵਾਜ਼ ਦੀ ਪ੍ਰੋਬਲਮ ਆਈ ਸੀ ਸਾਡੇ ਦਰਸ਼ਕਾਂ ਸਰੋਤਿਆਂ ਨੇ, ਉਹਦੇ ਵੀ ਅਸੀਂ ਚਾਹਾਂਗੇ ਕਿ ਜਿੱਥੋਂ ਕਿਤੇ ਆਵਾਜ਼ ਬੰਦ ਹੋਈ ਸੀ, ਤੁਸੀਂ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਉਹ ਗੱਲ, ਕੁਝ ਕਹਾਣੀ ਜਿਹੜੀ ਆ ਉਹ ਇੱਥੋਂ ਨਰੇਟ ਕਰ ਦਿਓ ਤੇ ਉਹ ਗੱਲ ਜਿਹੜੀ ਆ ਉਹ ਅਖੀਰ ਤੱਕ ਜਿਹੜੀ ਆ ਉਹਦਾ ਕਲਾਈਮੈਕਸ ਜਿਹੜਾ ਹੈ ਉਹ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਉਹਦਾ ਪਤਾ ਲੱਗ ਜਾਵੇ ਲਾਸਟ ਕਹਾਣੀ ਵਿੱਚ ਹੋਇਆ ਕੀ। ਬੜੀ ਖੂਬਸੂਰਤੀ ਦੇ ਨਾਲ ਤੁਸੀਂ ਇਹ ਕਹਾਣੀ ਜਿਹੜੀ ਪੇਸ਼ ਕੀਤੀ ਸੀ। ਚੰਦਰ ਅਦੀਬ ਹੋਣਾ ਨੇ ਵੀ ਤਾਰੀਫ ਕੀਤੀ ਹੈ ਤੁਹਾਡੇ ਇਹਨਾਂ ਬੋਲਾਂ ਦੀ, ਤੁਹਾਡੀ ਪੇਸ਼ਕਾਰੀ ਦੀ, ਔਰ ਜੋ ਲੋਕੇਸ਼ਨ ਚੁਣੀ ਹੈ ਉਹਦੀ ਵੀ ਬੜੀ ਤਾਰੀਫ ਕੀਤੀ ਹੈ ਸਾਡੇ ਦਰਸ਼ਕਾਂ ਸਰੋਤਿਆਂ ਨੇ। ਔਰ ਬਿਊਟੀਫੁਲ ਨੈਰੇਟਡ, ਕੰਗ੍ਰੈਟਸ, ਵਧਾਈਆਂ ਤੁਹਾਨੂੰ ਭੇਜੀਆਂ ਨੇ। ਨਰਿੰਦਰ ਮੰਗੂਵਾਲ, ਵੈਰੀ ਨਾਈਸ ਸਟੋਰੀ ਐਂਡ ਪਰਫਾਰਮੈਂਸ। ਔਰ ਬਹੁਤ ਸਾਰੇ ਕੰਪਲੀਮੈਂਟ ਅਤੇ ਬਹੁਤ ਸਾਰੇ ਕਮੈਂਟਸ ਸਾਡੇ ਇਸ ਕਮੈਂਟ ਬਾਕਸ ਦੇ ਵਿੱਚ ਸਾਨੂੰ ਮਿਲੇ ਨੇ। ਔਰ ਗੱਲਬਾਤ ਕਰਦੇ ਆ ਜੀ, ਚਰਚਾ ਕਰਦੇ ਆ ਜੀ। ਪਹਿਲਾਂ ਤਾਂ ਮੈਂ ਗੱਲ ਕਰਾਂਗਾ ਕਿ ਇਹ ਕਹਾਣੀ ਜਿਹੜੀ ਮੈਨੂੰ ਤਾਂ ਬੜੀ ਚੰਗੀ ਲੱਗੀ। ਮੈਂ ਪੁੱਛਣਾ ਚਾਹਾਂਗਾ ਕਿ ਸਾਡੇ ਅੱਜ ਦੇ ਜੋ ਪੇਸ਼ਕਰਤਾ ਡਾਕਟਰ ਜਸਕਰਨ ਨੇ, ਉਹਨਾਂ ਨੇ ਇਹ ਕਹਾਣੀ ਕਿਉਂ ਚੁਣੀ? ਉਹਨਾਂ ਨੂੰ ਕੀ ਲੱਗਿਆ ਇਸ ਕਹਾਣੀ ਵਿੱਚ ਖਾਸ ਤੌਰ ਤੇ ਵੀ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਆਪਣੀ ਕਹਾਣੀ ਦੇ ਰਾਹੀਂ ਸਾਡੇ ਯੁਵਾਵਾਂ ਨੂੰ? ਹਾਂਜੀ ਜਸਕਰਨ ਜੀ। ਮਾਨ ਸਾਹਿਬ, ਮੈਨੂੰ ਲੱਗਦਾ ਥੋੜੀ ਜਿਹੀ ਆਵਾਜ਼ ਦੀ ਦਿੱਕਤ ਸੀਗੀ। ਮੈਂ ਇਹਨੂੰ ਬਰੀਫ ਦੇ ਵਿੱਚ ਦੱਸ ਦੇਣਾ ਕਿ ਅਸਲ ਦੇ ਵਿੱਚ ਹੋਇਆ ਕੀ ਆ। ਪੰਜਾਬੀ ਸੂਟ ਹਰਪ੍ਰੀਤ ਸੇਖਾ ਦੀ ਕਹਾਣੀ ਆ। ਅਸੀਂ ਆਪਣੇ ਗਰੁੱਪ ਵੱਲੋਂ ਇਹਦੇ ਉੱਤੇ ਇੱਕ ਸੋਲੋ ਪਲੇ ਕਰ ਰਹੇ ਹਾਂ, ਜਿਹੜੀ ਕਿ ਇੱਕ ਕੁਦਰਤੀ ਕੁੜੀ ਇੱਥੇ ਦੀ ਸਾਡੇ ਗਰੁੱਪ ਦੇ ਵਿੱਚ ਉਹ ਪਰਫਾਰਮ ਕਰੂਗੀ। ਥੋੜ੍ਹੀਆਂ ਦਿੱਕਤਾਂ ਸੀ, ਇਸ ਕਰਕੇ ਮੈਂ ਸਿਰਫ ਇਸ ਕਹਾਣੀ ਨੂੰ ਨਰੇਟ ਕੀਤਾ। ਇਹਨੂੰ ਫੁੱਲ ਲੈਂਥ 1.25 ਘੰਟੇ ਦਾ ਪਲੇ ਜਿਹੜਾ ਇੱਕ ਕੁੜੀ ਜਿਹੜੀ ਉਹਨੂੰ ਆਪਣੀ ਪੂਰੀ ਦੀ ਪੂਰੀ ਕਥਾ ਬਿਆਨ ਕਰ ਰਹੀ ਆ ਉਹ ਕਰੂਗੀ। ਸੋ ਪਹਿਲੀ ਗੱਲ ਤਾਂ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਸਿਰਫ ਨਰੇਸ਼ਨ ਸੀ ਉਹਦੀ। ਅਸੀਂ ਸਿਰਫ ਉਹਨੂੰ, ਕਿਉਂਕਿ ਸਾਡੇ ਕੋਲ ਹੁਣ ਜਿੱਦਾਂ ਦੇ ਸਾਧਨ ਨੇ ਜਾਂ ਜੋ ਕੁਛ ਜਿੰਨੇ ਸਾਡੇ ਕੋਲ ਇੱਥੇ ਸਮਾਂ ਹੈਗਾ ਉਹਦੇ 'ਚ ਜੋ ਕੁਛ ਕਰ ਸਕੇ ਸੀ ਉਹ ਅਸੀਂ ਜਿਹੜਾ ਕੀਤਾ। ਦੂਜੀ ਗੱਲ ਜਿਹੜੀ ਆਖਰ ਦੇ ਵਿੱਚ ਜਿਹੜੀ ਆਵਾਜ਼ ਥੋੜੀ ਜਿਹੀ ਘੱਟ ਗਈ ਸੀ। ਪੰਜਾਬੀ ਸੂਟ ਹਰਪ੍ਰੀਤ ਸੇਖਾ ਨੇ ਇਸ ਪੰਜਾਬੀ ਸੂਟ ਨੂੰ ਇੱਕ ਚੇਨ ਵਜੋਂ ਵਰਤਿਆ ਬੜੇ ਵੀ ਉਹ ਇੱਕ ਕੁੜੀ ਜਿਹੜੀ ਆ ਉਹ ਇੱਕ ਗਲਤ ਕੰਮ ਦੇ ਵਿੱਚ ਪਈ ਆ, ਕਾਲ ਗਰਲ ਆ। ਪੰਜਾਬੀ ਸੂਟ ਦਾ ਬੁਟੀਕ ਖੋਲਣਾ ਉਹਦਾ ਸੁਪਨਾ ਆ, ਹਾਲਾਤ ਨੇ ਇੱਧਰਲੇ ਪਾਸੇ ਧੱਕ ਦਿੱਤਾ।
ਆਪਣੇ ਬੰਦਿਆਂ ਤੋਂ ਡਰ ਕੇ ਵੀ ਕਈ ਸਵਾਲ ਪੁੱਛਦੇ ਆ, ਤੇਰਾ ਪਿੰਡ ਕਿਹੜਾ, ਤੂੰ ਕੀ ਕਰਦੀ ਆ, ਉਹਨੇ ਆਪਣੇ ਇਸ਼ਤਿਹਾਰ ਦੇ ਵਿੱਚ ਇੱਕ ਲਾਈਨ ਪਾ ਦਿੱਤੀ ਆ ਕਿ ਜਿਹੜੇ ਇੰਡੋ ਕੈਨੇਡੀਅਨ ਆ ਉਹ ਮੈਨੂੰ ਕੰਟੈਕਟ ਨਾ ਕਰਨ। ਇੱਕ ਇੱਥੇ ਦਾ ਗੋਰਾ ਜਿਹਦੀ ਕੁੜੀ ਦੇ ਨਾਲ ਇੰਡੋ ਕੈਨੇਡੀਅਨ ਨੇ ਰੇਪ ਕੀਤਾ ਤੇ ਉਹਨੂੰ ਮਾਰ ਦਿੱਤਾ, ਉਹ ਉਹਨੂੰ ਹਾਇਰ ਕਰ ਲੈਂਦਾ ਇੱਕ ਸ਼ਾਮ ਦੇ ਲਈ, ਔਰ ਉਸ ਸ਼ਾਮ ਲਿਜਾ ਕੇ ਉਹਨੂੰ ਸਾਰਾ ਕੁਝ ਕਰਨ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੂੰ ਪੰਜਾਬੀ ਸੂਟ ਪਾ ਤੇ ਮੈਂ ਤੇਰਾ ਸੂਟ ਲਾਉਣਾ। ਜਦੋਂ ਵੀ ਮੈਂ ਕਿਸੇ ਦਾ ਸੂਟ ਲਾਉਣਾ ਤੇ ਮੈਨੂੰ ਏਦਾਂ ਲੱਗਦਾ ਮੈਂ ਆਪਣੀ ਧੀ ਦਾ ਬਦਲਾ ਲੈ ਰਿਹਾ। ਹੁਣ ਇੱਥੇ ਜਾ ਕੇ ਉਹ ਕੁੜੀ ਜਿਹੜੀ ਆ ਉਹਦੇ ਤੇ ਇੱਕ ਮੋੜ ਤੇ ਆ ਕੇ ਖੜੀ ਹੋ ਗਈ। ਉਹ ਪੁੱਛਦੀ ਆ ਵੀ ਜੇ ਕਿਸੇ ਗੋਰੇ ਨੇ ਤੇਰੀ ਧੀ ਨਾਲ ਬਲਾਤਕਾਰ ਕੀਤਾ ਹੁੰਦਾ ਤੂੰ ਕੀ ਕਰਦਾ। ਉਸ ਗੱਲ ਨੂੰ ਉਹ ਮੰਨਦਾ ਨਹੀਂ ਆ, ਪਰ ਉਹਦੀ ਨਫ਼ਰਤ ਇੰਡੋ ਕੈਨੇਡੀਅਨ ਨਾਲ ਆ ਕਿਉਂਕਿ ਉਹਨਾਂ ਨੇ ਉਹਦੀ ਧੀ ਦਾ ਬਲਾਤਕਾਰ ਕਰਕੇ ਉਹਨੂੰ ਮਾਰ ਦਿੱਤਾ। ਭਾਵੇਂ ਉਹਨੂੰ ਸਜ਼ਾ ਮਿਲ ਰਹੀ ਆ, ਪਰ ਫਿਰ ਵੀ ਉਹ ਉਹਨੂੰ ਕੁੜੀ ਨੂੰ ਹਾਇਰ ਕਰਕੇ ਉਹਦੇ ਸੂਟ ਪਾ ਕੇ ਉਹਦਾ ਸੂਟ ਲਾਉਣਾ ਚਾਹੁੰਦਾ ਤੇ ਉਹਦੇ ਨਾਲ ਸਾਰਾ ਕੁਝ ਕਰਨਾ ਚਾਹੁੰਦਾ, ਆਪਣੀ ਧੀ ਦਾ ਬਦਲਾ ਲੈਣਾ ਚਾਹੁੰਦਾ। ਉਹ ਇੱਥੇ ਇਸ ਗੱਲ ਨੂੰ ਮਨਾ ਕਰ ਦਿੰਦੀ ਆ ਆਖਰ ਦੇ ਵਿੱਚ ਕਿ ਨਹੀਂ, ਜਦੋਂ ਉਹ ਕਹਿੰਦਾ ਕਿ ਮੈਂ ਤੈਨੂੰ ਇਹਦੇ ਡਾਲਰ ਦਿੱਤੇ, ਤੈਨੂੰ ਇਹ ਕਰਨਾ ਪਊਗਾ, ਤੇਰਾ ਕੰਟਰੈਕਟ ਆ, ਪਰ ਉਹ ਕਹਿੰਦੀ ਸੂਟ ਪਾਉਣ ਦੀ ਸ਼ਰਤ ਇਹਦੇ ਵਿੱਚ ਕਿਤੇ ਵੀ ਆਪਾਂ ਨਹੀਂ ਰੱਖੀ। ਤੇ ਐਂਡ ਇਹ ਹੈ ਕਿ ਉਹ ਘਰ ਵਾਪਸ ਆ ਕੇ ਆਪਣੇ ਇਸ਼ਤਿਹਾਰ ਦੇ ਵਿੱਚੋਂ ਉਹ ਲਾਈਨ ਕੱਟ ਦਿੰਦੀ ਆ ਜਿਹਦੇ ਵਿੱਚੋਂ ਲਿਖੀ ਆ ਕਿ ਨੋ ਇੰਡੋ ਕੈਨੇਡੀਅਨ ਮੈਨ ਅਲਾਉਡ। ਇਹਨੂੰ ਬੜਾ ਤਕੜਾ ਉਹਨੇ ਇੱਕ ਹਰਪ੍ਰੀਤ ਸ਼ੇਖਾ ਨੇ ਸਿੰਬਲ ਵਰਤਿਆ ਇਹਨੂੰ, ਅਸਲ ਦੇ ਵਿੱਚ ਬੜਾ ਸਟਰੋਂਗ ਮੈਨੂੰ ਲੱਗਦਾ ਕਿ ਪੰਜਾਬੀ ਦੇ ਵਿੱਚ ਇਦਾਂ ਦੀ ਕਹਾਣੀ ਪਹਿਲਾਂ ਕਦੇ ਲਿਖੀ ਨਹੀਂ ਗਈ, ਉਹ ਵੀ ਖਾਸ ਕਰ ਇੱਥੋਂ ਦੀਆਂ ਇਹਨਾਂ ਹਾਲਤਾਂ ਬਾਰੇ। ਸੋ ਇਹ ਇੱਕ ਗੱਲ ਜਿਹੜੀ ਮੈਂ ਲੱਗਦਾ ਸੀ ਮੈਨੂੰ ਕਿ ਸਪਸ਼ਟ ਕਰਨੀ ਜ਼ਰੂਰੀ ਆ ਕਿ ਇਹ ਸਿਰਫ ਉਹਦੀ ਨਰੇਸ਼ਨ ਸੀਗੀ ਜਿਹੜੀ ਮੈਂ ਕੀਤੀ ਆ ਜੀ। ਤੇ ਦੂਜੀ ਗੱਲ ਬੜਾ ਇੱਕ ਸਟਰੋਂਗ ਇਹ ਇੱਕ ਪੱਖ ਇੱਥੋਂ ਦੀ ਸੁਸਾਇਟੀ ਦਾ ਹਰਪ੍ਰੀਤ ਸ਼ੇਖਾ ਨੇ ਫੜਿਆ ਜੀ। ਸ਼ੁਕਰੀਆ ਜੀ, ਬਹੁਤ ਬਹੁਤ। ਕਹਾਣੀ ਮੇਰਾ ਸਵਾਲ ਡਾਕਟਰ ਸਾਹਿਬ ਫਿਰ ਇਹ ਸੀਗਾ ਕਿ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਨੇ, ਪ੍ਰਵਾਸੀ ਕਹਾਣੀਕਾਰ ਬੜੀਆਂ ਕਹਾਣੀਆਂ ਲਿਖਦੇ ਨੇ, ਸਾਡੇ ਭਾਰਤੀ ਕਹਾਣੀਕਾਰ ਬੜੀਆਂ ਕਹਾਣੀਆਂ ਲਿਖਦੇ ਨੇ। ਇਹ ਕਹਾਣੀ ਵਿਸ਼ੇਸ਼ ਤੌਰ ਤੇ ਤੁਹਾਡੇ ਦੁਆਰਾ ਚੁਣੀ ਗਈ, ਉੱਥੋਂ ਦੇ ਹਾਲਾਤ ਤੁਸੀਂ ਵੇਖਦੇ ਹੋਵੋਗੇ ਇੱਕ ਤਰ੍ਹਾਂ ਕਿਤੇ ਇਹ ਉਸ ਸਮਾਜ ਦੀ ਸੱਚਾਈ ਜ਼ਰੂਰ ਹੋਏਗੀ ਜਿਹੜੀ ਇਸ ਕਹਾਣੀ ਵਿੱਚ ਪੇਸ਼ ਕੀਤੀ ਆ। ਕਿ ਤੁਹਾਨੂੰ ਕੀ ਲੱਗਦਾ ਕਿ ਇਸ ਕਹਾਣੀ ਵਿੱਚ ਜਿਹੜੀ ਕਥਾ ਜਾਂ ਜਿਹੜਾ ਦਰਦ ਉਸ ਲੜਕੀ ਦਾ ਜੋ ਨਾਇਕਾ ਹੈ ਇਸ ਦੀ ਕਹਾਣੀ ਦੀ ਉਹਦਾ ਪੇਸ਼ ਕੀਤਾ ਗਿਆ, ਕਿ ਅਜਿਹੀ ਸੱਚਾਈ ਉੱਥੇ ਕੈਨੇਡਾ ਦੇ ਸਮਾਜ ਦੇ ਵਿੱਚ ਵਾਪਰਦੀ ਹੈ ਪੰਜਾਬੀਆਂ ਦੇ ਨਾਲ ਜਾਂ ਹੋਰਨਾਂ ਲੋਕਾਂ ਦੇ ਨਾਲ? ਤੁਹਾਨੂੰ ਕੀ ਲੱਗਦਾ? ਸਾਹਿਤਕਾਰ ਦਾ ਜਿਹੜਾ ਫਰਜ਼ ਹੁੰਦਾ ਉਹ ਜਿਹੜੇ ਸਾਡੇ ਸਮਾਜ ਦੀਆਂ ਕੁਝ ਪ੍ਰਤੀਨਿਧ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਪੇਸ਼ ਕਰਦਾ ਜੀ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੇ ਕੋਈ ਇਹਦਾ ਮਤਲਬ ਕੋਈ ਸਰਵੇ ਜਾਂ ਉਹਨੇ ਕੋਈ ਰਿਪੋਰਟ ਦੇਣੀ ਹੁੰਦੀ ਆ ਕਿ ਜੇ ਕਿੱਦਾਂ ਹੋ ਰਿਹਾ ਤਾਂ ਬਾਕੀਆਂ ਨਾਲ ਵੀ। ਉਹਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਕਿ ਇਸ ਸਮਾਜ ਦੇ ਵਿੱਚ ਸਾਰਾ ਕੁਝ ਏਦਾਂ ਹੀ ਆ ਵੀ ਪੰਜਾਬੀ ਕੁੜੀਆਂ ਜਿਹੜੀਆਂ ਉਹ ਕਾਲ ਗਰਲਸ ਨੇ ਜਾਂ ਉਹਨਾਂ ਦੀ ਇੱਕ ਘਟਨਾ ਆ। ਪਰ ਹਾਂ ਇਹ ਚੀਜ਼ ਹੈ, ਹਰ ਜਗ੍ਹਾ ਹੀ ਹੈ। ਕੁਦਰਤੀ ਤੌਰ ਤੇ ਜੇ ਇੱਥੇ ਵਾਪਰ ਰਹੀ ਆ ਤਾਂ ਇੱਥੇ ਇਹ ਘਟਨਾਵਾਂ ਘਟਦੀਆਂ ਨੇ। ਔਰ ਉਹਦੇ ਵਿੱਚੋਂ ਵੱਡੀ ਗੱਲ ਜਿਹੜੀ ਆ ਉਹ ਡੂੰਘਾਈ ਜਿਹੜੀ ਆ ਉਹ ਰੇਸਿਜ਼ਮ ਦਾ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਗੱਲਬਾਤ ਚੱਲ ਵੀ ਰਹੀ ਆ, ਉਸ ਚੀਜ਼ ਨੂੰ ਬੜਾ ਡੂੰਘਾ ਫੜਦਾ, ਔਰਤ ਦੇ ਮਨ ਨੂੰ ਵੀ ਫੜਦਾ, ਇੱਥੇ ਦੀਆਂ ਦੁਸ਼ਵਾਰੀਆਂ ਨੂੰ ਵੀ ਫੜਦਾ। ਉਹਦੇ ਨਾਲ ਨਾਲ ਉਹਦੀ ਜਿਹੜੀ ਇੱਕ ਪੰਜਾਬੀ ਸੂਟ ਨੂੰ ਇੱਕ ਉਹਦੀ ਸੱਭਿਆਚਾਰ ਦਾ ਸਿੰਬਲ ਲੈ ਕੇ ਔਰ ਉਹਦੇ ਨਾਲ ਉਹਦੇ ਖੜਨ ਦੀ ਗੱਲ ਨੂੰ ਵੀ ਜਿਹੜਾ ਕਹਾਣੀਕਾਰ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਫੜਦਾ ਮੈਨੂੰ ਲੱਗਦਾ ਜੀ। ਜੀ, ਬਹੁਤ ਸ਼ੁਕਰੀਆ ਜੀ। ਸਾਡੇ ਕੋਲ ਲਾਈਵ ਫੇਸਬੁੱਕ ਤੇ ਜਾਂ ਸਾਡੇ ਨਾਲ ਆਨਲਾਈਨ ਪਲੇਟਫਾਰਮ ਤੇ ਸਾਡੇ ਬੜੇ ਦਰਸ਼ਕ ਸਰੋਤੇ ਜੁੜੇ ਹੋਏ ਨੇ, ਬੜੇ ਸਵਾਲ ਸੀ ਉਹਨਾਂ ਦੇ। ਸਭ ਤੋਂ ਵੱਧ ਸਲਾਹ ਹੈ ਤੁਹਾਡੀ ਇਸ ਪੇਸ਼ ਕਰਨ ਦੀ ਕਲਾ ਨੂੰ ਸਾਡੇ ਦਰਸ਼ਕਾਂ ਸਰੋਤਿਆਂ ਨੇ, ਔਰ ਸਵਾਲ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਉਠਾਏ ਨਹੀਂ, ਪਰ ਵੱਡੀ ਗੱਲ ਜਿਹੜੀ ਹੈ ਕਿ ਉਹਨਾਂ ਨੇ ਤੁਹਾਡੀ ਇਸ ਕਹਾਣੀ ਚੋਣ ਨੂੰ ਜਾਂ ਫਿਰ ਤੁਹਾਡੇ ਦੁਆਰਾ ਇਹਨੂੰ ਪੇਸ਼ ਕਰਨਾ ਜਾਂ ਜਿਸ ਲੋਕੇਸ਼ਨ ਤੇ ਬੈਠ ਕੇ ਤੁਸੀਂ ਕਹਾਣੀ ਜਿਹੜੀ ਆ ਉਹ ਪੇਸ਼ ਕੀਤੀ ਆ ਉਹਨੂੰ ਬਹੁਤ ਸਲਾਹਿਆ। ਔਰ ਤੁਹਾਡੀ ਇਸ ਰੰਗਮੰਚ ਦੀ ਕਲਾ ਨੂੰ, ਇਸ ਖੇਤਰ ਦੇ ਵਿੱਚ ਤੁਹਾਡੀਆਂ ਸੇਵਾਵਾਂ ਨੂੰ ਜਾਂ ਤੁਹਾਡੇ ਆਪਣੇ ਅਨੁਭਵਾਂ ਨੂੰ ਇਹਦੇ ਵਿੱਚ ਇਹਨਾਂ ਕਮੈਂਟਸ ਬਾਕਸ ਦੇ ਵਿੱਚ ਉਹਨਾਂ ਨੇ ਆਪਣੇ ਫੀਲਿੰਗਸ ਦੇ ਚੱਲਦਾ ਰਹਿੰਦਾ ਔਰ ਇਹ ਚੱਲਦਾ ਰਹੇਗਾ। ਔਰ ਚਰਚਾ ਚੌਥਾ ਸੈਗਮੈਂਟ ਸੀ ਸਾਡੇ ਇਸ ਪ੍ਰੋਗਰਾਮ ਦਾ ਵੀ ਮੰਚ ਦੇ ਦੁਆਰਾ। ਇਹ ਵਰਚੁਅਲ ਜੋ ਆਨਲਾਈਨ ਯੂਥ ਫੈਸਟੀਵਲ ਜੋ ਸਾਡੇ ਕੋਲ ਚੱਲ ਰਿਹਾ ਉਹਦੇ ਵਿੱਚ ਸਾਡੇ ਅੱਜ ਦੇ ਜੋ ਮਹਿਮਾਨ ਸੀ ਡਾਕਟਰ ਜਸਕਰਨ, ਉਹਨਾਂ ਦੀ ਦੁਆਰਾ ਅਸੀਂ ਕਹਾਣੀ ਸੁਣੀ, ਉਹਨਾਂ ਦੇ ਨਾਲ ਅਸੀਂ ਚਰਚਾ ਕੀਤੀ। ਚਰਚਾ ਨੂੰ ਅਸੀਂ ਇੱਥੇ ਰੋਕਦੇ ਹਾਂ, ਪਰ ਅਸੀਂ ਅਜੇ ਜਾਣਾ ਨਹੀਂ ਹੈ ਕਿਉਂਕਿ ਅਜੇ ਕੱਲ ਦਾ ਜੋ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗਾ। ਮੈਂ ਧੰਨਵਾਦ ਕਰਦਾ ਸਾਡੇ ਅੱਜ ਦੇ ਵਿਸ਼ੇਸ਼ ਮਹਿਮਾਨ ਡਾਕਟਰ ਜਸਕਰਨ ਜੀ। ਜਸਕਰਨ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਮਾਗਮ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਲਗਾਤਾਰ ਜੁੜੇ ਰਹਿਣ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਰ।
ਹਾਂਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਲਗਾਤਾਰ ਜੁੜੇ ਰਹਿਣ ਦੇ ਵਾਸਤੇ। ਸਾਡੇ ਦਰਸ਼ਕਾਂ ਦਾ, ਸਾਡੇ ਸਾਹਿਤ ਪ੍ਰੇਮੀਆਂ ਦਾ, ਸਾਡੇ ਥੀਏਟਰ ਨੂੰ ਪਿਆਰ ਕਰਨ ਵਾਲੇ ਉਹਨਾਂ ਲੋਕਾਂ ਦਾ ਜੋ ਸਾਡੇ ਨਾਲ ਪਿਛਲੇ 14 ਦਿਨ ਤੋਂ ਲਗਾਤਾਰ ਜੁੜੇ ਹੋਏ ਨੇ। ਔਰ ਇਹ 20 ਮੰਚ ਦਾ ਜੋ ਪਲੇਟਫਾਰਮ ਆ, ਇਹ ਲਗਾਤਾਰ ਅਜੇ ਰੋਜ਼ ਸਾਨੂੰ ਵਰਚੁਅਲ ਆਨਲਾਈਨ ਸਾਡੇ ਨਾਲ ਹਮੇਸ਼ਾ ਜੁੜੇ ਰਹਾਂਗੇ ਅਸੀਂ ਤੁਹਾਡੇ ਨਾਲ। ਔਰ ਜੋ ਕੱਲ ਦਾ ਪ੍ਰੋਗਰਾਮ ਹੈ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਕਿ ਕੱਲ 15ਵੇਂ ਦਿਨ ਸਾਡੇ ਵਿੱਚ ਸੁਨਹਿਰੀ ਬੋਲ ਲੈ ਕੇ ਸ਼ਾਮਲ ਹੋਣਗੇ ਮੰਗਲ ਢਿੱਲੋਂ ਜੀ। ਔਰ ਪੇਸ਼ੇ ਨਜ਼ਰ ਦੇ ਵਿੱਚ ਪੇਸ਼ਕਾਰੀ ਹੋਏਗੀ ਸਿਹਰਾ ਗੁਰਦੀਪ ਸਿੰਘ ਹੋਣਾ ਦੀ, ਤੇ ਬਤੌਰ ਸੰਚਾਲਕ ਆਪਣੀਆਂ ਸੇਵਾਵਾਂ ਦੇਣਗੇ ਡਾਕਟਰ ਬਲਵਿੰਦਰ ਜੀ। ਇਸੇ ਤਰ੍ਹਾਂ ਸਾਡੇ ਨਾਲ ਲਗਾਤਾਰ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਔਰ ਇਸੇ ਤਰ੍ਹਾਂ ਅਸੀਂ ਜੁੜੇ ਰਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ, ਬਹੁਤ ਆਨੰਦ ਮਾਣਾਂਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਫਿਰ ਇੱਕ ਵਾਰ ਜੈ ਥੀਏਟਰ, ਜੈ ਮੰਚ, ਜੈ ਨਾਟ ਮੰਚ ਤੇ ਜੈ ਭਾਰਤ। ਸ਼ੁਕਰੀਆ। ਇਹ ਸ਼ੀਸ਼ਾ ਹੈ, ਇਹ ਸ਼ੀਸ਼ਾ ਹੈ ਕਿਸੇ ਹੋਰ ਦਾ, ਤੇਰਾ ਸ਼ੀਸ਼ਾ ਕੋਈ ਹੋਰ ਹੈ। ਇਹ ਸ਼ੀਸ਼ਾ ਹੈ ਕਿਸੇ ਹੋਰ ਦਾ, ਤੇਰਾ ਸ਼ੀਸ਼ਾ ਕੋਈ ਹੋਰ ਹੈ। ਤੇਰਾ ਸ਼ੀਸ਼ਾ ਬੋਲਦਾ, ਤੇਰਾ ਸ਼ੀਸ਼ਾ ਬੋਲਦਾ, ਇਸ ਸ਼ੀਸ਼ੇ ਵਿੱਚ ਚੋਰ ਹੈ। ਇਹ ਸ਼ੀਸ਼ਾ ਹੈ, ਤੇਰਾ ਸ਼ੀਸ਼ਾ ਘੁੰਮ ਰਿਹਾ ਏ, ਘੁੰਮ ਕੇ ਕਿਧਰ ਜਾਵੇਗਾ। ਤੇਰਾ ਸ਼ੀਸ਼ਾ ਘੁੰਮ ਰਿਹਾ ਏ, ਘੁੰਮ ਕੇ ਕਿਧਰ ਜਾਵੇਗਾ। ਵੇਖਦੇ ਹਾਂ ਇਸ ਸ਼ੀਸ਼ੇ ਚੋਂ ਕੀ ਕੁਝ ਨਜ਼ਰੀ ਆਵੇਗਾ। ਵੇਖਦੇ ਹਾਂ ਇਸ ਸ਼ੀਸ਼ੇ ਚੋਂ ਕੀ ਕੁ ਨਜ਼ਰੀ ਆਵੇਗਾ। ਇੱਕ ਤਰਫ ਪਾ ਫੁੱਟ ਰਹੀ, ਇੱਕ ਤਰਫ ਪਾ ਫੁੱਟ ਰਹੀ, ਦੂਜੇ ਕਟਾਕਨ ਕੋਰ ਹੈ। ਇਹ ਸ਼ੀਸ਼ਾ ਹੈ, ਇਹ ਸ਼ੀਸ਼ਾ ਹੈ ਕਿਸੇ ਹੋਰ ਦਾ, ਤੇਰਾ ਸ਼ੀਸ਼ਾ ਕੋਈ ਹੋਰ ਹੈ। ਇਹ ਸ਼ੀਸ਼ਾ ਹੈ ਕਿਸੇ ਹੋਰ ਦਾ।